ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਦੀ ਵਿਚਾਰ ਹੈ, ਉਹ ਲੜੀ ਰੂਪ ਵਿੱਚ ਕਰਦਿਆਂ ਹੋਇਆਂ ਕੱਲ ਤੱਕ ਆਪਾਂ ਸਾਂਝ ਪਾਈ ਸੀ। ਇਸ ਤੋਂ ਪਿਛਲੇ ਸਮੇਂ ਵਿੱਚ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸਤਿਗੁਰੂ ਦੇ ਕੀਮਤੀ ਉਪਦੇਸ਼ ਔਰ ਗੁਰੂ ਸਾਹਿਬ ਦੇ ਜੀਵਨ ਦੀਆਂ ਸਾਖੀਆਂ, ਸਿੱਖਿਆਵਾਂ, ਸਿਧਾਂਤਕ ਗੱਲਾਂ ਜਿਹੜੀਆਂ ਨੇ, ਉਹ ਆਪ ਜੀ ਨੇ ਵੱਖ-ਵੱਖ ਵਿਦਵਾਨਾਂ ਪਾਸੋਂ, ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤੀਆਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿਸ਼ੇ ਉੱਤੇ ਆਪਾਂ ਕੱਲ ਜਿਹੜੀ ਵਿਚਾਰਾਂ ਦੀ ਸਾਂਝ ਕੀਤੀ ਕਿ ਕਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਪੰਚਮ ਗੁਰਦੇਵ ਤੱਕ ਸਤਿਗੁਰੂ ਨੇ ਬਾਣੀ ਦੀ ਸੰਭਾਲ ਕੀਤੀ, ਬਾਣੀ ਉਚਾਰਨ ਕੀਤੀ, ਬਾਣੀ ਨੂੰ ਤਰਤੀਬ ਦਿੱਤੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੀਮਤੀ ਬਾਣੀ ਦਾ ਇਹ ਖਜ਼ਾਨਾ ਕਿਵੇਂ ਇਹਦੇ ਵਿੱਚ ਕੋਈ ਮਿਲਾਪ ਨਾ ਹੋ ਸਕੇ, ਸੁਚੱਜੇ ਢੰਗ ਨਾਲ ਗੁਰੂ ਸਾਹਿਬ ਨੇ ਇਹ ਵੱਡਾ ਪਰਉਪਕਾਰ ਕਰਕੇ ਸਾਡੇ ਤੱਕ ਪਹੁੰਚਾਇਆ ਹੈ। ਆਪਾਂ ਇਸ ਗੱਲ ਦੀ ਵਿਚਾਰ ਜਿਹੜੀ ਕੱਲ ਦੇ ਸਮੇਂ ਵਿੱਚ ਵਿਚਾਰ ਰਹੇ ਸਾਂ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਨੇ ਸਭ ਤੋਂ ਵੱਧ ਆਪਣੀ ਜ਼ਿੰਦਗੀ ਵਿੱਚ ਇਹਨਾਂ ਅੰਮ੍ਰਿਤ ਬਚਨ ਨੂੰ ਹੀ ਕੀਮਤੀ ਜਾਣੇ, ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਸਤਿਗੁਰੂ ਨੇ ਸਮਾਜ ਵੱਲ ਵੇਖਿਆ ਨਾ, ਦੁਨੀਆ ਦੀ ਕੋਈ ਵੀ ਚੀਜ਼ ਅਸੀਂ ਦੇਖਦੇ ਹਾਂ, ਜਿਹੜੀ ਚੀਜ਼ ਜਿਸ ਮਟੀਰੀਅਲ ਤੋਂ ਬਣੀ ਹੋਵੇ, ਜਦੋਂ ਡਿਫੈਕਟਿਵ ਹੋ ਜੇ, ਕੋਈ ਉਹਦੇ ਵਿੱਚ ਕਮੀ ਆ ਜਾਂਦੀ ਹੈ, ਤਾਂ ਉਸ ਬਣੀ ਹੋਈ ਚੀਜ਼ ਨੂੰ ਉਸੇ ਹੀ ਮਟੀਰੀਅਲ ਨਾਲ ਦੁਬਾਰਾ ਸਵਾਰਿਆ ਜਾ ਸਕਦਾ, ਰਿਪੇਅਰ ਕੀਤਾ ਜਾ ਸਕਦਾ। ਆਪਾਂ ਆਮ ਸੰਸਾਰ ਵਿੱਚ ਵਰਤਦੇ ਹਾਂ, ਸਾਡੇ ਕੋਲ ਗੱਡੀਆਂ ਹਨ, ਕਾਰਾਂ ਹਨ, ਅਸੀਂ ਪਹਿਲਾਂ ਮਾਰਕੀਟ ਵਿੱਚ ਦੇਖਦੇ ਦੇ ਪਾਰਟਸ ਕਿੱਥੇ ਮਿਲਣਗੇ। ਜੇ ਕੋਈ ਕਿਸੇ ਵੀ ਫੰਕਸ਼ਨ ਵਿੱਚ ਕੋਈ ਨੁਕਸ ਆਉਂਦਾ ਤੇ ਅਸੀਂ ਉਸੇ ਚੀਜ਼ ਤੋਂ ਉਹਨੂੰ ਰਿਪੇਅਰ ਕਰਾ ਸਕਦੇ ਹਾਂ। ਪੁਰਾਣੇ ਸਮੇਂ ਵਿੱਚ ਲੋਕ ਕੱਚੇ ਘਰਾਂ ਵਿੱਚ ਰਹਿੰਦੇ ਸਨ, ਸਮਾਂ ਕੇ ਬੰਦੇ ਕੋਲ ਅਮੀਰੀ ਆ ਜਾਏ ਤੇ ਉਹ ਚਾਹੇ ਵੀ ਕੱਚੀ ਦੀਵਾਰ ਜਿਹੜੀ ਕੰਧ ਖੁਰ ਰਹੀ ਹੈ, ਮਿੱਟੀ ਦੀ ਜਗ੍ਹਾ ਕਿਸੇ ਸੀਮੈਂਟ ਨਾਲ ਜਾਂ ਹੋਰ ਕਿਸੇ ਮਟੀਰੀਅਲ ਨਾਲ ਰਿਪੇਅਰ ਕਰ ਲਾ, ਤੇ ਐਸਾ ਨਹੀਂ ਹੋ ਸਕਦਾ। ਮਿੱਟੀ ਦੀ ਦੀਵਾਰ ਨੂੰ ਮਿੱਟੀ ਨਾਲ ਹੀ ਰਿਪੇਅਰ ਕੀਤਾ ਜਾ ਸਕਦਾ ਹੈ, ਕੰਕਰੀਟ ਦੀਵਾਰ ਨੂੰ ਕੰਕਰੀਟ ਨਾਲ ਰਿਪੇਅਰ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਨੇ ਦੇਖਿਆ ਕਿ ਇੱਥੇ ਜਿਹੜੀ ਕਮੀ ਆਈ ਹੈ ਨਾ, ਲੋਕਾਂ ਦੇ ਵਿਚਾਰਾਂ ਵਿੱਚ ਆਈ ਹੈ, ਖਿਆਲਾਂ ਵਿੱਚ ਆਈ ਹੈ, ਸੁਭਾਅ ਬਦਲੇ ਨੇ, ਪ੍ਰਕਿਰਤੀ ਵਿੱਚ ਕੋਈ ਬਦਲਾਵ ਨਹੀਂ ਆਇਆ। ਇਤਿਹਾਸ ਦਾ ਪੱਖ ਕਿ ਸਾਡੇ ਸਾਹਮਣੇ ਗੁਰਬਾਣੀ ਦੇ ਸ਼ਬਦ ਵੀ ਹੈ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਸਮੇਤ ਮਥੁਰਾ ਦੀ ਧਰਤੀ ਤੇ ਗਏ ਪ੍ਰਚਾਰ ਦੌਰਾਨ, ਤਾਂ ਉੱਥੋਂ ਉਹਨਾਂ ਦਿਨਾਂ ਵਿੱਚ ਹੋਲੀਆਂ ਦੇ ਦਿਨ ਸਨ। ਬੜੇ ਗੰਦੇ ਢੰਗ ਨਾਲ ਬੜੇ ਗੰਦੇ ਰੂਪ ਵਿੱਚ ਇਸ ਤਿਉਹਾਰ ਲੋਕ ਉੱਥੋਂ ਦੇ ਮਨਾਉਂਦੇ ਸਨ। ਭਾਈ ਮਰਦਾਨਾ ਜੀ ਸਤਿਗੁਰੂ ਨੂੰ ਕਹਿੰਦੇ ਪਾਤਸ਼ਾਹ ਕਹਿਣ ਲਈ ਤੇ ਧਰਤੀ ਜਿਹੜੀ ਹੈ ਇਹ ਅਵਤਾਰੀ ਪੁਰਸ਼ਾਂ ਦੇ ਨਾਂ ਤੇ ਜੋੜੀ ਜਾਂਦੀ ਹੈ। ਫਿਰ ਉੱਥੋਂ ਦੇ ਲੋਕਾਂ ਦਾ ਬਿਹੇਵੀਅਰ ਜਦੋਂ ਦੇਖ ਰਹੇ ਹਾਂ, ਵਿਵਹਾਰ ਦੇਖ ਰਹੇ ਹਾਂ ਇੱਕ ਦੂਜੇ ਨਾਲ, ਜੈਸਾ ਇਹਨਾਂ ਦਾ ਵਰਤਾਰਾ, ਇਹ ਤੇ ਬਹੁਤ ਪਿਛੜ ਚੁੱਕੇ ਨੇ ਔਰ ਪਾਪ ਦੀ ਦੁਨੀਆ ਵਿੱਚ ਕਦਮ ਰੱਖ ਚੁੱਕੇ ਹਨ। ਇਹਦਾ ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਿੱਥੇ ਆਮ ਜਨਤਾ ਨੂੰ ਉਪਦੇਸ਼ ਦਿੱਤਾ, ਉੱਥੇ ਪ੍ਰਮੁੱਖ ਜਿਹੜੇ ਧਰਮ ਦੇ ਆਗੂ ਠੇਕੇਦਾਰ ਸਨ, ਉਹਨਾਂ ਨੂੰ ਜ਼ਰੂਰ ਟਾਰਗੇਟ ਕੀਤਾ, ਕਿਉਂਕਿ ਆਮ ਜਨਤਾ ਤੇ ਹਮੇਸ਼ਾ ਹੀ ਆਗੂਆਂ ਦੇ ਪਿੱਛੇ ਤੁਰਿਆ ਕਰਦੀ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ ਜਦੋਂ ਇਹ ਉਦਾਸੀਆਂ ਕੀਤੀਆਂ, ਪ੍ਰਚਾਰ ਦੌਰੇ ਕੀਤੇ, ਤੇ ਪ੍ਰਮੁੱਖ ਸਥਾਨ ਤੇ ਪ੍ਰਮੁੱਖ ਜਿਹੜੇ ਧਾਰਮਿਕ ਆਗੂ ਸਨ ਉਹਨਾਂ ਨਾਲ ਗੁਰੂ ਸਾਹਿਬ ਭਾਈ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਾ ਜੀ ਮੈਨੂੰ ਕੀ ਪਤਾ, ਆਪਾਂ ਇੱਥੋਂ ਦੇ ਆਗੂ ਜਿਹੜੇ ਆ, ਚੋਬੇ ਦੇ ਪੰਡਿਤ, ਚਾਰ ਵੇਦਾਂ ਦੇ ਗਿਆਤਾ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਨੂੰ ਚੱਲ ਕੇ ਪੁੱਛਦੇ। ਹੁਣ ਗੁਰੂ ਸਾਹਿਬ ਜਦੋਂ ਉਹਨਾਂ ਕੋਲ ਗਏ ਤੇ ਭਾਈ ਮਰਦਾਨਾ ਜੀ ਬੜਾ ਸਵਾਲ ਦੁਹਰਾਇਆ ਵੀ ਲੋਕਾਂ ਦੀ ਬਿਰਤੀ ਇੰਨੀ ਚੰਚਲ ਕਿਉਂ ਹੈ, ਕਿਰਦਾਰ ਕਿਉਂ ਨਾ ਡਿੱਗ ਚੁੱਕੇ ਹੈ ਕਿ ਇੱਕ ਤਿਉਹਾਰ ਨੂੰ ਕਿਸ ਰੂਪ ਵਿੱਚ ਮਨਾ ਰਹੇ। ਤਾਂ ਉਹਨਾਂ ਨੇ ਅੱਗੋਂ ਜਵਾਬ ਦਿੱਤਾ ਵੀ ਇਹਨਾਂ ਲੋਕਾਂ ਦੀ ਬਿਰਤੀ, ਇਹਨਾਂ ਲੋਕਾਂ ਦੀ ਕੋਈ ਕਮੀ ਨਹੀਂ, ਅਸਲ ਵਿੱਚ ਸਮਾਂ ਬਦਲ ਗਿਆ, ਸਮਾਂ ਹੁਣ ਕਲਯੁੱਗ ਦਾ ਆ ਗਿਆ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਇੱਕ ਵਿਗਿਆਨਕ ਢੰਗ ਨਾਲ ਸਵਾਲ ਜਵਾਬ ਕੀਤਾ, ਜਿਹਦਾ ਪ੍ਰੂਫ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਨੂੰ ਕਹਿੰਦੇ ਵੀ ਤੁਸੀਂ ਦੱਸ ਸਕਦੇ ਹੋ ਸਮਾਂ ਕਿਵੇਂ ਬਦਲਿਆ, ਕਿ ਜਿਹੜਾ ਚੰਦਰਮਾ ਤੁਹਾਡੇ ਅਨੁਸਾਰ ਸਤਯੁਗ ਵਿੱਚ, ਤ੍ਰੇਤੇ ਵਿੱਚ ਜਾਂ ਦੁਆਪਰ ਵਿੱਚ ਚੱਲਦਾ ਸੀ, ਉਹਦੇ ਵਿੱਚ ਕੋਈ ਫਰਕ ਆਇਆ? ਜਾਂ ਜੋ ਸੂਰਜ ਉਸ ਵੇਲੇ ਟਿਮਟਿਮਾਉਂਦਾ ਸੀ, ਜੋ ਤਾਰੇ ਉਸ ਵੇਲੇ ਟਿਮਟਿਮਾਉਂਦੇ ਸਨ, ਕਿ ਉਹ ਅੱਜ ਬਦਲ ਗਏ ਨੇ, ਉਹਨਾਂ ਵਿੱਚ ਕੋਈ ਬਦਲਾਵ ਆਇਆ? ਜਿਸ ਧਰਤੀ ਤੇ ਅਸੀਂ ਜਿਉਂਦੇ ਹਾਂ, ਕਿ ਧਰਤੀ ਵਿੱਚ ਕੋਈ ਬਦਲਾਵ, ਚੇਂਜ ਹੈ? ਉਹਨਾਂ ਸਾਰਿਆਂ ਨੇ ਜਵਾਬ ਦਿੱਤਾ, ਪਾਤਸ਼ਾਹ ਇਹਦੇ ਵਿੱਚ ਤੇ ਕੋਈ ਬਦਲਾਵ ਨਹੀਂ।
ਸਤਿਗੁਰੂ ਨੇ ਸ਼ਬਦ ਗੁਰਬਾਣੀ ਵਿੱਚ ਬਿਆਨ ਕੀਤਾ, ਸੋਈ ਚੰਦ ਚੜ੍ਹੇ ਸਿਤਾਰੇ, ਸੇ ਦਨੀਅਰ ਤਪਤ ਰਹਿ, ਧਰਤੀ ਸਭ ਪਉ ਝੁਲਾਰੇ, ਜੁਗ ਜੀ ਖੇਲੇ ਤਾਂ ਹਮ ਕੈਸੇ। ਸਤਿਗੁਰੂ ਕਹਿੰਦੇ ਫਿਰ ਇਵੇਂ ਕਲਯੁਗ ਨਹੀਂ ਵਾਪਰਦਾ। ਮੈਂ ਤੁਹਾਨੂੰ ਦੱਸਦਾ ਕਲਯੁਗ ਕਦੋਂ ਵਾਪਰਦਾ। ਹੋਵੇ ਪ੍ਰਵਾਣਾ ਕਰੇ ਢਿੰਗਾਣਾ ਕਲ ਲੱਖਣ ਵਿੱਚ, ਜਦੋਂ ਮਨੁੱਖ ਦੇ ਵਿਚਾਰ ਬਦਲ ਜਾਣ, ਜਦੋਂ ਮਨੁੱਖ ਦੀ ਸੋਚਣੀ ਬਦਲ ਜੇ, ਜਦੋਂ ਮਨੁੱਖ ਦਾ ਕਿਰਦਾਰ ਡਿੱਗ ਜਾਏ, ਫਿਰ ਭਾਵੇਂ ਬੰਦਾ ਸਤਯੁਗ ਵਿੱਚ ਹੈ, ਉਹ ਬਿਰਤੀ ਕਰਕੇ ਫਿਰ ਵੀ ਕਲਯੁਗ ਵਿੱਚ ਜੀ ਰਿਹਾ। ਇਸ ਲਈ ਗੁਰਦੇਵ ਪਿਤਾ ਮਹਾਰਾਜ ਦੇ ਘਰ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਣੀ ਵਿੱਚ ਵੀ ਇਸ ਗੱਲ ਨੂੰ ਕੋਟ ਕੀਤਾ ਹੈ ਕਿ ਜਿਹੜੀ ਚੀਜ਼ ਜਿਸ ਮਟੀਰੀਅਲ ਤੋਂ ਬਣੀ ਹੈ, ਰਿਪੇਅਰ ਨੂੰ ਉਹਦੇ ਨਾਲ ਹੀ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਨੇ ਵਿਚਾਰ ਦਿੱਤੇ, ਤੇ ਵਿਚਾਰ ਕਾਹਦੇ ਰੂਪ ਵਿੱਚ ਦਿੱਤੇ? ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਰੂਪ ਵਿੱਚ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਰੋਜ਼ ਤੁਸੀਂ ਪੜ੍ਹਦੇ ਹੋ, ਏਸ ਨੋ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀ। ਹੋਰ ਕੋਈ ਥਾਂ ਟਿਕਾਣਾ ਨਹੀਂ। ਸ਼ਬਦ ਇੱਕ ਐਸਾ ਹੈ ਜਿਹੜਾ ਵਿਚਾਰਾਂ ਨੂੰ ਬਦਲ ਸਕਦਾ। ਵਿਚਾਰ ਹੀ ਵਿਚਾਰਾਂ ਨੂੰ ਬਦਲ ਸਕਦਾ। ਔਰ ਜਦੋਂ ਵਿਚਾਰ ਬਦਲਦੇ ਨੇ, ਮਨੁੱਖ ਦੀ ਸਮੁੱਚੀ ਜ਼ਿੰਦਗੀ ਬਦਲ ਜਾਂਦੀ ਹੈ। ਉੱਠਣਾ ਬਹਿਣਾ ਖਲੋਣਾ, ਲੋਕਾਂ ਨਾਲ ਗੱਲ ਕਰਨ ਦਾ ਤਰੀਕਾ, ਸਭ ਕੁਝ ਚੇਂਜ ਹੋ ਜਾਂਦਾ, ਬਦਲ ਜਾਂਦਾ। ਆਪਾਂ ਆਮ ਆਪਣੀ ਜ਼ਿੰਦਗੀ ਵਿੱਚ ਸ਼ਬਦ ਕਹਿੰਦੇ ਵੀ ਫਲਾਣਾ ਬੰਦਾ ਬੜਾ ਬਦਲ ਗਿਆ। ਕੀ ਉਹਦਾ ਨੈਣ ਨਕਸ਼ ਬਦਲਿਆ? ਉਹਦਾ ਹੋਰ ਕੋਈ ਢੰਗ ਬਦਲਿਆ? ਬਦਲਣ ਦਾ ਅਰਥ ਹੈ ਉਹਦਾ ਬਿਹੇਵੀਅਰ ਬਦਲ ਗਿਆ, ਚੇਂਜ ਹੋ ਗਿਆ, ਵਿਚਾਰ ਬਦਲ ਗਏ ਨੇ। ਕਿਸੇ ਵੇਲੇ ਗੁੱਸਾ ਕਰਦਾ ਸੀ, ਅੱਜ ਨਿਮਰਤਾ ਵਿੱਚ ਜੀਵਨ ਬਸਰ ਕਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਗੁਰਬਾਣੀ, ਇਹ ਸਾਡੇ ਵਿਚਾਰਾਂ ਨੂੰ ਬਦਲਣ ਵਾਸਤੇ ਹੀ ਸਤਿਗੁਰੂ ਨੇ ਕੀਮਤ ਦਾਤ ਸਾਡੀ ਝੋਲੀ ਪਾਈ ਕਿ ਜਿਹੜੀਆਂ ਮਾੜੀਆਂ ਆਦਤਾਂ ਨੇ ਨਾ, ਉਹ ਸਾਡੇ ਜੀਵਨ ਵਿੱਚੋਂ ਨਿਕਲ ਜਾਣ। ਜਿਵੇਂ ਸਤਿਗੁਰੂ ਗੁਰਬਾਣੀ ਵਿੱਚ ਬੜਾ ਕੀਮਤੀ ਉਪਦੇਸ਼ ਦਿੰਦੇ ਨੇ ਕਿ ਸੁਖੀ ਜੀਵਨ ਜਿਉਣ ਵਾਸਤੇ ਕੁਝ ਸਾਨੂੰ ਅੰਦਰੋਂ ਬਾਹਰ ਕੱਢਣਾ ਪਏਗਾ ਤੇ ਕੁਝ ਅੰਦਰ ਪਾਉਣਾ ਪਏਗਾ। ਇੱਕ ਸ਼ਬਦ ਬੜਾ ਕੀਮਤੀ ਬਾਣੀ ਵਿੱਚ ਕਹਿੰਦੇ, ਪੰਚ ਮਨਾਏ ਪੰਚ ਰੁਸਾਏ ਪੰਚ ਵਸਾਏ, ਇਨ ਵਿਦ ਨਗਰ ਬੁੱਠਾ ਮੇਰੇ ਭਾਈ। ਕਿ ਪੰਜ ਵਿਕਾਰ ਬਾਹਰ ਕੱਢਣੇ, ਪੰਜ ਚੰਗੇ ਗੁਣ ਹਿਰਦੇ ਵਿੱਚ ਵਸਾਉਣੇ, ਮਾੜੀਆਂ ਆਦਤਾਂ ਨੂੰ ਛੱਡ ਦੇਣਾ, ਚੰਗੀਆਂ ਆਦਤਾਂ ਜੀਵਨ ਦਾ ਹਿੱਸਾ ਬਣਾ ਲੈਣੀਆਂ, ਚੰਗਾ ਸੁਭਾਅ ਕਿਰਦਾਰ ਦਾ ਹਿੱਸਾ ਬਣਾ ਲੈਣਾ। ਇਹ ਇਸ ਢੰਗ ਨਾਲ ਹੀ ਸਾਡਾ ਜੀਵਨ ਜਿਹੜਾ ਇਹ ਸੁਖੀ ਹੋ ਸਕਦਾ ਹੈ, ਖੇੜੇ ਵਿੱਚ ਆ ਸਕਦਾ। ਤੇ ਵਿਚਾਰਾਂ ਦਾ ਜਿਹੜਾ ਸੰਗ੍ਰਹਿ ਹੈ, ਇਹ ਗੁਰੂ ਗ੍ਰੰਥ ਸਾਹਿਬ ਹੈ। ਮੈਂ ਵਾਰ-ਵਾਰ ਬੇਨਤੀ ਕਰਦਾ, ਅੱਜ ਜਿਸ ਰੂਪ ਵਿੱਚ ਸਤਿਗੁਰੂ ਨੇ ਬਾਣੀ ਦਾ ਖਜ਼ਾਨਾ ਸਾਨੂੰ ਦਿੱਤਾ ਸੀ, ਉਸ ਰੂਪ ਵਿੱਚ ਇਹਨੂੰ ਵਰਤਿਆ ਨਹੀਂ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦੇ ਰੂਪ ਵਿੱਚ ਵਰਤਿਆ। ਜਿਵੇਂ ਪੁਜਾਰੀ ਪਹਿਲਾਂ ਵੀ ਮੰਦਿਰ ਵਿੱਚ ਰੱਖ ਕੇ ਮੂਰਤੀ ਨੂੰ ਪੂਜਦਾ ਸੀ, ਮੈਨੂੰ ਖਿਮਾ ਕਰਿਓ, ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਅਸੀਂ ਇਕੱਲਾ ਗੁਰਦੁਆਰੇ ਵਿੱਚ ਪੂਜ ਰਹੇ ਹਾਂ, ਮੱਥਾ ਟੇਕ ਰਹੇ ਤੇ ਪਰਿਕਰਮਾ ਕਰ ਰਹੇ ਹਾਂ। ਤੇ ਬਸ ਜਦੋਂ ਵਾਰੀ ਆਉਂਦੀ ਸ਼ਰਧਾ ਦੀ, ਸੀ ਕੀਮਤੀ ਤੋਂ ਕੀਮਤੀ ਰੁਮਾਲੇ ਗੁਰੂ ਸਾਹਿਬ ਨੂੰ ਭੇਟਾ ਕਰਦੇ। ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ, ਰੁਮਾਲਾ ਵੀ ਚਾਹੀਦਾ ਹੈ, ਸਭ ਕੁਝ। ਪਰ ਜਦੋਂ ਅਸੀਂ ਵਿਚਾਰ ਤੋਂ ਹੀਣੇ ਹੋ ਕੇ ਕੱਲੀਆਂ ਇਹਨਾਂ ਗੱਲਾਂ ਦੇ ਪਿੱਛੇ ਹੀ ਨਿਰੰਤਰ ਦੌੜੇ ਜਾ ਰਹੇ, ਚਾਹੀਦਾ ਤੇ ਇਹ ਸੀ ਕੱਲਾ ਪੂਜਣ ਦੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਮੰਨਦੇ, ਵਿਚਾਰ ਨੂੰ ਮੰਨਦੇ। ਤੇ ਵਿਚਾਰ ਮੰਨਣ ਦੀ ਨੌਬਤ ਉਦੋਂ ਆਉਣੀ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਮਝਣ ਵਿੱਚ ਸਮਰੱਥ ਹੋ ਸਕਦੇ। ਸੋ ਇਸ ਵਾਸਤੇ ਸਤਿਗੁਰੂ ਨੇ ਇਹ ਰਹਿਮਤ ਕੀਤੀ ਕਿ ਚੰਗੇ ਖਿਆਲਾਂ ਦਾ ਸੰਗ੍ਰਹਿ, ਵਿਚਾਰਾਂ ਦਾ ਸੰਗ੍ਰਹਿ, ਔਰ ਕੱਲਾ ਆਪਣਾ ਹੀ ਨਹੀਂ, ਇਹ ਇੱਕ ਪ੍ਰੈਕਟੀਕਲ ਰੂਪ ਵਿੱਚ ਜਿਹੜੀ ਗੱਲ ਆਪਾਂ ਕੱਲ ਸਾਂਝੀ ਕੀਤੀ ਸੀ ਕਿ ਉਹਨਾਂ ਭਗਤਾਂ ਨੂੰ ਥਾਂ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ, ਜਿਨ੍ਹਾਂ ਨੂੰ ਕੱਲੇ ਸਰੀਰ ਕਰਕੇ ਲੋਕਾਂ ਨੇ ਵਰਨ ਵੰਡ ਵਿੱਚ, ਜ਼ਾਤ ਬਰਾਦਰੀ ਦੇ ਵਿਤਕਰੇ ਵਿੱਚ ਵੰਡ ਦਿੱਤਾ, ਮੰਦਿਰਾਂ ਵਿੱਚੋਂ ਧਾਰਮਿਕ ਅਸਥਾਨਾਂ ਚੋਂ ਧੱਕੇ ਮਾਰੇ, ਉਹਨਾਂ ਦੀ ਕਿਰਤ ਨੂੰ ਦੇਖ ਦੇਖ ਕੇ ਉਹਨਾਂ ਨੂੰ ਦੁਰਕਾਰਿਆ। ਧੰਨ ਗੁਰੂ ਨਾਨਕ ਪਿਤਾ ਮਹਾਰਾਜ ਦੇ ਘਰ ਨੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਗਲੇ ਲਾਇਆ, ਤੇ ਕੀਮਤੀ ਵਿਚਾਰ ਉਹਨਾਂ ਦੇ ਹੋਣ ਕਰਕੇ ਉਹਨਾਂ ਨੂੰ ਬਹੁਤ ਵੱਡਾ ਮਾਣ, ਔਰ ਇੰਨਾ ਮਾਣ ਕਿ ਆਪਣੇ ਬਰਾਬਰ ਦਾ ਮਾਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੇ ਘਰ ਨੇ ਦਿੱਤਾ ਹੈ। ਇਤਿਹਾਸਕ ਪੱਖ ਤੋਂ ਆਪਾਂ ਕੱਲ ਵਿਚਾਰ ਸਾਂਝੀ ਕੀਤੀ ਸੀ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ 15 ਭਗਤ, 3 ਗੁਰਸਿੱਖ, 11 ਭੱਟਾਂ ਦੀ ਬਾਣੀ ਤੇ 5 ਗੁਰੂ ਸਾਹਿਬ ਦੀ ਬਾਣੀ ਉਸ ਵੇਲੇ ਤੱਕ, 30 ਰਾਗ। ਕਿਉਂਕਿ ਆਪਾਂ ਪਿਛਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਵਿਚਾਰ ਸਾਂਝੀ ਕਰ ਚੁੱਕੇ ਸਾਂ ਕਿ ਇੱਕ ਰਾਗ, ਨਵਾਂ ਰਾਗ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਗਾਇਆ, ਉਸ ਰਾਗ ਵਿੱਚ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅਖੀਰ ਵਿੱਚ ਹੈ ਰਾਗ ਜੈਜਾਬੰਦੀ। ਉਸ ਤੋਂ ਪਹਿਲਾਂ 30 ਰਾਗ ਸਨ ਤੇ ਅਖੀਰਲਾ ਰਾਗ ਸੀ ਪ੍ਰਭਾਤੀ। ਇਹ ਵੀ ਇੱਕ ਐਸੀ ਵਿਡੰਬਣਾ ਹੈ ਕਿ ਜਿਹੜਾ ਸ੍ਰੀ ਰਾਗ ਹੈ ਨਾ, ਉਹਦੇ ਗਾਉਣ ਦਾ ਰਾਤ ਦਾ ਪਹਿਲਾ ਪਹਿਰ ਹੈ। ਜਦੋਂ ਰਾਤ ਦਾ ਸਮਾਂ ਸ਼ੁਰੂ ਹੁੰਦਾ ਹੈ, ਸ੍ਰੀ ਰਾਗ ਦੇ ਗਾਉਣ ਦਾ ਜਿਹੜਾ ਸਮਾਂ ਹੈ ਉਹ ਪਹਿਲਾ ਪਹਿਰ ਹੈ। ਤੇ ਪ੍ਰਭਾਤੀ ਜਿਹੜਾ ਰਾਗ 30ਵਾਂ ਰਾਗ ਸੀ, ਅਖੀਰਲਾ ਰਾਗ ਉਸ ਵੇਲੇ ਤੱਕ, ਉਹਦੇ ਗਾਉਣ ਦਾ ਸਮਾਂ ਅੰਮ੍ਰਿਤ ਵੇਲੇ ਦਾ। ਇੱਕ ਪ੍ਰਤੀਕ ਦੇ ਦਿੱਤਾ ਗੁਰੂ ਸਾਹਿਬ ਨੇ
ਕਿ ਸਾਡੀ ਜ਼ਿੰਦਗੀ ਅਗਿਆਨਤਾ ਦੇ ਹਨੇਰੇ ਵਿੱਚੋਂ ਗੁਜ਼ਰ ਰਹੀ ਹੈ। ਸ਼ੁਰੂਆਤ ਹੈ ਜੋ ਜੋ ਅਸੀਂ ਰਾਗਬੱਧ ਬਾਣੀ ਨੂੰ ਪੜ ਰਹੇ ਹਾਂ, ਸਮਝ ਰਹੇ ਹਾਂ, ਵਿਚਾਰ ਰਹੇ ਹਾਂ, ਕਿਰਦਾਰ ਵਿੱਚ ਉਹਨਾਂ ਗੁਣਾਂ ਨੂੰ ਕਮਾ ਰਹੇ ਹਾਂ, ਤੇ ਅਸੀਂ ਚਾਨਣ ਵਾਲੇ ਪਾਸੇ ਤੁਰਦੇ ਜਾ ਰਹੇ ਹਾਂ। ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ। ਪ੍ਰਭਾਤ ਆ ਜਾਏਗਾ, ਅੰਮ੍ਰਿਤ ਵੇਲਾ ਹੋ ਜਾਏਗਾ, ਜ਼ਿੰਦਗੀ ਜਿਹੜੀ ਹੈ ਚਾਨਣ ਵਿੱਚ ਆ ਜਾਏਗੀ, ਹਨੇਰਾ ਅਗਿਆਨਤਾ ਦਾ ਮਿਟ ਜਾਏਗਾ। ਜਿੱਦਣ ਹਨੇਰਾ ਮਿਟ ਗਿਆ ਤੇ ਸਾਡੇ ਸਾਹਮਣੇ ਸਭ ਕੁਝ ਕਲੀਅਰ ਹੋਣਾ। ਅਸੀਂ ਫਿਰ ਪਖੰਡਵਾਦ ਤੋਂ ਬਚ ਜਾਵਾਂਗੇ। ਕੀਮਤੀ ਜਿਹੜਾ ਜੀਵਨ ਰੂਪ ਵਿੱਚ ਸਮਾਂ ਪ੍ਰਾਪਤ ਹੋਇਆ, ਇਹ ਸਾਡਾ ਇਵੇਂ ਲੰਘੇਗਾ ਨਹੀਂ ਜਿੱਦਾਂ ਕਿਸੇ ਬੰਦੇ ਨੇ ਪਾਣੀ ਵਿੱਚ ਮਧਾਣੀ ਪਾਈ ਹੋਵੇ, ਰਿੜਾ ਕਰਿਆ, ਵਿੱਚੋਂ ਕੁਝ ਵੀ ਨਹੀਂ ਪ੍ਰਾਪਤ ਹੋ ਰਿਹਾ। ਫਿਰ ਸਾਨੂੰ ਦੁੱਧ ਤੇ ਪਾਣੀ ਵਿੱਚ ਫਰਕ ਜਿਹੜਾ ਉਹ ਸਾਫ਼ ਨਜ਼ਰ ਆ ਜਾਏਗਾ। ਚਾਨਣ ਤੇ ਹੈ ਹੀ ਐਸੀ ਚੀਜ਼ ਜਿਹੜੇ ਪ੍ਰਤੱਖ ਰੂਪ ਵਿੱਚ ਦਿਖਾ ਦਿੰਦਾ। ਹਨੇਰਾ ਹੋਵੇ ਘਰ ਵਿੱਚ, ਕੀਮਤੀ ਚੀਜ਼ਾਂ ਵੀ ਘਰ ਵਿੱਚ ਪਈਆਂ ਹੋਈਆਂ, ਪਰ ਸਾਡੇ ਕਿਸੇ ਕੰਮ ਦੀਆਂ ਨਹੀਂ, ਕਿਉਂਕਿ ਹਨੇਰੇ ਕਾਰਨ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਬਣਾ ਪਾ ਰਹੇ। ਇਸ ਵਾਸਤੇ ਜਿਹੜੇ ਰਾਗ ਵਰਤੇ, ਉਹਨਾਂ ਦੀ ਤਰਤੀਬ ਵੀ ਗੁਰੂ ਸਾਹਿਬ ਨੇ ਐਸੀ ਦਿੱਤੀ। ਔਰ ਮੈਂ ਤੇ ਹੈਰਾਨ ਹੁੰਦਾ ਕਈ ਵਾਰ, ਜਿਹੜੇ ਗੁਰੂ ਨਾਨਕ ਸਾਹਿਬ ਨੇ 19 ਰਾਗ ਵਰਤੇ ਨੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਵਿੱਚੋਂ 2 ਰਾਗ ਹੀ ਸਿਰਫ ਐਸੇ ਨੇ ਜਿਨ੍ਹਾਂ ਦਾ ਸਮਾਂ ਦਿਨ ਦੇ ਵੇਲੇ ਗਾਉਣ ਦਾ ਹੈ। ਬਾਕੀ ਸਾਰੇ ਰਾਗ ਸਵੇਰੇ ਸ਼ਾਮ ਦੇ। ਐਸੀ ਬਣਤਰ ਦਿੱਤੀ ਵੀ ਦਿਨ ਵਿੱਚ ਬੰਦਾ ਆਪਣੀ ਕਿਰਤਕਾਰ ਕਰੇ, ਸਵੇਰੇ ਸ਼ਾਮ ਗੁਰਬਾਣੀ ਪੜ੍ਹ ਕੇ ਗੁਰਬਾਣੀ ਤੋਂ ਸੰਦੇਸ਼ ਲੈ। ਅੱਜ ਜਿਹੜੀ ਗੱਲ ਆਪਾਂ ਕਰਦੇ ਨਾ, ਗੁਰੂ ਨਾਨਕ ਸਾਹਿਬ ਦੇ 3 ਪ੍ਰਮੁੱਖ ਉਪਦੇਸ਼ ਨੇ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਕਿਰਤ ਨੂੰ ਸਭ ਤੋਂ ਪਹਿਲ ਦਿੱਤੀ। ਅੱਜ ਤੁਸੀਂ ਦੇਖੋ ਧਾਰਮਿਕ ਦੁਨੀਆ ਵਿੱਚ ਜਿੰਨੀ ਵੀ ਪੁਜਾਰੀਆਂ ਦੀ ਪੂਜਾ ਹੋ ਰਹੀ, ਧਾਰਮਿਕ ਲਾਣੇ ਦੀ ਪੂਜਾ ਹੋ ਰਹੀ, ਸਾਰੇ ਵਿਹਲੇ ਬੈਠੇ ਹੋਏ ਨੇ ਔਰ ਲੋਕਾਂ ਦਾ ਧਾਨ, ਪੂਜਾ ਦਾ ਧਾਨ ਜਿਹੜਾ ਉਹ ਵਰਤ ਰਿਹਾ ਹੈ। ਤੇ ਗੁਰੂ ਨਾਨਕ ਸਾਹਿਬ ਦੇ ਪਹਿਲੇ ਉਪਦੇਸ਼ ਤੋਂ ਹੀ ਥਿੜਕੇ ਹੋਏ, ਜਿਨ੍ਹਾਂ ਨੂੰ ਅਸੀਂ ਧਰਮ ਦੇ ਆਗੂ ਮੰਨ ਕੇ ਬੈਠੇ ਹੋਏ। ਪਰ ਗੁਰੂ ਸਾਹਿਬ ਤੇ ਆਪ ਇਹ ਸਾਨੂੰ ਸੰਦੇਸ਼ ਦਿੰਦੇ ਨੇ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ। ਭਾਈ ਗੁਰਦਾਸ ਜੀ ਨੇ ਜਿਹੜੀ ਗੱਲ ਲਿਖੀ। ਵੈਸੇ ਕਈ ਵਾਰ ਦੇਖੀਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਲੋਕਾਂ ਦੇ ਘਰਾਂ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਮੂਰਤੀ ਪੂਜਾ, ਤਸਵੀਰ ਪੂਜਾ ਦੀ ਬਿਲਕੁਲ ਵਿਰੋਧਤਾ ਕਰਦੀ ਵਿਚਾਰਧਾਰਾ। ਪਰ ਤੁਸੀਂ ਦੇਖੋਗੇ ਵੈਸੇ ਘਰਾਂ ਵਿੱਚ ਜਿਹੜੀਆਂ ਫੋਟੋਆਂ ਵੀ ਅੱਜ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ ਗਈਆਂ ਨਾ, ਉਹਨਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਉਹੀ ਤਸਵੀਰ ਹੈ ਜਿਹਦੇ ਵਿੱਚ ਸਤਿਗੁਰੂ ਦੇ ਅੱਗੇ ਰੰਗ ਬਿਰੰਗੇ ਫਰੂਟ ਪਏ ਹੋਏ ਨੇ। ਪੋਸ਼ਾਕ ਐਸੀ ਪਵਾਈ ਵਿੱਚ ਕਿ ਸਤਿਗੁਰੂ ਨੇ ਸ਼ਾਇਦ ਘਰੋਂ ਬਾਹਰ ਕਦੇ ਕਦਮ ਹੀ ਨਾ ਪਾਇਆ ਹੋਵੇ। ਇੱਕ ਪਾਸੇ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਪੇਸ਼ ਕਰਦੇ ਨੇ ਕਿ ਰੇਤ ਅਕ ਆਹਾਰ ਕਰ, ਰੋੜਾਂ ਦੀ ਕੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਵੱਡਾ ਪਹਾਗਾਰ ਸੀ ਬਣਿਆ। ਪੁਰਾਣੇ ਸਮੇਂ ਵਿੱਚ ਇੱਕ ਤਸਵੀਰ ਹੋਰ ਗੁਰੂ ਨਾਨਕ ਸਾਹਿਬ ਦੀ ਲੋਕਾਂ ਦੇ ਘਰ ਵਿੱਚ ਲੱਗੀ ਹੁੰਦੀ ਸੀ, ਉਹ ਸੀ ਕਿ ਗੁਰੂ ਸਾਹਿਬ ਹਲ ਵਾਹ ਰਹੇ। ਅੱਜ ਕੱਲ੍ਹ ਉਹ ਤਸਵੀਰਾਂ ਅਲੋਪ ਹੋ ਗਈਆਂ। ਕਾਰਨ ਕੀ? ਜਦੋਂ ਧਾਰਮਿਕ ਆਗੂ ਨੂੰ ਆਮ ਲੋਕ ਇਹ ਸਵਾਲ ਕਰਨਗੇ ਵੀ ਗੁਰੂ ਨਾਨਕ ਸਾਹਿਬ ਤਾਂ ਆਪ ਕਿਰਤ ਕਰਦੇ ਹੋਏ ਦਿਖਾਏ ਜਾ ਰਹੇ ਨੇ ਤਸਵੀਰ ਵਿੱਚ, ਪਰ ਅੱਜ ਦਾ ਧਾਰਮਿਕ ਬੰਦਾ ਜਿਹੜਾ ਅਖਵਾਉਂਦਾ ਉਹ ਕਿਰਤ ਨੂੰ ਹੱਥ ਨਹੀਂ ਲਾਉਂਦਾ। ਇਸ ਕਰਕੇ ਉਹ ਤਸਵੀਰਾਂ ਹੀ ਅਲੋਪ ਕਰ ਦਿੱਤੀਆਂ ਗਈਆਂ। ਖੈਰ, ਇਹ ਇੱਕ ਵੱਖਰੀ ਵਿਚਾਰ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਸਤਿਗੁਰੂ ਦੇ ਜੀਵਨ ਦਾ ਸਭ ਤੋਂ ਕੀਮਤੀ ਜੇ ਖਜ਼ਾਨਾ ਸਾਡੇ ਕੋਲ ਕੁਝ ਹੈ ਤਾਂ ਉਹ ਸਤਿਗੁਰੂ ਦੀ ਵਿਚਾਰ ਹੈ। ਔਰ ਵਿਚਾਰ ਜਿੱਥੇ ਦਿੱਤੀ ਉੱਥੇ ਪ੍ਰੈਕਟੀਕਲ ਜੀਵਨ ਗੁਰੂਦੇਵ ਜੀ ਦਾ ਇਸ ਵਿਚਾਰ ਦੇ ਅਕੋਰਡਿੰਗ ਜਿਹੜਾ ਜੀਵਿਆ ਸਤਿਗੁਰੂ ਨੇ ਸਾਡੇ ਸਾਹਮਣੇ ਪਿਆ ਹੋਇਆ। ਸੋ ਆਪਾਂ ਗੱਲ ਕਰ ਰਹੇ ਸਾਂ ਕਿ 30 ਰਾਗ ਉਸ ਵੇਲੇ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਨ੍ਹਾਂ ਵਿੱਚ ਸਤਿਗੁਰੂ ਨੇ ਦਰਜ ਕੀਤੀ। ਭਾਈ ਗੁਰਦਾਸ ਜੀ ਨੂੰ ਲਾ ਕੇ ਰਾਮਸਰ ਸਰੋਵਰ ਹੈ ਇੱਕ, ਅੰਮ੍ਰਿਤਸਰ ਦੀ ਧਰਤੀ ਤੇ 5 ਸਰੋਵਰ ਨੇ, ਸੰਤੋਖਸਰ, ਵਿਵੇਕਸਰ, ਕੌਲਸਰ, ਰਾਮਸਰ। ਇਹਨਾਂ ਸਰੋਵਰਾਂ ਵਿੱਚੋਂ ਰਾਮਸਰ ਜਿਹੜਾ ਸਰੋਵਰ ਹੈ, ਉਸ ਸਰੋਵਰ ਦੇ ਕੰਢੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਨੇ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਚੀ ਬਾਣੀ ਦਾ ਖਜ਼ਾਨਾ ਇਕੱਤਰ ਕੀਤਾ। ਇਹਦੇ ਵਿੱਚ ਹੁਣ ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਕੋਈ ਜਦੋਂ ਕਲਮ ਚੁੱਕਦਾ ਤੇ ਜੋ ਮਰਜ਼ੀ ਲਿਖ ਕੇ ਪੁਸਤਕ, ਕਿਤਾਬ ਦੇ ਰੂਪ ਵਿੱਚ ਸੰਸਾਰ ਦੇ ਸਾਹਮਣੇ ਪੇਸ਼ ਕਰਦੇ ਨੂੰ ਕੋਈ ਪੁੱਛਣ ਵਾਲਾ ਨਹੀਂ, ਜਾਂ ਕੋਈ ਕੁਝ ਵੀ ਸਟੇਜ ਤੋਂ ਬੋਲ ਰਿਹਾ ਦੀ ਕੋਈ ਸਵਾਲ ਜਵਾਬ ਕੋਈ ਇਹਨੂੰ ਪੁੱਛਣ ਵਾਲਾ ਨਹੀਂ ਹੈ। ਇਹ ਪਹਿਲਾਂ ਵੀ ਤਰਾਸਦੀ ਰਹੀ, ਅੱਜ ਵੀ। ਤੇ ਬਹੁਤੇ ਕਈ ਲਿਖਾਰੀਆਂ ਨੇ ਇਹ ਵੀ ਲਿਖ ਮਾਰਿਆ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਰਾਮਸਰ ਸਰੋਵਰ ਦੇ ਕੰਢੇ ਬੈਠ ਕੇ ਇਹ ਬਾਣੀ ਲਿਖਾਉਂਦੇ ਨੇ ਤੇ ਸੂਖਸ਼ਮ ਰੂਪ ਵਿੱਚ ਉਸ ਵੇਲੇ ਭਗਤ ਜਿਹੜੇ ਸੀ, ਜਿਹੜੇ ਸੰਸਾਰ ਤੋਂ ਜਾ ਚੁੱਕੇ, ਪ੍ਰਗਟ ਹੋਏ, ਉਹਨਾਂ ਨੇ ਆਪਣੀ ਬਾਣੀ ਲਿਖਵਾਈ। ਇਹ ਗੱਲ ਆਪਾਂ ਪਹਿਲਾਂ ਕਲੀਅਰ ਕਰ ਚੁੱਕੇ ਹਾਂ। ਤੇ ਭਗਤ ਬਾਣੀ ਦੇ ਸੰਬੰਧ ਵਿੱਚ ਹੋਰ ਵੀ ਆਪਾਂ ਵਿਚਾਰਾਂ ਸਾਂਝੀਆਂ ਕਰ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਆਪ ਉਦਾਸੀਆਂ ਦੇ ਦੌਰਾਨ ਇਹ ਬਾਣੀ ਕਲੈਕਟ ਕੀਤੀ, ਸਮੁੱਚੀ ਬਾਣੀ ਨੂੰ ਇਕੱਤਰ ਕੀਤਾ, ਆਪਣੀ ਪੋਥੀ ਵਿੱਚ ਸੰਭਾਲਿਆ। ਤੇ ਐਸੀ ਵਿਚਾਰ ਦਾ ਕੋਈ ਮਤਲਬ ਹੀ ਨਹੀਂ ਬਣਦਾ, ਔਰ ਨਾ ਹੀ ਸਤਿਗੁਰੂ ਦਾ ਘਰ ਐਸੀ ਵਿਚਾਰਾਂ ਉੱਤੇ ਵਿਸ਼ਵਾਸ ਰੱਖਦਾ ਹੈ। ਪਾਤਸ਼ਾਹ ਮਹਾਰਾਜ ਸਾਰਾ ਕੁਝ ਸਾਨੂੰ ਲੌਜਿਕ ਦੇ ਰਹੇ ਨੇ, ਪ੍ਰੈਕਟੀਕਲ ਰੂਪ ਵਿੱਚ ਸਤਿਗੁਰੂ ਨੇ ਜੀਵਨ ਜੀ ਕੇ ਸਾਡੀ ਝੋਲੀ ਪਾਏ।
ਤੇ ਦੂਜੀ ਗੱਲ, ਜਦੋਂ ਗੁਰਬਾਣੀ ਵਿੱਚ ਭਗਤਾਂ ਦੀ ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆਪਾਂ ਤੇ ਉਹਦੀ ਬਿਲਕੁਲ ਇਕਸਾਰਤਾ ਆਪਣੇ ਆਪ ਪ੍ਰਗਟ ਹੋ ਜਾਂਦੀ। ਤੁਸੀਂ ਭਗਤਾਂ ਦੀ ਬਾਣੀ ਪੜ੍ਹ ਕੇ ਵੇਖੋ ਤੇ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ, ਕਿਤੇ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਤੇ ਗੁਰੂ ਸਾਹਿਬ ਦੀ ਬਾਣੀ ਇਕੱਠੀ ਵੀ ਦਰਜ ਹੋਈ ਹੈ। ਉਹਦਾ ਕਾਰਨ ਇਹ ਹੋਇਆ, ਜਿੱਥੇ ਕਿਤੇ ਭਗਤਾਂ ਨੇ ਬਹੁਤ ਗੁੱਝੀ ਗੱਲ ਕੀਤੀ, ਜਿੱਦਾਂ ਇੱਕ ਵਿਦਵਾਨ ਬੰਦਾ ਕੋਈ ਰਮਜ ਖਾਸ ਤੌਰ ਤੇ ਕੋਈ ਕਵਿਤਾ ਲਿਖਦਾ ਹੋਵੇ, ਇੱਕ ਰਮਜ ਭਰੀ ਗੱਲ ਕਰ ਦਿੰਦਾ ਕਵਿਤਾ ਦੇ ਰੂਪ ਵਿੱਚ, ਆਮ ਬੰਦੇ ਦੇ ਸਮਝ ਵਿੱਚ ਆਉਣੀ ਉਹ ਬੜੀ ਔਖੀ ਹੈ। ਤਾਂ ਉਹਦਾ ਸਮਝਣ ਨੂੰ ਦੂਜਾ ਰੂਪ ਹੁੰਦਾ ਵਾਰਤਕ ਰੂਪ ਵਿੱਚ, ਕਿ ਲਿਖਤੀ ਰੂਪ ਵਿੱਚ ਕਵਿਤਾ ਤੋਂ ਹਟ ਕੇ ਉਸ ਗੱਲ ਨੂੰ ਸਮਝਾਇਆ ਜਾ ਸਕੇ। ਸਤਿਗੁਰੂ ਨੇ ਕਿਤੇ ਕਿਤੇ ਭਗਤਾਂ ਨੇ ਜਿਹੜੀ ਗੁੱਝੀ ਗੱਲ ਕੀਤੀ ਨਾ, ਗੁਰੂ ਸਾਹਿਬ ਨੇ ਨਾਲ ਹੀ ਆਪਣੇ ਬਚਨ ਲਿਖ ਕੇ ਉਸ ਗੁੱਝੀ ਗੱਲ ਨੂੰ ਭਗਤਾਂ ਦੀ ਨੂੰ ਖੋਲਣ ਦਾ ਯਤਨ ਕੀਤਾ, ਤਾਂ ਜੋ ਆਮ ਲੋਕਾਂ ਦੇ ਸਮਝ ਵਿੱਚ ਬੜੀ ਸੌਖੀ ਆ ਸਕੇ, ਭੁਲੇਖਾ ਪੈਦਾ ਨਾ ਹੋਏ। ਕੱਲ ਮੈਂ ਇੱਕ ਉਦਾਹਰਣ ਤੁਹਾਡੇ ਸਾਹਮਣੇ ਪੇਸ਼ ਕਰਾਂ। ਬਾਬਾ ਫਰੀਦ ਸਾਹਿਬ ਦਾ ਪਾਵਨ ਬਚਨ ਹੈ, ਕਹਿੰਦੇ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਭਾਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਹੁਣ ਇੱਥੇ ਗੱਲ ਕਰ ਰਹੇ ਨੇ ਵੀ ਮਨੁੱਖ ਜਦੋਂ ਬੇੜਾ ਬੰਨਣ ਦਾ ਸਮਾਂ ਸੀ ਉਦੋਂ ਤੇ ਤਿਆਰ ਨਹੀਂ ਕੀਤਾ, ਤੇ ਜਦੋਂ ਸਰੋਵਰ ਦਾ ਪਾਣੀ, ਸਮੁੰਦਰ ਦਾ ਪਾਣੀ ਛਾਲਾਂ ਮਾਰ ਰਿਹਾ, ਵਕਤ ਗੁਜ਼ਰ ਚੁੱਕਿਆ, ਹੁਣ ਹੱਥ ਮਸਲਦਾ ਵੀ ਮੈਂ ਹੁਣ ਕੀ ਕਰਾਂ। ਪਰ ਹੁਣ ਇੱਥੇ ਲੋਕਾਂ ਦੇ ਕਈ ਵਾਰ ਸਮਝ ਵਿੱਚ ਨਹੀਂ ਆਉਣੀ ਸੀ ਗੱਲ ਕਿ ਕਿਹੜੇ ਬੇੜੇ ਦੀ ਗੱਲ ਕਰਦੇ ਨੇ ਭਗਤ ਫਰੀਦ ਸਾਹਿਬ, ਸ਼ੇਖ ਫਰੀਦ ਸਾਹਿਬ। ਤਾਂ ਐਸੀ ਗੱਲ ਨੂੰ ਖੋਲਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰ ਦਿੱਤੀ। ਮਹਾਰਾਜ ਕਹਿੰਦੇ ਜਬ ਤਪ ਕਾ ਬੰਦ ਵੇੜਲਾ, ਜਿਤ ਲੰਘੇ ਵਹੀਲਾ, ਨਾ ਤਰਵਰ ਨਾ ਉਛਲੇ ਐਸਾ ਪੰਥ ਸੁਹੇਲਾ। ਇਹ ਇੱਕ ਵਿਚਾਰ ਦਿੱਤੀ ਧੰਨ ਗੁਰੂ ਨਾਨਕ ਸਾਹਿਬ ਨੇ। ਬੇੜਾ ਕਿਹੜਾ ਹੈ? ਆਚਰਣ ਦਾ, ਚੰਗੇ ਗੁਣਾਂ ਦਾ। ਜੇ ਚੰਗੇ ਗੁਣ ਹੋਣਗੇ ਤੇ ਵਿਕਾਰਾਂ ਦਾ, ਬੁਰਾਈਆਂ ਦਾ, ਜਿੰਨਾ ਮਰਜੀ ਸਮੁੰਦਰ ਵਿੱਚ, ਸੰਸਾਰ ਸਮੁੰਦਰ ਵਿੱਚ ਪਾਣੀ ਠਾਠਾ ਮਾਰਦਾ ਹੋਵੇ, ਪਰ ਜਿਹਦਾ ਕਿਰਦਾਰ ਉੱਚਾ, ਉਹਨੂੰ ਇਹ ਛੱਲਾਂ, ਇਹ ਲਹਿਰਾਂ ਛੂ ਨਹੀਂ ਸਕਦੀ। ਬਾਬਾ ਫਰੀਦ ਸਾਹਿਬ ਦੀ ਵਿਚਾਰ ਨੂੰ ਗੁਰੂ ਨਾਨਕ ਸਾਹਿਬ ਨੇ ਖੋਲ ਦਿੱਤਾ ਔਰ ਪ੍ਰਤੱਖ ਕਰ ਦਿੱਤਾ ਵੀ ਲੋਕਾਂ ਨੂੰ ਸੁਖੈਨ ਢੰਗ ਨਾਲ ਸਮਝ ਆ ਜਾਏ। ਇਹ ਕਿੱਡਾ ਪਰਉਪਕਾਰ ਹੈ ਕਿ ਇੱਕ ਗੱਲ, ਇੱਕ ਵਿਚਾਰ ਜਿਹੜੀ ਹੈ ਸਦੀਵ ਕਾਲ ਲਈ ਮਨੁੱਖਤਾ ਤੋਂ ਅਗਵਾਈ ਲੈਂਦੀ ਆ ਰਹੀ ਹੈ ਔਰ ਲੈਂਦੀ ਰਵੇ। ਕਿੰਨਾ ਵੱਡੀ ਦੇਣ ਸਤਿਗੁਰੂ ਸਾਡੀ ਝੋਲੀ ਪਾ ਗਏ ਨੇ। ਉਵੇਂ ਇੱਕ ਬਚਨ ਹੈ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਵਿੱਚ, ਉਹ ਕਹਿੰਦੇ ਰਤੀ ਰਤ ਨ ਨਿਕਲੈ ਜੇ ਤਨ ਚੀਰੇ ਹੋਏ, ਜੋ ਤਨ ਰਤੇ ਰੱਬ ਸਿਓ ਤਿਨ ਤਨ ਰਤ ਨਾ ਹੋਏ। ਇਹਦੇ ਸਲੋਕ ਦੇ ਅਰਥ ਬੜੇ ਸਿੱਧੇ ਨੇ। ਫਰੀਦ ਸਾਹਿਬ ਕਹਿੰਦੇ ਜਿਹੜੇ ਰੱਬ ਨਾਲ ਜੁੜੇ ਹੋਏ ਜੀਵ ਨੇ ਨਾ, ਜਿਹੜੇ ਰੱਬੀ ਭੈ ਅਦਬ ਵਿੱਚ ਆਪਣਾ ਜੀਵਨ ਬਸਰ ਕਰਦੇ ਨੇ, ਉਹਨਾਂ ਦੇ ਅੰਦਰ ਖੂਨ ਨਹੀਂ ਹੁੰਦਾ, ਬਲੱਡ ਨਹੀਂ ਹੁੰਦਾ। ਹੁਣ ਇਸ ਗੱਲ ਨੂੰ ਭਗਤ ਫਰੀਦ ਸਾਹਿਬ ਕਰਤਾ ਬੜੀ ਗਹਿਰਾਈ ਵਿੱਚ ਰਹੇ ਨੇ, ਪਰ ਆਮ ਸਮਝਣ ਵਾਲਾ ਜਾਂ ਓਪਰੀ ਅਰਥ ਪੜਨ ਵਾਲਾ ਮਨੁੱਖ ਟਪਲਾ ਖਾ ਜਾਂਦਾ, ਭੁਲੇਖੇ ਵਿੱਚ ਆ ਜਾਂਦਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਕਿਰਪਾ ਕੀਤੀ, ਇਹਦੇ ਨਾਲ ਹੀ ਆਪਣਾ ਇੱਕ ਸਲੋਕ ਦਰਜ ਕੀਤਾ ਤੇ ਉਹਦੇ ਵਿੱਚ ਕਿਰਪਾਲਤਾ ਕੀਤੀ। ਮਹਾਰਾਜ ਕਹਿੰਦੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਆ ਸਾਡਾ ਸਮੁੱਚਾ ਹੀ ਸਰੀਰ ਜਿਹੜਾ ਢਾਂਚਾ ਬਾਂਚਾ ਖੂਨ ਨਾਲ ਹੀ ਬਣਿਆ, ਜੇ ਬਲੱਡ ਨਾ ਹੋਵੇ ਬਾਡੀ ਵਿੱਚ ਤੇ ਉਸੇ ਵੇਲੇ ਬੰਦੇ ਦੀ ਡੈਥ ਹੈ। ਹੁਣ ਸਰੀਰ ਭਾਵੇਂ ਕਿਸੇ ਗੁਰਮੁਖ ਦਾ ਹੈ, ਕਿਸੇ ਮਨਮੁਖ ਦਾ ਹੈ, ਕਿਸੇ ਅਪਰਾਧੀ ਦਾ, ਗੁਨਾਹਗਾਰ ਦਾ, ਕਿਸੇ ਸਾਧੂ ਸੰਤ ਦਾ, ਕਿਸੇ ਦਾ ਵੀ ਸਰੀਰ ਹੈ, ਗੁਰੂ ਦਾ ਹੈ, ਚੇਲੇ ਦਾ, ਹਰ ਇੱਕ ਦੀ ਬਾਡੀ ਵਿੱਚ ਖੂਨ ਹੈ, ਰਤ ਹੈ। ਰਤ ਤੋਂ ਬਿਨਾਂ ਬਾਡੀ ਨਹੀਂ ਬਣ ਸਕਦੀ, ਸਰੀਰ ਦੀ ਬਣਤਰ ਹੀ ਨਹੀਂ ਹੋ ਸਕਦੀ, ਜੀਵਨ ਨਹੀਂ ਜੀਵਿਆ ਜਾ ਸਕਦਾ। ਉਹਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਪਰ ਅੱਗੇ ਗੱਲ ਖੋਲ ਦਿੱਤੀ ਬਾਬਾ ਫਰੀਦ ਸਾਹਿਬ ਵਾਲੀ, ਕਹਿੰਦੇ ਜੋ ਤਨ ਰਤੇ ਰੱਬ ਸਿਓ ਤਿਨ ਤਨ ਲੋਭ ਰਤ ਨਾ ਹੋਏ। ਜਿਹੜੇ ਰੱਬ ਨਾਲ ਜੁੜੇ ਨੇ ਨਾ, ਜਿਹੜੇ ਕੁਦਰਤ ਨਾਲ ਜੁੜੇ ਹੋਏ ਹਨ, ਕੁਦਰਤੀ ਨਿਯਮਾਂ ਨਾਲ ਜੁੜੇ ਹੋਏ ਨੇ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰ ਲੋਭ ਦਾ ਰਤ ਨਹੀਂ ਹੁੰਦਾ, ਵਿਕਾਰਾਂ ਦਾ ਰਤ ਨਹੀਂ ਹੁੰਦਾ, ਬੁਰਾਈਆਂ ਦਾ ਖੂਨ ਨਹੀਂ ਹੁੰਦਾ। ਉਹ ਸੱਚ ਦੇ ਮਾਰਗ ਤੇ ਤੁਰਦੇ। ਤੇ ਉਹ ਕਿਵੇਂ ਖਤਮ ਹੁੰਦਾ? ਭੈ ਪੈ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜੋ ਬੈਸੰਤਰ ਧਾਤ ਸ਼ੁੱਧ ਹੋਏ, ਤੇ ਹਰ ਕਾ ਭਉ ਦੁਰਮਤ ਮੈਲ ਗਵਾਏ। ਕਿੰਨੀ ਪਿਆਰੀ ਉਦਾਹਰਣ ਦਿੱਤੀ। ਕਹਿੰਦੇ ਜਦੋਂ ਕੋਈ ਸੋਨੇ ਦਾ ਟੁਕੜਾ, ਕੋਈ ਗਹਿਣਾ ਲੈ ਕੇ ਸੁਨਿਆਰੀ ਦੀ ਦੁਕਾਨ ਤੇ ਆਏ, ਸਭ ਤੋਂ ਪਹਿਲਾਂ ਕੁਠਾਲੀ ਤੇ ਚਾੜਦਾ ਔਰ ਉਦੋਂ ਤੱਕ ਸੇਕ ਲਾਉਂਦਾ, ਤਪਾਉਂਦਾ ਜਦੋਂ ਤੱਕ ਵਿੱਚੋਂ ਖੋਟਾਪਨ ਨਾ ਖਤਮ ਹੋ ਜੇ, ਜਦੋਂ ਤੱਕ ਵਿੱਚੋਂ ਮੈਲ ਨਾ ਮਿਟ ਜੇ। ਉਹਦੀ ਨਿਸ਼ਾਨੀ ਹੈ ਜਦੋਂ ਤੱਕ ਸੋਨਾ ਖੋਟਾ ਹੋਏਗਾ ਕੁਠਾਲੀ ਵਿੱਚ ਬੁੜਕਦਾ, ਜਦੋਂ ਪਿਓਰ ਹੋ ਜੇ ਫਿਰ ਆਪ ਟਿਕ ਜਾਂਦਾ, ਜਿੰਨੇ ਮਰਜੀ ਭਾਂਬੜ ਥੱਲੇ ਬਚਾ ਲਿਓ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਵੀ ਰੱਬੀ ਅਦਬ ਵਿੱਚ, ਡਰ ਵਿੱਚ, ਭਾਵਨਾ ਵਿੱਚ ਜਿਉਣ ਵਾਲੇ ਜਿਹੜੇ ਸ਼ਖਸ ਨੇ ਨਾ, ਉਹਨਾਂ ਦੇ ਅੰਦਰੋਂ ਇਹ ਲੋਭ ਦਾ, ਲਾਲਚ ਦਾ ਜਿਹੜਾ ਲਹੂ ਹੈ, ਸੁਭਾਅ ਹੈ, ਖਤਮ ਹੋ ਜਾਂਦਾ। ਹੁਣ ਗੱਲ ਬੜੀ ਕਲੀਅਰ ਹੋ ਗਈ
कि बाबा फरीद साहब कह रहे ए तन रत्ती रत न निकलै, जो तन चीरे कोय, जो तन रत्ते रब स्यों तिन तन रत न होए। पर इस गल नूं खोल दिता कि यह तन सबो रत है, गुरु अमरदास महाराज। इन्ना मतलब प्रूफ हो गया कि गुरु अमरदास महाराज जी तक बाणी बाबा फरीद साहब की पहुंच चुकी है। ये बिल्कुल झूठी गल है कि कोई रूहां आईयां गुरु अर्जन साहब कोल ते उन्हां नूं बेनती कीती भी साडी बाणी लिखो, साडी बाणी दर्ज करो। ऐसियां मनौतां, ऐसियां साखियां, पता नहीं किन्नियां ग्रंथ दे ग्रंथ तुहाडे भरे पए ने। और जदों आम एक अनजान सिख पढ़दा ते ओह ते भंबल भूसे विच पै जांदा भी मैं की करां, किहड़ी गल ते विश्वास करा, की पढ़ा की ना पढ़ा, क्योंकि उहदे कोल कसौटी नहीं है। गुरबाणी दे उन्हें अर्थां दी हले तक नॉलेज नहीं हुई, विचारधारा दा नहीं पता लग सकिया, ते ओहदी हालत बड़ी तरसयोग हो जाती है उदों जदों ऐसे ग्रंथ दे ग्रंथ भरे हुए सामने आते हैं, जिन्हां विच निरीआं गपोड़ां, जिन्हां दा गुरु ग्रंथ साहिब जी की विचारधारा नाल दूर दूर तक किते भी सानूं संबंध नज़र नहीं आता। इसलिए सतगुरु ने यह कृपालता बाणी विच साडे ते कीती। और एक थां नहीं, थां पर थां प्रूफ तुहानूं गुरबाणी विचों मिलणगे कि कबीर मरता मरता जग मूआ, मर पे न जानिया कोय, ऐसी मरनी जो मरै बहुर न मरना होए। हुण ओह कैसी मरनी है, उन्होंने गुरु अमरदास महाराज फिर खोलते हैं। पंचम गुरुदेव ने भी कृपा की, क्या जाना कि मरेंगे कैसा मरना होए, जेकर साहिब मनो ना विसरै तां सहला मरना होए। ये गल्लां जिहड़ियां भगतां ने कीतियां, उन्हां नूं बड़े सुचज्जे ढंग नाल गुरबाणी विच खोलण दा यतन कीता। जिवें बाबा फरीद साहब कहंदे, पाल पटोला तज करी कंब लड़ी पैरेओ, जिन्नी वेशी सै मिलै सही वेश करियो। ਹੁਣ ਇੱਥੇ ਕਿਹਾ ਜਾ ਰਿਹਾ ਵੀ ਮੈਂ ਆਪਣੇ ਤਨ ਦੇ ਕੱਪੜੇ ਪਾੜ ਕੇ, ਜੇ ਸੰਸਾਰ ਦੇ ਲੋਕਾਂ ਨੇ ਇੱਕ ਫਲਸਫਾ ਫਿਲਾਸਫੀ ਪੈਦਾ ਕੀਤੀ ਨਾ ਕਿ ਰੱਬ ਦੇ ਰਾਹ ਤੇ ਤੁਰਨਾ ਫਿਰ ਤਿਆਗ ਕਰਨਾ ਪਏਗਾ। ਬਾਬਾ ਫਰੀਦ ਸਾਹਿਬ ਇੱਕ ਵਿਚਾਰ ਪੇਸ਼ ਕਰਦੇ ਨੇ ਵੀ ਮੈਂ ਆਪਣੇ ਤਨ ਦੇ ਕੱਪੜੇ ਲੀੜੇ ਪਾੜ ਕੇ ਕੰਬਲੀ ਪਾ ਲਾਂ, ਜਿਹੜੇ ਟੁੱਟੇ ਭੱਜੇ ਕੱਪੜੇ ਪਾ ਕੇ ਜੀਵਨ ਦਾ ਨਿਰਵਾਹ ਕਰਾਂ। ਪਾਲ ਪਟੋਲਾ ਧੱਜ ਕਰੀ ਕੰਬਲੜੀ ਪੈਰਿਓ, ਜਿੰਨੀ ਵੇਸੀ ਸਹਿ ਮਿਲੇ ਸਹੀ ਵੇਸ ਕਰਿਓ। ਜਿਸ ਵੇਸ ਨੂੰ ਧਾਰਨ ਕਰਕੇ ਸ਼ਾਇਦ ਰੱਬ ਮਿਲਦਾ ਹੋਵੇ, ਮੈਂ ਉਹ ਪਾਉਣ ਲਈ ਤਿਆਰ ਹਾਂ। ਇਸ ਗੱਲ ਨੂੰ ਫਿਰ ਸਤਿਗੁਰੂ ਨੇ ਨਾਲ ਹੀ ਸਲੋਕ ਲਿਖ ਦਿੱਤਾ ਤੇ ਇਸ ਵਿਚਾਰ ਨੂੰ ਖੋਲਿਆ। ਕਹਿੰਦੇ ਕਾਏ ਪਟੋਲਾ ਪਾਲਤੀ ਕੰਬ ਲੜੀ ਪੈਰੇ, ਨਾਨਕ ਘਰ ਹੀ ਬੈਠਿਆ ਸ਼ੈ ਮਿਲੇ ਜੇ ਨੀਅਤ ਰਾਸ ਕਰੇ। ਤੈਨੂੰ ਪਹਿਰਾਵੇ, ਤੈਨੂੰ ਬਾਹਰ ਦੇ ਕਰਮ ਕਾਂਡ, ਤੈਨੂੰ ਬਾਹਰ ਦਾ ਹੋਰ ਕੁਝ ਤਿਆਗਣ ਦੀ ਜ਼ਰੂਰਤ ਨਹੀਂ ਹੈ। ਜ਼ਰੂਰਤ ਤੇ ਨੀਅਤ ਰਾਸ ਕਰਨ ਦੀ ਹੈ, ਮਨ ਦੀ ਵਿਰਤੀਆਂ ਨੂੰ ਚੇਂਜ ਕਰਨ ਦੀ ਹੈ, ਆਪਣੇ ਸੁਭਾਅ ਨੂੰ ਚੇਂਜ ਕਰਨ ਦੀ ਲੋੜ ਹੈ। ਉਵੇਂ ਫਿਰ ਬਾਬਾ ਫਰੀਦ ਸਾਹਿਬ ਦੇ ਸਲੋਕਾਂ ਵਿੱਚ ਹੀ ਪੜ੍ਹਦੇ ਹਾਂ, ਕਬੀਰ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਹੋਰ ਭਗਤਾਂ ਦੀ ਬਾਣੀ ਵਿੱਚ ਪੜ੍ਹਦੇ ਹਾਂ। ਭਗਤ ਸੂਰਦਾਸ ਜੀ ਦੀ ਪੰਕਤੀ ਆਈ, ਪੰਚਮ ਗੁਰਦੇਵ ਨੇ ਉਸ ਵਿਚਾਰ ਨੂੰ ਖੋਲਣ ਵਾਸਤੇ ਇੱਕੋ ਪੰਕਤੀ ਦੇ ਨਾਲ ਆਪਣਾ ਪੂਰਾ ਸ਼ਬਦ ਲਿਖਿਆ। ਕੱਲ ਨੂੰ ਕੋਈ ਭੁਲੇਖਾ ਨਾ ਰਹਿ ਜੇ, ਕੋਈ ਭਰਮ ਨਾ ਰਹਿ ਜੇ, ਕਿਸੇ ਤਰ੍ਹਾਂ ਦੀ ਕੋਈ ਐਸੀ ਗੱਲਬਾਤ ਜਿਹਦੇ ਨਾਲ ਸੰਸਾਰ ਅੰਦਰ ਕੋਈ ਦੁਬਿਧਾ ਪੈਦਾ ਹੋ ਸਕੇ। ਔਰ ਦੇਖੋ ਭਗਤ ਧੰਨਾ ਜੀ ਦੇ ਨਾਲ ਬਾਣੀ ਦੇ ਨਾਲ ਤੁਹਾਨੂੰ ਗੁਰੂ ਅਰਜਨ ਸਾਹਿਬ ਦਾ ਸ਼ਬਦ ਮਿਲਦਾ ਹੈ, ਕਿਉਂਕਿ ਇਹਨਾਂ ਭਗਤਾਂ ਦੇ ਜੀਵਨ ਨਾਲ ਬੜੀ ਰਾਜਨੀਤੀ ਹੋਈ ਔਰ ਪੁਜਾਰੀ ਵਰਗ ਦੀ ਇਹ ਪੁਰਾਣੀ ਸੋਚ ਸੀ। ਸਭ ਤੋਂ ਪਹਿਲਾਂ ਤਾਂ ਇਹਨਾਂ ਭਗਤਾਂ ਨੂੰ ਇਹਨਾਂ ਦੀ ਜ਼ਾਤ ਕਰਕੇ ਦੁਰਕਾਰਨ ਦਾ ਯਤਨ ਕੀਤਾ ਗਿਆ। ਇਹ ਪਾਲਿਸੀ ਹੈ ਪੁਜਾਰੀ ਦੀ ਕਿ ਜਿਹੜਾ ਵੀ ਕੋਈ ਸੱਚਾਈ ਸਾਹਮਣੇ ਲੈ ਕੇ ਆ ਰਿਹਾ, ਜਾਂ ਤਾਂ ਉਹਨੂੰ ਵਰਨ ਵੰਡ ਕਰਕੇ ਜ਼ਾਤ ਦੇ ਵਿਤਕਰੇ ਕਰਕੇ ਦਬਾ ਦਿਓ ਤਾਂ ਜੋ ਉਹਦੇ ਨਾਲ ਹੀ ਉਹਦੀ ਵਿਚਾਰਧਾਰਾ ਦਬ। ਦੂਜੀ ਫਲਸਫਾ ਜੇ ਉਹ ਨਹੀਂ ਵਿਚਾਰ ਐਵੇਂ ਦਬਦਾ ਜ਼ਾਤ ਕਰਕੇ, ਬਰਾਦਰੀ ਕਰਕੇ, ਧਰਮ ਕਰਕੇ, ਤਾਂ ਉਹਨੂੰ ਫਿਰ ਰਾਜਸੀ ਤਾਕਤ ਵਰਤ ਕੇ ਖਤਮ ਕਰ ਦਿਓ। ਤੀਜਾ ਢੰਗ ਜਿਹੜਾ ਸੀ ਉਹਦਾ, ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਵੋਗੇ, ਮੈਨੂੰ ਉਮੀਦ ਹੈ। ਤੀਜਾ ਢੰਗ ਜਿਹੜਾ ਪਾਲਿਸੀ ਸੀ ਪੁਜਾਰੀਵਾਦ ਦੀ, ਜੇ ਕੋਈ ਬੰਦਾ ਅਸੀਂ ਉਹਨੂੰ ਵਿਚਾਰ ਕਰਕੇ ਨੀਵਾਂ ਨਹੀਂ ਦਿਖਾ ਸਕੇ, ਉਹਨੂੰ ਆਪਾਂ ਜ਼ਾਤ ਕਰਕੇ ਨਹੀਂ ਦਬਾ ਸਕੇ, ਸਮੇਂ ਦੀ ਰਾਜਸੀ ਤਾਕਤ ਕਰਕੇ ਉਹਨੂੰ ਨਹੀਂ ਮਾਰ ਸਕੇ, ਤੇ ਤੀਜਾ ਢੰਗ ਉਹਨਾਂ ਨੇ ਵਰਤਿਆ ਕਿ ਉਸ ਬੰਦੇ ਨੂੰ ਫਿਰ ਆਪਣੇ ਵਿੱਚ ਲਿਆਓ, ਤਾਂ ਜੋ ਇਹ ਪ੍ਰਗਟ ਹੋਵੇ ਕਿ ਕੀਮਤੀ ਵਿਚਾਰ ਜਿਹੜੀ ਪੈਦਾ ਹੋਈ ਤੇ ਇਹ ਬ੍ਰਾਹਮਣੀ ਜਾਂ ਧਾਰਮਿਕ ਆਗੂ ਦੀ ਬੁੱਕਲ ਵਿੱਚੋਂ ਨਿਕਲੀ ਹੈ। ਹੁਣ ਆਹੀ ਰੂਪ ਦਿੱਤਾ ਗਿਆ, ਜਿਹੜੇ ਭਗਤ ਨੇ ਇਹਨਾਂ ਦੇ ਜੀਵਨ ਨਾਲ ਐਸੀਆਂ ਸਾਖੀਆਂ ਜੋੜ ਕੇ ਐਸੇ ਇਹਨਾਂ ਦੇ ਜੀਵਨ ਨੂੰ ਪੇਸ਼ ਕੀਤਾ ਗਿਆ। ਔਰ ਵਾਰ-ਵਾਰ ਪੇਸ਼ ਕੀਤੇ ਗਏ ਵੀ ਭਗਤ ਕਬੀਰ ਸਾਹਿਬ ਇੰਨੇ ਵਿਦਵਾਨ ਤਾਂ ਬਣੇ ਕਿਉਂਕਿ ਉਹਨਾਂ ਦਾ ਗੁਰੂ ਕੋਈ ਬ੍ਰਾਹਮਣ ਸੀ, ਕੋਈ ਪੰਡਤ ਸੀ। ਸਾਰੇ ਭਗਤਾਂ ਨਾਲ ਤੁਹਾਨੂੰ ਇਹ ਸਾਖੀਆਂ ਮਿਲਣਗੀਆਂ। ਉਸੇ ਰੂਪ ਵਿੱਚ ਭਗਤ ਧੰਨਾ ਜੀ ਦਾ ਜੀਵਨ ਪੇਸ਼ ਕਰ ਦਿੱਤਾ ਵੀ ਇੱਕ ਪੱਥਰ ਵਿੱਚੋਂ ਭਗਤ ਧੰਨਾ ਜੀ ਨੇ ਰੱਬ ਨੂੰ ਪਾ ਲਿਆ। ਹੁਣ ਕਿੱਡੀ
ਕਿੱਡੇ ਕੀਮਤੀ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਜੀ ਦੇ ਨੇ। ਤੇ ਅਗਲੇ ਕੋਲ ਪ੍ਰੂਫ ਹੋ ਗਿਆ ਵੀ ਜਿਸ ਭਗਤ ਨੂੰ ਤੁਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਵਿੱਚ ਮੱਥਾ ਟੇਕ ਰਹੇ ਉਹਨੇ ਤੇ ਪੱਥਰ ਵਿੱਚੋਂ ਰੱਬ ਪਾਇਆ। ਫਿਰ ਕਿਉਂ ਲਿਖਿਆ ਹੋਇਆ ਗੁਰਬਾਣੀ ਵਿੱਚ, ਜੋ ਪਾਥਰ ਕੀ ਪਾਈ ਪਾਏ ਤਾਂ ਕਿ ਘਾਲ ਅਜਾਈ ਜਾਏ, ਜੋ ਪਾਤਰ ਕੋ ਕਹਤੇ ਦੇਵ ਤਾਂ ਕਿ ਵਿਰਥਾ ਹੋਵੇ ਸੇਵ। ਭਗਤ ਨਾਮਦੇਵ ਜੀ ਆਪ ਕਹਿੰਦੇ, ਇੱਕ ਹੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰੀਏ ਪਾਓ। ਹੁਣ ਪੱਥਰ ਦਾ ਇੱਕ ਵੱਡਾ ਸਾਰਾ ਸਿੱਲ ਸੀ, ਟੁਕੜਾ ਸੀ, ਉਹਦੇ ਤੋੜ ਕੇ ਦੋ ਟੁਕੜੇ ਕਰ ਦਿੱਤੇ। ਇੱਕ ਨੂੰ ਕੰਕਰੀਟ ਬਣਾ ਕੇ ਰੋਡ ਤੇ ਵਿਛਾ ਦਿੱਤਾ, ਇੱਕ ਨੂੰ ਘੜ ਕੇ ਕਿਸੇ ਘੜਨਹਾਰੇ ਨੇ ਮੂਰਤੀ ਬਣਾ ਕੇ ਮੰਦਿਰ ਵਿੱਚ ਟਿਕਾ ਦਿੱਤਾ। ਬੰਦਾ ਜਾਂਦਾ, ਇੱਕ ਉੱਤੇ ਪੈਰ ਰੱਖ ਕੇ ਜਾਂਦਾ, ਦੂਜੇ ਅੱਗੇ ਫੁੱਲ ਭੇਟਾ ਕਰਦਾ ਹੈ, ਕੜਾਹ ਭੇਟਾ ਕਰਦਾ, ਮੱਥਾ ਟੇਕਦਾ। ਭਗਤ ਨਾਮਦੇਵ ਕਹਿੰਦੇ ਮੇਰਾ ਤਰਕ ਹੈ ਕਿ ਜੇ ਉਹ ਦਿਓ ਤਾਂ ਉਹ ਪੀ ਦੇਵਾ। ਜੇ ਮੰਦਿਰ ਵਿੱਚ ਪਿਆ ਹੋਇਆ ਦੇਵਤਾ ਹੈ ਤੇ ਜਿਹੜਾ ਪੈਰਾਂ ਹੇਠ ਲਿਤਾੜ ਕੇ ਹੈ, ਫਿਰ ਉਹ ਦੇਵਤਾ ਕਿਉਂ ਨਹੀਂ? ਟੁਕੜਾ ਤਾਂ ਇੱਕੋ ਹੀ ਸੀ, ਇੱਕੋ ਹੀ ਮਟੀਰੀਅਲ ਵਿੱਚੋਂ ਦੋ ਟੁਕੜੇ ਪੈਦਾ ਹੋਏ ਨੇ ਨਾ। ਜਾਂ ਤਾਂ ਉਹਨੂੰ ਵੀ ਦੇਵਤਾ ਮੰਨ, ਨਹੀਂ ਤਾਂ ਕਹਿ ਨਾਮਦੇਵ ਹਮ ਹਰ ਕੀ ਸੇਵਾ, ਮੈਂ ਰੱਬ ਦੀ ਸੇਵਾ ਵਿੱਚ। ਪਰ ਰੱਬ ਦੀ ਸੇਵਾ ਕੀ? ਰੱਬ ਕਿੱਥੇ? ਭਗਤ ਨਾਮਦੇਵ ਜੀ ਦਾ ਉਹ ਵੀ ਕਹਿੰਦੇ ਈਵੈ ਬੀਠਲ ਉਵੈ ਬੀਠਲ, ਬੀਠਲ ਬਿਨ ਸੰਸਾਰ ਨੇ। ਭਗਤ ਜੀ ਦਾ ਕਿਤੇ ਖਾਸ ਜਗ੍ਹਾ ਤੇ ਨਹੀਂ ਬੈਠਾ, ਉਹ ਕੁਦਰਤ ਵਿੱਚ ਹੀ ਹੈ, ਵਰਤਾਰੇ ਵਿੱਚ ਵਰਤ ਰਿਹਾ। ਜਤਰ ਤਤਰ ਦਸ਼ਾ ਵਿਸੈ ਫੈਲਿਓ ਅਨੁਰਾਗ, ਸਾਰਿਆਂ ਵਿੱਚ ਬੈਠਾ ਹੋਇਆ। ਇਸ ਲਈ ਹੁਣ ਭਗਤ ਧੰਨਾ ਜੀ ਦੇ ਨਾਲ ਅਸੀਂ ਸਾਖੀ ਜੋੜ ਦਿੱਤੀ ਗਈ, ਹੋਰ ਭਗਤਾਂ ਦੇ ਜੀਵਨ ਨਾਲ ਜੋੜੀ ਗਈ। ਪਰ ਕਦੇ ਕਿਸੇ ਵੀ ਅੱਜ ਸਾਡੀਆਂ ਸਟੇਜਾਂ ਤੇ ਵੀ ਇਹ ਬੜੀ ਭਾਵਨਾ ਨਾਲ ਗੱਲ ਸੁਣਾਈ ਜਾਂਦੀ ਹੈ, ਔਰ ਸਮਾਜ ਸਾਡਾ ਸੁਣਦਾ ਵੀ ਹੈ, ਕਿਉਂਕਿ ਇਹ ਧਰਮ ਦੀ ਦੁਨੀਆ ਹੈ ਕਿ ਜਿੱਥੇ ਸਭ ਕੁਝ ਹੀ ਵਿਕਦਾ ਹੈ। ਇੱਥੇ ਕੋਈ ਪੜਚੋਲ ਨਹੀਂ ਕਰਦਾ। ਅੱਜ ਵਿਗਿਆਨਕ ਯੁੱਗ ਵਿੱਚ ਅਸੀਂ ਜਿਉਂਦੇ ਆ, ਐਡਵਾਂਸ ਮੁਲਕਾਂ ਵਿੱਚ ਤੁਸੀਂ ਬੈਠੇ ਹੋ, ਤੇ ਅੱਜ ਜੇ ਇੱਕ ਟੈਬਲੇਟ ਵੀ ਸਾਨੂੰ ਦੇਣੀ ਹੋਵੇ, ਛੋਟੀ ਜਿਹੀ ਗੋਲੀ, ਪੁਰਾਣਾ ਸਮਾਂ ਸੀ ਵੀ ਨੁਕਸਾ ਹਕੀਮ ਗੁਪਤ ਰੱਖਦੇ ਸਨ, ਪਰ ਅੱਜ ਇੱਕ ਛੋਟੀ ਜਿਹੀ ਟੈਬਲੇਟ ਵੀ ਤੁਸੀਂ ਕੋਈ ਦੇਣੀ ਹੈ ਨਾ ਕਿਸੇ ਨੂੰ, ਪੂਰੀ ਡਿਟੇਲ ਉੱਪਰ ਲਿਖਣੀ ਪਏਗੀ। ਪਰ ਇਹਨਾਂ ਮੁਲਕਾਂ ਵਿੱਚ ਤੇ ਤੁਸੀਂ ਸਾਰਾ ਕੁਝ, ਜਿਹੜੀ ਵੈਜੀਟੇਬਲ ਸਬਜ਼ੀ ਆਪਾਂ ਵਰਤਦੇ ਆ, ਉਹਦੇ ਉੱਤੇ ਵੀ ਐਕਸਪਾਇਰੀ ਡੇਟ ਲਿਖ ਕੇ ਆ ਰਹੀ ਹੈ, ਜੋ ਕਿ ਹਾਲੇ ਤੱਕ ਇੰਡੀਆ ਵਿੱਚ ਤੁਹਾਨੂੰ ਨਹੀਂ ਮਿਲਣੀ। ਪਰ ਜਦੋਂ ਧਰਮ ਦੀ ਦੁਨੀਆ ਦੀ ਆਪਾਂ ਗੱਲ ਕਰਦੇ ਆ ਤੇ ਸਾਨੂੰ ਕੋਈ ਕੁਝ ਵੀ ਵਿਚਾਰ ਦੇ ਰੂਪ ਵਿੱਚ ਪਰੋਸ ਕੇ ਦੇ ਜਾਏ, ਉਹਦੇ ਉੱਤੇ ਕੋਈ ਸਵਾਲ ਨਹੀਂ, ਕੋਈ ਕਿੰਤੂ ਪਰੰਤੂ ਨਹੀਂ, ਜੋ ਮਰਜ਼ੀ ਬੋਲਿਆ ਅਸੀਂ ਬੜੇ ਪਿਆਰ ਨਾਲ ਗਰਦਨ ਹਿਲਾਉਂਦੇ ਆ, ਸੁਣਦੇ ਆ, ਕਿਉਂਕਿ ਇਹ ਤੇ ਸਾਰਾ ਕੁਝ ਹੀ ਵਿਕ ਰਿਹਾ। ਅੱਜ ਵੀ ਬੜੇ ਭਾਵਪੂਰਕ ਹੋ ਕੇ ਜੇ ਕੋਈ ਅੱਜ ਸਵਾਲ ਕਰਦਾ ਹੈ, ਤਰਕ ਕਰਦਾ ਹੈ, ਤੇ ਇੱਕੋ ਹੀ ਗੱਲ, ਇੱਕੋ ਹੀ ਜਵਾਬ ਹੈ ਸਾਡੇ ਕੋਲ ਵੀ, ਇਹ ਸ਼ਰਧਾ ਨੂੰ ਠੇਸ ਪਹੁੰਚਾਉਂਦੇ। ਗੁਰੂ ਸਾਹਿਬ ਨੇ ਐਸੀ ਕਿਸੇ ਸ਼ਰਧਾ ਦੀ ਗੱਲ ਨਹੀਂ ਕੀਤੀ ਗੁਰਬਾਣੀ ਵਿੱਚ ਜਿਹੜੀ ਗਿਆਨ ਤੋਂ ਬਿਨਾਂ ਅੰਨੀ ਸ਼ਰਧਾ ਹੋਵੇ। ਮਹਾਰਾਜ ਕਹਿੰਦੇ ਗਿਆਨ ਹੈ, ਗਿਆਨ ਉੱਤੇ ਆਪਣੀ ਸ਼ਰਧਾ ਭਾਵਨਾ ਨੂੰ ਟਿਕਾ। ਤੇ ਜਦੋਂ ਤੱਕ ਗਿਆਨ ਕੋਲ ਨਹੀਂ, ਸ਼ਰਧਾ ਪੱਥਰ ਤੇ ਟਿਕਾਈ ਹੋਵੇ, ਕਿਸੇ ਨੇ ਪੱਥਰ ਨੇ ਲੈ ਕੇ ਡੋਬਣਾ ਹੀ ਹੈ। ਹੁਣ ਭਗਤ ਧੰਨਾ ਜੀ ਦੇ ਜੀਵਨ ਦੀ ਸਾਖੀ ਵੀ ਬਾਰ-ਬਾਰ ਸੁਣਾਈ ਜਾਂਦੀ ਸਟੇਜਾਂ ਤੇ, ਪਰ ਕਦੇ ਕਿਸੇ ਬੰਦੇ ਨੇ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਧੰਨਾ ਜੀ ਦੀ ਬਾਣੀ ਦੇ ਰੂਪ ਵਿੱਚ ਆਪਾਂ ਪੜ੍ਹ ਰਹੇ ਹਾਂ, ਜਿਨ੍ਹਾਂ ਕਰਕੇ ਭਗਤ ਧੰਨਾ ਜੀ ਦੀ ਇਹ ਮਸਲਾ ਖੜਾ ਹੋਇਆ। ਕਿਉਂਕਿ ਜੇ ਬਾਣੀ ਨਾ ਹੋਵੇ ਤੇ ਫਿਰ ਤੇ ਭਗਤ ਧੰਨਾ ਜੀ ਦੀ ਕੋਈ ਗੱਲ ਹੀ ਨਹੀਂ ਆਉਂਦੀ ਵਿੱਚ। ਪਰ ਜਦੋਂ ਗੁਰਬਾਣੀ ਵਿੱਚ ਭਗਤ ਧੰਨਾ ਜੀ ਦੇ ਬਚਨ ਦਰਜ ਹੋ ਗਏ, ਤਾਂ ਹੀ ਤਾਂ ਭਗਤ ਧੰਨਾ ਜੀ ਦੇ ਜੀਵਨ ਵੱਲ ਸੋਚਣ ਲਈ ਮਜਬੂਰ ਹੋਏ ਆਪਾਂ। ਭਗਤ ਧੰਨਾ ਜੀ ਦੇ ਸ਼ਬਦ ਵਿੱਚ ਆਪ ਉਹ ਬਿਆਨ ਕਰਦੇ ਨੇ, ਜਿਹਦੇ ਵਿੱਚ ਲਿਖਿਆ ਪ੍ਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਾਨੀ ਧੀਰੇ। ਇਸ ਸ਼ਬਦ ਦੀ ਤੁਸੀਂ ਆਪ ਅਰਥ ਪੜ੍ਹ ਸਕਦੇ ਹੋ ਕੱਢ ਕੇ। ਅਖੀਰਲੀ ਤੋਕੇ ਸ਼ਬਦ ਦੀ ਕਿ ਧੰਨੇ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਹੁਣ ਇਹਦੇ ਵਿੱਚ ਕਿਤੇ ਵੀ ਭਗਤ ਜੀ ਨੇ ਪੱਥਰ ਦੀ ਪੂਜਾ ਦਾ ਜ਼ਿਕਰ ਨਹੀਂ। ਉਹ ਕਹਿੰਦੇ ਧੰਨੇ ਨੇ ਨਾਮ ਦਾ ਧਨ ਪ੍ਰਾਪਤ ਕੀਤਾ, ਪਰ ਕਿਵੇਂ ਕੀਤਾ? ਮਿਲ ਜਨ ਸੰਤ ਸਮਾਨਿਆ, ਸੰਗਤ ਵਿੱਚ ਬੈਠ ਕੇ ਚੰਗੇ ਰੱਬੀ ਪਿਆਰ ਵਿੱਚ ਜੀਵਨ ਜਿਉਣ ਵਾਲੇ ਗੁਰਮੁਖਾਂ ਦੇ ਜੀਵਨ ਵੱਲ ਵੇਖ ਕੇ, ਚੰਗੇ ਸੁਭਾਅ ਨੂੰ ਹੰਡਾਉਣ ਵਾਲਿਆਂ ਦੇ ਜੀਵਨ ਵੱਲ ਵੇਖ ਕੇ, ਜਿਨ੍ਹਾਂ ਲਈ ਅਸੀਂ ਰੋਜ਼ ਅਰਦਾਸ ਕਰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਉਹਨਾਂ ਦੇ ਜੀਵਨ ਵੱਲ ਵੇਖ ਕੇ ਮੈਨੂੰ ਇਹ ਧਨ ਨਾਮ ਦਾ ਪ੍ਰਾਪਤ ਹੋਇਆ। ਹੁਣ ਇਸ ਗੱਲ ਨੂੰ ਹੋਰ ਖੋਲਣ ਵਾਸਤੇ ਮੈਂ ਕੱਲ ਬੇਨਤੀ ਕੀਤੀ ਸੀ, ਤੁਹਾਨੂੰ ਯਾਦ ਹੋਵੇ ਤਾਂ, ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਰਤੀਬ ਹੈ। ਗੁਰੂ ਸਾਹਿਬ ਦੀ ਬਾਣੀ ਚੱਲ ਰਹੀ ਹੈ ਤਾਂ 1 ਤੋਂ 5ਵੇਂ ਪਾਤਸ਼ਾਹ ਤੱਕ ਗੁਰੂ ਸਾਹਿਬ ਦੀ ਬਾਣੀ ਚੱਲਣੀ ਹੈ। ਜਦੋਂ ਭਗਤਾਂ ਦੀ ਬਾਣੀ ਸਟਾਰਟ ਹੋਏਗੀ ਤੇ ਫਿਰ ਉਹ ਭਗਤ ਬਾਣੀ ਅਖੀਰ ਵਿੱਚ ਹੈ। ਕਬੀਰ ਸਾਹਿਬ ਦੀ ਸਭ ਤੋਂ ਵੱਧ ਬਾਣੀ ਤਾਂ ਸਭ ਤੋਂ ਪਹਿਲਾਂ। ਪਰ ਜਦੋਂ ਕਿਤੇ ਐਸਾ ਮਸਲਾ ਆ ਰਿਹਾ ਵਿੱਚ, ਜਿਹਦੇ ਵਿੱਚ ਭੁਲੇਖੇ ਖੜੇ ਕੀਤੇ ਗਏ ਉਸ ਵੇਲੇ ਸਮਾਜ ਦੇ ਧਾਰਮਿਕ ਅਖੌਤੀ ਲੋਕਾਂ ਵੱਲੋਂ, ਤਾਂ ਗੁਰੂ ਸਾਹਿਬ ਨੇ ਵਿੱਚ ਰੋਕ ਕੇ ਫਿਰ ਆਪਣੀ ਬਾਣੀ ਲਿਖੀ ਨਾਲ। ਇਸ ਭਗਤ ਧੰਨਾ ਜੀ ਦੇ ਸ਼ਬਦ ਨਾਲ ਗੁਰੂ ਅਰਜਨ ਸਾਹਿਬ ਨੇ ਫਿਰ ਆਪਣਾ ਸ਼ਬਦ ਦਰਜ ਕੀਤਾ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਹੁਣ ਕਿੰਨਾ ਗੰਭੀਰ ਵਿਸ਼ਾ ਹੈ। ਇੱਕ ਗੱਲ ਨੂੰ ਖੋਲਣ ਵਾਸਤੇ ਕਿੰਨੇ ਭਗਤਾਂ ਦੀ ਉਦਾਹਰਣ ਦੇਣੀ ਪਈ ਗੁਰੂ ਸਾਹਿਬ ਨੂੰ, ਕਿ ਨਾਮਦੇਵ ਦਾ ਮਨ
ਇਸ ਕੁਦਰਤ ਨਾਲ, ਰੱਬੀ ਨਿਯਮਾਂ ਨਾਲ ਜੁੜ ਗਿਆ, ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ, ਤੇ ਹੋਇਆ ਕਿ ਆੜ ਦਾਮ ਕੋ ਛੀਪਰੋ ਹੋਇਓ ਲਾਖੀ, 8 ਕੌਡੀਆਂ ਦਾ ਜਿਹਨੂੰ ਲੋਕ ਕਹਿੰਦੇ ਸੀ, ਉਹ ਲੱਖਾਂ ਦਾ, ਅਰਬਾਂ ਦਾ ਬਣ ਗਿਆ, ਕਿਉਂਕਿ ਉਹਦੇ ਅੰਦਰ ਗੁਣ ਪੈਦਾ ਹੋ ਗਏ, ਸੁਭਾਅ ਨੇਕ ਬਣ ਗਿਆ। ਨੀਚ ਕੁਲਾ ਜੁਲਾਹਰਾ, ਉਹ ਘਰ ਘਰ ਸੁਣਿਆ। ਭਗਤ ਜੁਲਾਹਾ ਕਬੀਰ ਸਾਹਿਬ ਦੀ ਗੱਲ ਕੀਤੀ, ਅੱਗੇ ਜਾ ਕੇ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗੰਨਿਆ। ਤੇ ਅਖੀਰ ਵਿੱਚ ਗੱਲ ਕਰਦੇ ਨੇ, ਇਹ ਬਿਦ ਸੁਣ ਕੇ ਜਾਟਰੋ, ਜਾਟਰੋ ਦਾ ਅਰਥ ਹੈ ਜੱਟ ਭਗਤ ਧੰਨਾ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਭਗਤੀ ਕੀ ਹੈ? ਰੱਬ ਦੀ ਗੁਰਬਾਣੀ ਵਿੱਚ ਸਾਹਿਬ ਨੇ ਦਿੱਤੀ ਹੋਈ ਹੈ ਕਿ ਸਮੁੱਚੀ ਕੁਦਰਤੀ ਭਗਤੀ ਕਰੀ ਜਦੋਂ ਰੱਬ ਦੇ ਬਣਾਏ ਨਿਯਮਾਂ ਵਿੱਚ ਚੱਲ ਰਹੀ ਹੈ, ਤੇ ਉਹਨਾਂ ਨੂੰ ਫੋਲੋ ਕਰ ਰਹੀ ਹੈ। ਤੇ ਐਸੇ ਨਿਯਮਾਂ ਨੂੰ ਭਗਤ ਧੰਨਾ ਜੀ ਨੇ ਜਦੋਂ ਸਮਝ ਲਿਆ ਤੇ ਉਹ ਭਗਤ ਬਣ ਗਏ। ਹੁਣ ਕਿਤੇ ਵੀ ਇੱਥੇ ਪੱਥਰ ਪੂਜਾ ਦੀ ਗੱਲ ਨਹੀਂ ਹੈ, ਇਹ ਸਿਧਾਂਤ ਸਤਿਗੁਰੂ ਨੇ ਭਗਤ ਬਾਣੀ ਦੇ ਨਾਲ ਕਲੀਅਰ ਕੀਤੇ ਨੇ ਗੁਰਬਾਣੀ ਵਿੱਚ। ਭਗਤ ਫਰੀਦ ਸਾਹਿਬ ਕਹਿੰਦੇ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਣ। ਜੇ ਮੈਨੂੰ ਰੱਬ ਮਿਲੇ ਤੇ ਮੈਂ ਪੈਰਾਂ ਵਾਲੇ ਪਾਸਿਓਂ ਚੱਲਦੇ, ਜੇ ਥੱਕ ਜਾਵਾਂ ਤੇ ਸਿਰ ਵਾਲੇ ਪਾਸਿਓਂ ਵੀ ਚੱਲਣ ਲਈ ਤਿਆਰ ਹਾਂ। ਪਰ ਗੁਰੂ ਨਾਨਕ ਸਾਹਿਬ ਦੇ ਘਰ ਨੇ ਨਾਲ ਹੀ ਸਲੋਕ ਲਿਖਿਆ, ਕਹਿੰਦੇ ਵੀ ਗੁਰਮਤ ਦਾ ਇਹ ਮਾਰਗ ਨਹੀਂ ਹੈ ਸਰੀਰ ਨੂੰ ਧਰਮ ਦੀ ਖਾਤਰ ਕੋਈ ਕਸ਼ਟ ਦਿੱਤਾ ਜਾਏ, ਸਗੋਂ ਗੁਰਮਤ ਦਾ ਕਹਿੰਦੀ ਸਿਰ ਪੈੜੀ ਕਿਆ ਫੇੜਿਆ, ਅੰਦਰ ਪਿਰੀ ਸੰਭਾਲ। ਹੱਥਾਂ ਨੇ, ਪੈਰਾਂ ਨੇ, ਸਿਰ ਨੇ ਤੇਰਾ ਕੀ ਵਿਗਾੜਿਆ? ਜੇ ਸੰਭਾਲਣਾ ਚਾਹੁੰਦਾ ਤੇ ਆਪਣੇ ਅੰਦਰ ਨੂੰ ਸੰਭਾਲ, ਆਪਣੇ ਮਨ ਦੇ ਖੋਟੇਪਨ ਨੂੰ ਦੂਰ ਕਰ। ਤੇਰਾ ਮਨ ਪਿੰਗਲਾ ਹੋਇਆ ਪਿਆ, ਉਹਨੂੰ ਸਵਾਰਨ ਦੀ ਕੋਸ਼ਿਸ਼ ਕਰ, ਉਹਨੂੰ ਸਿੰਗਾਰਨ ਦੀ ਕੋਸ਼ਿਸ਼ ਕਰ। ਚੰਗੇ ਖਿਆਲਾਂ ਦਾ ਸੰਗ੍ਰਹਿ ਜਿਹੜਾ ਉਹ ਤੇਰੇ ਮਨ ਵਿੱਚ ਇਕੱਤਰ ਹੋ ਸਕੇ। ਜੇ ਮਨ ਦੇ ਖਿਆਲ ਬਦਲਣਗੇ ਤੇ ਸਰੀਰ ਦੀ ਪ੍ਰਕਿਰਿਆ ਆਪਣੇ ਆਪ ਹੀ ਬਦਲ ਜਾਏਗੀ। ਕੈਸੀਆਂ ਪਿਆਰੀਆਂ ਉਦਾਹਰਨਾਂ ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਦਿੱਤੀਆਂ। ਕਹਿੰਦੇ ਆਪਾਂ ਦੇਖਿਆ ਨਾ ਸਾਰਿਆਂ ਨੇ ਸੱਪ, ਹੁਣ ਕੋਈ ਬੰਦਾ ਜਿਹਨੂੰ ਸੱਪ ਤੋਂ ਡਰ ਲੱਗ ਰਿਹਾ, ਉਹਦੇ ਘਰ ਵਿੱਚ ਸੱਪ ਵੜ ਗਿਆ, ਬੰਦਾ ਡਾਂਗ ਲੈ ਕੇ ਪਿੱਛੇ ਖੁੱਡ ਵਿੱਚ ਜਾ ਵੜਿਆ। ਮਨੁੱਖ ਨੇ ਹੁਣ ਬਾਹਰੋਂ ਚੰਗੀ ਤਰ੍ਹਾਂ ਮਿੱਟੀ ਪਾ ਕੇ ਤੇ ਜਿਹੜੀ ਖੁੱਡ ਸੀ ਸੱਪ ਦੀ ਉਹ ਬੰਦ ਕਰ ਦਿੱਤੀ, ਤੇ ਬਾਹਰ ਛਾਲਾ ਮਾਰ ਕੇ ਹੱਸਦਾ ਵੀ ਮੈਂ ਹੁਣ ਸੱਪ ਮਾਰ ਲਿਆ। ਗੁਰਬਾਣੀ ਕਹਿੰਦੀ ਵਰਮੀ ਮਰੀ ਸਾਪ ਨਾ ਮੂਆ, ਕਿ ਵਰਮੀ ਕੱਲੀ ਬੰਦ ਕਰਕੇ, ਉਹ ਖੁੱਡ ਬੰਦ ਕਰਕੇ ਇਹ ਖੁਸ਼ੀ ਮਨਾ ਲੈਣੀ ਵੀ ਸੱਪ ਮਰ ਗਿਆ, ਇਹ ਕੋਈ ਬਹੁਤੀ ਸਿਆਣਪ ਨਹੀਂ। ਵਰਮੀ ਕੀ ਹੈ? ਸਾਡਾ ਸਰੀਰ ਹੈ। ਸਰੀਰ ਨੂੰ ਕਸ਼ਟ ਦੇ ਕੇ ਤੇ ਮਨ ਰੂਪੀ ਸੱਪ ਜਿਹੜਾ ਅੰਦਰ ਬੈਠਾ ਕਲੋਲਾ ਕਰ ਰਿਹਾ, ਬੰਦਾ ਇਹ ਖਿਆਲ ਕਰੇ ਵੀ ਮੈਂ ਇਹਨੂੰ ਕਾਬੂ ਵਿੱਚ ਕਰ ਲਿਆ, ਬਹੁਤ ਵੱਡਾ ਭੁਲੇਖਾ, ਉਹ ਤੇ ਹਲੇ ਜਿਉਂਦਾ ਬੈਠਾ ਅੰਦਰ। ਇਸ ਲਈ ਗੁਰਬਾਣੀ ਨੇ ਜਿਹੜੀ ਸਾਧਨਾ ਦਿੱਤੀ ਹੈ ਨਾ, ਸਾਨੂੰ ਮਨ ਦੀ ਸਾਧਨਾ ਦਿੱਤੀ ਹੈ। ਅੱਜ ਜਿੰਨੇ ਧਾਰਮਿਕ ਅਸਥਾਨ, ਧਰਮ ਦੇ ਠੇਕੇਦਾਰ ਬੈਠੇ ਨੇ, ਖੁੱਲੇ ਬੈਠੇ, ਸਾਰੇ ਧਰਮ ਦੀ ਗੱਲ ਜਿਹੜੀ ਤੁਹਾਨੂੰ ਸਰੀਰ ਦੇ ਨਾਲ ਜੋੜ ਕੇ, ਉਹ ਤੋਂ ਅਸੀਂ ਪ੍ਰਭਾਵਿਤ ਹੁੰਦੇ ਹਾਂ। ਉਹੀ ਕੁਝ ਸਾਨੂੰ ਅੱਜ ਤੱਕ ਸਿਖਾਇਆ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਤੁਸੀਂ ਦੇਖੋ, ਇਸ ਧਰਮ ਦੀ ਦੁਨੀਆ ਵਿੱਚ ਕਿਤਾਬਾਂ ਲਿਖੀਆਂ ਗਈਆਂ ਔਰ ਬਾਕਾਇਦਾ ਗੁਟਕਿਆਂ ਉੱਤੇ ਲਿਖਿਆ ਹੋਇਆ ਵੀ ਇੱਕ ਪੈਰ ਤੇ ਖੜੋ ਕੇ ਜੇ ਤੁਸੀਂ ਇਸ ਬਾਣੀ ਨੂੰ ਪੜ੍ਹਦੇ ਹੋ ਤੇ ਤੁਹਾਡਾ ਇਹ ਲਾਭ ਹੋ ਜਾਏਗਾ। ਇੱਕ ਇਸ ਰੂਪ ਵਿੱਚ ਤੁਸੀਂ ਇੰਨੇ ਵਜੇ ਉੱਠ ਕੇ ਇਵੇਂ ਬਾਣੀ ਪੜ੍ਹਦੇ ਹੋ ਤੇ ਇਹ ਲਾਭ ਹੋ ਜਾਏਗਾ। ਗੁਟਕਿਆਂ ਉੱਤੇ ਅੱਜ ਲਿਖਿਆ ਆ ਰਿਹਾ, ਵੱਖ-ਵੱਖ ਮਰਿਆਦਾਵਾਂ ਡੇਰਿਆਂ ਵਿੱਚੋਂ ਪੈਦਾ ਹੋਈਆਂ ਤੇ ਤੁਹਾਡੇ ਤੱਕ ਪਹੁੰਚ ਗਈ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਬਿਲਕੁਲ ਵਿਪਰੀਤ ਹੈ। ਸੋ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਇਹ ਭਗਤਾਂ ਦੀ ਬਾਣੀ, ਗੁਰੂ ਸਾਹਿਬ ਦੀ ਬਾਣੀ, ਗੁਰਸਿੱਖਾਂ ਦੀ ਬਾਣੀ, ਇਹ ਸਮੁੱਚੀ ਬਾਣੀ ਦਾ ਖਜ਼ਾਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਮੌਜੂਦ ਸੀ, ਜਿਹਨੂੰ ਤਰਤੀਬ ਦਿੱਤੀ ਸਤਿਗੁਰੂ ਨੇ, ਰਾਗਬੱਧ ਕੀਤਾ, ਨੰਬਰ ਵਾਈਜ਼ ਸਤਿਗੁਰੂ ਨੇ ਇਹਨਾਂ ਸਾਰੀ ਬਾਣੀ ਨੂੰ ਜਿਹੜਾ ਉਹ ਕਲੈਕਟ ਕੀਤਾ, ਇੱਕ ਜਗ੍ਹਾ ਇਕੱਤਰ ਕੀਤਾ। ਔਰ ਸ਼ਬਦ ਵੀ ਦੇਖੋ ਕਿੰਨੇ ਪਿਆਰੇ ਵਰਤੇ ਨੇ, ਜਿਹੜੇ ਸਹਿਜ ਪਾਠ ਕਰਦੇ ਬਾਣੀ ਵਿੱਚ, ਬਾਣੀ ਦਾ ਅਖੀਰ ਵਿੱਚ ਜਦੋਂ ਕੋਈ ਬਾਣੀ ਸਮਾਪਤ ਹੁੰਦੀ, ਉੱਥੇ ਫਾਰਸੀ ਵਿੱਚ, ਪਰਸੀਅਨ ਵਿੱਚ ਲਿਖਿਆ ਇੱਕ ਸ਼ਬਦ ਆਉਂਦਾ ਜੁਮਲਾ। ਜੁਮਲਾ ਦਾ ਅਰਥ ਹੁੰਦਾ ਕੁੱਲ ਜੋੜ, ਟੋਟਲ ਕਿੰਨਾ ਕੁ ਬਣ ਗਿਆ ਹੁਣ ਤੱਕ, ਜਿਹੜੀ ਬਾਣੀ ਦੇ ਸ਼ਬਦਾਂ ਦੀ ਬਣਤਰ ਹੈ। ਪਰ ਇੱਕ ਲੰਮਾ ਸਮਾਂ ਮੰਗਦਾ ਸੀ ਇਹ ਸਾਰਾ ਕੰਮ ਕਾਜ, ਤਕਰੀਬਨ 1 ਸਾਲ ਦਾ ਜਿਹੜਾ ਸਮਾਂ ਹੈ, ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਨੇ ਲਿਖਾਈ ਕੀਤੀ। ਮਹਾਨ ਸਿੱਖ ਸਨ ਇੱਕ ਭਾਈ ਬੰਨੋ ਜੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਲਦ ਤਿਆਰ ਕੀਤੀ। ਔਰ ਕੈਸੀ ਮਹਾਨ ਕਰਨੀ ਵਾਲੇ ਸਿੱਖ, ਜਿਨ੍ਹਾਂ ਦੀ ਕਰਨੀ ਉੱਤੇ ਗੁਰੂ ਸਾਹਿਬ ਨੂੰ ਵੀ ਮਾਣ ਹੈ। ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਨਾ, ਤੇ ਉਸ ਦਿਨ ਬ੍ਰਾਹਮਣ ਪੰਡਤ ਲੋਕ ਆਏ, ਕਹਿੰਦੇ ਮਹਾਰਾਜ ਨਵੀਂ ਇਮਾਰਤ ਬਣਾਈ ਹੈ, ਸਾਨੂੰ ਤੇ ਤੁਸੀਂ ਸਦੇ ਨਹੀਂ, ਇਹਦਾ ਉਦਘਾਟਨ ਵੀ ਕਰ ਲਿਆ, ਸਾਡਾ ਥਾਲ ਨਹੀਂ ਕੱਢਿਆ। ਗੁਰੂ ਅਰਜਨ ਪਿਤਾ ਮਹਾਰਾਜ ਕਹਿੰਦੇ ਵੀ ਅਸੀਂ ਤੇ ਕੱਢਿਆ ਸੀ ਤੇ ਪੰਡਤ ਸਾਡੇ ਖਾ ਕੇ ਵੀ ਚਲੇ ਗਏ। ਉਹ ਕਹਿੰਦੇ ਵੀ ਅਸੀਂ ਤੇ ਆਏ ਨਹੀਂ, ਕੌਣ ਆਇਆ ਫਿਰ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਇਤਿਹਾਸ ਵਿੱਚ ਮਿਲਦਾ ਹੈ, ਕਹਿੰਦੇ ਹਮਰਾ ਪ੍ਰੋਹਿਤ ਭਾਈ ਬੰਨੋ, ਸਿੱਖ ਸੰਗਤ ਸਭ ਸਤ ਕਰਮ। ਸਾਡੇ ਘਰ ਦੇ ਪ੍ਰੋਹਿਤ ਉਹ ਨੇ ਜਿਨ੍ਹਾਂ ਨੇ ਸਿਰ ਤੇ ਤਸਲਾ ਢੋ ਢੋ ਕੇ ਹਰਿਮੰਦਰ ਨੂੰ ਉਸਾਰਿਆ, ਇਮਾਰਤ ਦੀ ਉਸਾਰੀ ਕੀਤੀ।
ਤੁਹਾਡੇ ਵਰਗੇ ਵਿਹਲੜ ਲੋਕ ਸਾਡੇ ਘਰ ਦੇ ਪੰਡਤ ਨਹੀਂ, ਬ੍ਰਾਹਮਣ ਨੇ। ਸੋ ਉਸ ਮਹਾਨ ਸਿੱਖ ਨੇ ਜਿਲਦ ਦੀ ਸੇਵਾ ਨਿਭਾਈ। ਪਰ ਦੇਖੋ ਕਿੰਨੇ ਜਾਨ ਤਲੀ ਤੇ ਰੱਖ ਕੇ, ਕਿੰਨੀ ਸੂਰਬੀਰਤਾ ਨਾਲ, ਕੈਸੇ ਵਿਖਮ ਪੈਂਡੇ ਵਿੱਚੋਂ ਲੰਘਦਿਆਂ ਹੋਇਆ ਗੁਰੂ ਅਰਜਨ ਸਾਹਿਬ ਨੇ ਦਾਤ ਸਾਡੀ ਝੋਲੀ ਪਾਈ। ਇਤਿਹਾਸ ਵਿੱਚ ਇਹ ਘਟਨਾ ਦਰਜ ਹੈ ਕਿ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਬਾਣੀ ਦਾ ਖਜ਼ਾਨਾ ਲਿਖਵਾ ਰਹੇ ਹਨ, ਇਕੱਤਰ ਕਰ ਰਹੇ ਨੇ, ਉਸ ਵੇਲੇ 4 ਜੋ ਆਪਣੇ ਆਪ ਨੂੰ ਭਗਤ ਸਦਵਾਉਂਦੇ ਸਨ, ਉਹ ਆਏ। ਉਹ ਕਹਿੰਦੇ ਵੀ ਇੱਕ ਗ੍ਰੰਥ ਐਸਾ ਅੰਮ੍ਰਿਤਸਰ ਦੀ ਧਰਤੀ ਤੇ ਰਚਿਆ ਜਾ ਰਿਹਾ ਜਿੰਨੇ ਜੁਗੋ ਜੁਗ ਅਟਲ ਹੋ ਜਾਣਾ, ਤੇ ਕਹਿੰਦਾ ਚੰਗਾ ਹੋਏ ਜੇ ਸਾਡੇ ਬਚਨ ਵੀ ਵਿੱਚ ਦਰਜ ਹੋ ਜਾਣਗੇ, ਐਡ ਹੋ ਜਾਣਗੇ, ਸਾਡੀ ਵੀ ਲੋਕ ਪੂਜਾ ਕਰਿਆ ਕਰ। ਗੁਰੂ ਅਰਜਨ ਸਾਹਿਬ ਨੂੰ ਆ ਕੇ ਕਹਿੰਦੇ ਵੀ ਤੁਸੀਂ ਮਰੇ ਭਗਤਾਂ ਦੇ ਬਚਨ ਲਿਖ ਰਹੇ ਹੋ ਜਿਹੜੇ ਕਈ ਸੌ ਸਾਲ ਪਹਿਲਾਂ ਦੁਨੀਆ ਤੋਂ ਰੁਖਸਰ ਹੋ ਗਏ। ਅਸੀਂ ਜਿਉਂਦੇ ਜਾਗਦੇ ਤੁਹਾਡੇ ਸਾਹਮਣੇ ਭਗਤ ਬੈਠੇ ਆ, ਸਾਡੀ ਬਾਣੀ ਲਿਖੋ। ਗੁਰੂ ਸਾਹਿਬ ਨੇ ਬੜਾ ਖੁੱਲਾ ਸੱਦਾ ਦਿੱਤਾ, ਤੇ ਮਹਾਰਾਜ ਕਹਿੰਦੇ ਵੀ ਇੱਥੇ ਹੋਰ ਕੋਈ ਰਾਜਨੀਤੀ ਨਹੀਂ ਹੈ, ਇੱਥੇ ਇੱਕੋ ਇੱਕ ਕਸੌਟੀ ਹੈ, ਉਹ ਹੈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ। ਜਿਨ੍ਹਾਂ ਦੇ ਵਚਨ ਇਸ ਵਿਚਾਰਧਾਰਾ ਉੱਤੇ ਪੂਰੇ ਉਤਰਨਗੇ, ਉਹਨਾਂ ਨੂੰ ਬਣਦਾ ਹੋਇਆ ਮਾਣ ਪੂਰਾ ਉਵੇਂ ਮਿਲੇਗਾ ਜਿਵੇਂ ਭਗਤਾਂ ਨੂੰ ਪ੍ਰਾਪਤ ਹੋਇਆ। ਤੁਸੀਂ ਦੱਸੋ ਤੁਹਾਡੇ ਖਿਆਲ ਕੀ ਕਹਿੰਦੇ? ਸਾਡਾ ਇਤਿਹਾਸ ਕਹਿੰਦਾ ਉਹ 4 ਬੰਦੇ ਸਨ ਜਿਨ੍ਹਾਂ ਦਾ ਨਾਮ ਹੈ ਕਾਨਾ, ਪੀਲੂ, ਛੱਜੂ ਤੇ ਸਾਹੂ ਸਿੰਘ। ਮਹਾਰਾਜ ਨੇ ਸਭ ਤੋਂ ਪਹਿਲੇ ਨੂੰ ਕਿਹਾ ਵੀ ਤੂੰ ਦੱਸ ਕੀ ਕਹਿਣਾ ਚਾਹੁੰਦਾ, ਤੇਰੇ ਖਿਆਲ ਕੀ ਨੇ, ਤੇਰੇ ਵਿਚਾਰ ਕੀ ਨੇ। ਉਹਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਸਤਿਗੁਰੂ ਨੂੰ ਕਹਿੰਦਾ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੇ, ਖੋਜ ਮਤ ਦੇਖੋ ਕੋਈ ਰੇ। ਅਰਥ ਤੁਹਾਡੇ ਸਮਝ ਆ ਗਏ ਹੋਣਗੇ। ਕਹਿੰਦਾ ਮੈਂ ਉਹੀ ਹਾਂ ਜਿਹਦੀ ਵਡਿਆਈ ਧਾਰਮਿਕ ਗ੍ਰੰਥ ਕਰਦੇ ਨੇ, ਕਿਤੇ ਖੋਜਣ ਦੀ ਲੋੜ ਨਹੀਂ। ਗੁਰੂ ਸਾਹਿਬ ਕਹਿੰਦੇ ਵੀ ਐਸੀ ਵਿਚਾਰਧਾਰਾ ਕਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਸਕਦੀ ਹੈ, ਕਿਉਂਕਿ ਡਬਲ ਵਿਚਾਰ ਨਹੀਂ ਹੋ ਸਕਦੀ। ਇੱਥੇ ਤਾਂ ਭਗਤ ਰਵਿਦਾਸ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਹੁਣ ਤੇਰੇ ਵਿਚਾਰਾਂ ਨੂੰ ਥਾਂ ਦਈਏ ਜਾਂ ਭਗਤ ਰਵਿਦਾਸ ਜੀ ਜਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੋ ਇਹਨਾਂ ਮਹਾਨ ਖਜ਼ਾਨਾ ਸੰਸਾਰ ਨੂੰ ਦੇਣ ਦੇ ਬਾਵਜੂਦ ਵੀ, ਏਡੀ ਵੱਡੀ ਦੇਣ ਦੇ ਕੇ ਵੀ ਗੁਰਬਾਣੀ ਵਿੱਚ ਇਹ ਬਚਨ ਲਿਖਦੇ ਹੋਣ ਕਿ ਨਾਨਕ ਨੀਚ ਕਹਿ ਵਿਚਾਰ, ਵਾਰੇ ਨ ਜਾਵੇ ਇੱਕ ਵਾਰ, ਤੇ ਤੂੰ ਹੰਕਾਰ ਵਿੱਚ ਅਫਰੇ। ਕਹਿੰਦਾ ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਿਸ ਕਾ, ਖੋਜ ਮਤ ਦੇਖੋ ਕੋਈ। ਮਹਾਰਾਜ ਨੇ ਉਸ ਵੇਲੇ ਕੋਈ ਸਮਝੌਤਾ ਨਹੀਂ ਕੀਤਾ। ਅੱਜ ਤੁਸੀਂ ਦੇਖੋ ਸਾਡੇ ਰੰਗ ਢੰਗ, ਬੋਲਣ ਦਾ ਤਰੀਕਾ ਸਭ ਕੁਝ ਬਦਲ ਜਾਂਦਾ। ਜੈਸੀ ਸੰਗਤ ਤੈਸੀ ਰੰਗਤ, ਜਿਹੋ ਜਿਹੀ ਸਟੇਜ ਅਸੀਂ ਦੇਖਦੇ ਹਾਂ ਅੱਜ ਧਰਮ ਦੇ ਆਗੂ ਕੀ ਰਾਜਨੀਤਿਕ ਆਗੂਆਂ ਦੀ ਤਰ੍ਹਾਂ ਅੱਜ ਰੰਗ ਬਦਲਦੇ ਨੇ। ਪਰ ਗੁਰੂ ਨਾਨਕ ਦੇ ਘਰ ਨੇ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਦੂਜਾ ਆਇਆ, ਉਹ ਕਹਿੰਦਾ ਕਾਗਜ਼ ਸੰਧੀ ਪੂਤਰੀ ਤਉ ਨ ਤਰਿਆ ਨਿਹਾਲ। ਕਹਿੰਦਾ ਇਸਤਰੀ ਜੇ ਕਾਗਜ਼ ਦੀ ਵੀ ਬਣੀ ਹੋਵੇ ਨਾ, ਮਰਦ ਨੂੰ ਚਾਹੀਦਾ ਵੀ ਉਹਦੇ ਵਿੱਚ ਉਹਨੇ ਵੱਲ ਨਾ ਦੇਖੇ, ਨਹੀਂ ਤੇ ਮਰਦ ਦਾ ਸਾਰਾ ਧਰਮ ਹੀ ਖਤਮ ਹੋ ਜਾਏਗਾ। ਧੰਨ ਗੁਰੂ ਅਰਜਨ ਪਿਤਾ ਮਹਾਰਾਜ ਕਹਿੰਦੇ ਵੀ ਤੇਰੇ ਵਰਗੇ ਨੂੰ ਥਾਂ ਦਈਏ ਤੇ ਬਾਬਾ ਫਰੀਦ ਸਾਹਿਬ ਨੂੰ ਕੀ ਕਹੀਏ, ਜਿਹੜੇ ਕਹਿੰਦੇ 3 ਧਨ ਜਣੇ ਦੀ ਮਾਓ ਆਏ ਸਫਲ ਸੇ। ਜਾਂ ਗੁਰੂ ਨਾਨਕ ਸਾਹਿਬ ਕਹਿੰਦੇ ਭੰਡ ਨਿਮੀਐ ਭੰਡ ਜੰਮੀਐ, ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾ। ਗੁਰੂ ਸਾਹਿਬ ਨੇ ਨਹੀਂ ਬਾਣੀ ਦਰਜ ਕੀਤੀ। ਤੀਜਾ ਆਇਆ ਆ ਕੇ ਕਹਿੰਦਾ ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ। ਕਹਿੰਦਾ ਜਿਹੜੇ ਸੁੱਖ ਘਰ ਵਿੱਚ ਰਹਿ ਕੇ ਮਿਲਦੇ ਹੋਣ, ਆਪਣੇ ਬਾਹਰ ਭਟਕਣ ਦੀ ਕਿਤੇ ਲੋੜ ਨਹੀਂ। ਮਹਾਰਾਜ ਕਹਿੰਦੇ ਵੀ ਤੇਰੇ ਵਰਗੇ ਬੰਦੇ ਨੂੰ ਜੇ ਸੱਚ ਦੀ ਪੜਚੋਲਤਾ ਕਰਦੇ ਕੱਲ ਨੂੰ ਤੱਤੀ ਤਵੀ ਤੇ ਬੈਠਣਾ ਪੈ ਜੇ, ਤੇਰੇ ਵਰਗੇ ਨੂੰ ਧਰਮ ਪ੍ਰਚਾਰ ਲਈ ਉਦਾਸੀਆਂ ਲੰਬੇ ਪੈਂਡੇ ਤੈਅ ਕਰਨੇ ਪੈ ਜਾਣ, ਜਿੱਥੇ ਪਾਣੀ ਦਾ, ਖਾਣ ਦਾ, ਪਾਉਣ ਦਾ ਕੋਈ ਪ੍ਰਬੰਧ ਨਹੀਂ, ਫਿਰ ਤੇਰੇ ਸੁੱਖਾਂ ਦਾ ਕੀ ਬਣਨਾ। ਇੱਥੇ ਤਾਂ ਗੁਰਬਾਣੀ ਸਾਨੂੰ ਕਹਿੰਦੀ ਜੈ ਬੈਸਾਲੇ ਤੈ ਬੈਸਾ ਸੁਆਮੀ, ਜੈ ਭੇਜੈ ਤੈ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤ ਹੈ। ਉਹ ਵੀ ਗੁਰੂ ਸਾਹਿਬ ਨੇ ਝਾੜ ਦਿੱਤਾ। ਤੇ ਚੌਥਾ ਆਇਆ, ਜਦੋਂ ਦੇਖਿਆ ਉਹਨੇ ਵੀ 3 ਦੀ ਦਾਲ ਨਹੀਂ ਗਲੀ, ਤੇ ਜਾ ਕੇ ਕਹਿੰਦਾ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਕੀ ਨਹੀਂ ਜਾਏ ਵੇ ਅੜਿਆ। ਕਿ ਬੰਦਾ ਜੇ ਬਹੁਤਾ ਸਮਾਂ ਜ਼ਿੰਦਗੀ ਦਾ ਚੁੱਪ ਹੀ ਗੁਜ਼ਾਰੇ ਤੇ ਇਹ ਤੋਂ ਚੰਗਾ ਹੋਰ ਕੁਝ ਨਹੀਂ, ਨਾ ਕੁਝ ਬੋਲੇਗਾ ਨਾ ਪੁਆੜਾ ਪੈਣਾ ਕੋਈ। ਮਹਾਰਾਜ ਕਹਿੰਦੇ ਵੀ ਇਹ ਵੀ ਫਲਸਫਾ ਸਾਡੇ ਘਰ ਵਿੱਚ ਨਹੀਂ ਪ੍ਰਵਾਨ। ਇੱਥੇ ਤਾਂ ਬਾਣੀ ਕਹਿੰਦੀ ਸੰਤ ਮਿਲੇ ਕਿਛ ਸੁਣੀਏ ਕਹੀਏ, ਮਿਲੇ ਅਸੰਤ ਮਸ਼ਟ ਕਰ ਰਹੀ ਹੈ। ਬਾਬਾ ਬੋਲ ਨਾ ਕਿਆ ਕਹੀਏ ਜੈਸੇ ਰਾਮ ਨਾਮ। ਜਿੱਥੇ ਬੋਲਣ ਦੀ ਜਗ੍ਹਾ ਉੱਥੇ ਬੋਲਣਾ, ਜਿੱਥੇ ਚੁੱਪ ਰਹਿਣ ਦੀ ਥਾਂ ਉੱਥੇ ਸਿੱਖ ਨੂੰ ਚੁੱਪ ਰਹਿਣਾ ਵੀ ਗੁਰਬਾਣੀ ਦੇ ਸਿਧਾਂਤ ਨੇ ਸਿਖਾਏ। ਹੁਣ ਰਿਜ਼ਲਟ ਇਹ ਨਿਕਲਿਆ, ਜਦੋਂ ਇਹ ਚਾਰੇ ਹੀ ਬੰਦੇ ਦੁਰਕਾਰ ਦਿੱਤੇ ਸਤਿਗੁਰੂ ਨੇ, ਤੇ ਇਹਨਾਂ ਨੇ ਜਾ ਕੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਕੋਲ ਚੁਗਲੀਆਂ ਕੀਤੀਆਂ, ਧਮਕੀਆਂ ਦੇ ਕੇ ਗਏ ਗੁਰੂ ਸਾਹਿਬ ਨੂੰ, ਔਰ ਉੱਥੇ ਜਾ ਕੇ ਇੱਕ ਕਾਰਨ ਬਣਿਆ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦਾ। ਪਰ ਪਾਤਸ਼ਾਹ ਨੇ ਇਹਨਾਂ ਗੱਲਾਂ ਦੀ ਕੋਈ ਪਰਵਾਹ ਨਾ ਕੀਤੀ। ਮੈਂ ਤਾਂ ਬੇਨਤੀ ਕਰ ਰਿਹਾ ਵੀ ਕਿੰਨੀ ਕੀਮਤੀ ਦਾਤ ਹੈ ਗੁਰੂ ਗ੍ਰੰਥ ਸਾਹਿਬ, ਇਹ ਖਜ਼ਾਨਾ ਬਾਣੀ ਦਾ, ਜਿਹੜਾ ਪਾਤਸ਼ਾਹ ਨੇ ਕੋਈ ਵੀ ਸਮਝੌਤਾ ਨਾ ਕਰਕੇ ਬਿਲਕੁਲ ਪਿਓਰ ਗੁਰਬਾਣੀ ਦੀ ਦਾਤ ਸਾਡੀ ਝੋਲੀ ਪਾਈ ਹੈ। ਇੰਨੀ ਮਸ਼ੱਕਤ ਮਿਹਨਤ
ਕਿ ਜਿੰਦੀ ਖਾਤਰ ਗੁਰਦੇਵ ਪਿਤਾ ਮਹਾਰਾਜ ਨੇ ਆਪ ਸ਼ਹਾਦਤ ਦਾ ਜਾਮ ਕੀਤਾ। ਇਹ ਸਮੁੱਚਾ ਖਜ਼ਾਨਾ ਇੱਕ ਜਗ੍ਹਾ ਤਿਆਰ ਕਰਕੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਸਤਿਗੁਰੂ ਨੇ ਬਾਬਾ ਬੁੱਢਾ ਸਾਹਿਬ ਨੂੰ ਸਭ ਤੋਂ ਪਹਿਲਾਂ ਗ੍ਰੰਥੀ ਸਥਾਪਿਤ ਕੀਤਾ। ਦੇਖੋ, ਇਹ ਗੱਲ ਤੁਸੀਂ ਪਹਿਲਾਂ ਤੋਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੇਲੇ ਤੋਂ ਵਿਚਾਰ ਲਈ ਆਪਾਂ ਸਮਝ ਲਈ ਕਿ ਸਤਿਗੁਰੂ ਦੇ ਘਰ ਵਿੱਚ ਜਦੋਂ ਵੀ ਮਾਣ ਮਿਲਿਆ, ਬੰਦੇ ਦੀ ਕੁਆਲਿਟੀ ਕਰਕੇ ਮਿਲਿਆ, ਗੁਣ ਕਰਕੇ ਮਿਲਿਆ। ਗੁਰੂ ਅਮਰਦਾਸ ਮਹਾਰਾਜ ਨੇ ਜਿਹੜਾ ਬਚਨ ਕਹਿ ਦਿੱਤਾ ਨਾ, ਉਹਨੂੰ ਹੰਡਾਇਆ, ਉਹਨੂੰ ਕਮਾਇਆ ਜੀਵਨ ਵਿੱਚ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਗੁਰੂ ਦਾ ਸਖਾ, ਗੁਰੂ ਦਾ ਬੰਧਪ, ਗੁਰੂ ਦਾ ਰਿਸ਼ਤੇਦਾਰ, ਗੁਰੂ ਦਾ ਪੁੱਤਰ ਉਹੀ ਹੋ ਸਕਦਾ ਜਿਹੜਾ ਗੁਰੂ ਦੀ ਰਜ਼ਾ ਵਿੱਚ ਆ ਜਾਏ, ਭਾਣੇ ਵਿੱਚ ਆ ਜਾਏ, ਗੁਰੂ ਵਿਚਾਰਾਂ ਨਾਲ ਆਪਣਾ ਤਾਲਮੇਲ ਬਣਾ। ਇੱਥੇ ਹੋਰ ਕੋਈ ਬਲੱਡ ਰਿਲੇਸ਼ਨ ਕਰਕੇ ਕਿਸੇ ਨੂੰ ਖਾਸ ਮਾਣ ਨਹੀਂ। ਔਰ ਆਹੀ ਕਾਰਨ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਪਣੀ ਕੁੱਲ ਵਿੱਚੋਂ, ਗੁਰੂ ਅਮਰਦਾਸ ਜੀ ਦੀ ਕੁੱਲ ਵਿੱਚੋਂ ਜਾਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ ਦੀ ਕੁੱਲ ਵਿੱਚੋਂ ਕਿਸੇ ਵਿੱਚੋਂ ਵੀ ਚੋਣ ਕਰਨ ਦੀ ਜਗ੍ਹਾ ਇੱਕ ਪਰਮ ਸੇਵਕ, ਸੇਵਾਦਾਰ ਨੂੰ ਇਹ ਦਾਤ, ਇਹ ਮਾਣ ਬਖਸ਼ ਕੇ ਨਿਵਾਜਿਆ ਕਿ ਸਭ ਤੋਂ ਪਹਿਲਾਂ ਗ੍ਰੰਥੀ ਬਾਬਾ ਬੁੱਢਾ ਸਾਹਿਬ ਨੂੰ ਸਥਾਪਿਤ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਹਰਿਮੰਦਰ ਸਾਹਿਬ ਦੀ ਇਮਾਰਤ ਵਿੱਚ ਲਿਆ ਕੇ ਪ੍ਰਕਾਸ਼ਮਾਨ ਕੀਤਾ ਗਿਆ। ਹਰਿਮੰਦਰ ਸਾਹਿਬ ਦੀ ਉਹ ਇਮਾਰਤ ਹੈ ਜਿੱਥੇ ਕਦੇ ਗੁਰੂ ਸਾਹਿਬ ਜੀ ਸਰੀਰਕ ਰੂਪ ਵਿੱਚ ਉਸ ਥਾਂ ਤੇ ਨਹੀਂ ਬੈਠੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ। ਕੱਲਾ ਬਾਣੀ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ, ਨਾ ਪਹਿਲਾਂ ਨਾ ਉਸ ਤੋਂ ਬਾਅਦ। ਸਰੀਰਕ ਰੂਪ ਵਿੱਚ ਕਦੇ ਵੀ ਸੰਗਤ ਨੇ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਹਰਿਮੰਦਰ ਸਾਹਿਬ ਦੇ ਅੰਦਰ, ਸਿਰਫ ਬਾਣੀ ਦਾ ਪ੍ਰਕਾਸ਼ ਹੋਇਆ। ਬਾਬਾ ਬੁੱਢਾ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ 1604 ਈਸਵੀ ਨੂੰ। ਔਰ ਸਤਿਗੁਰੂ ਹੁਕਮ ਕਰਦੇ ਨੇ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼ ਸੁਨੇ ਸਭ ਪੰਥ, ਅਦਬ ਸਹਿਤ ਗ੍ਰੰਥ ਸੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਤੇ ਸਭ ਤੋਂ ਪਹਿਲਾ ਹੁਕਮਨਾਮਾ ਸੀ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸੂਹੀ ਮਹਿਲਾ ਪੰਜਵਾਂ, ਰਾਗ ਸੂਹੀ। ਇਵੇਂ ਇਹ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਰਕੇ ਸਤਿਗੁਰੂ ਨੇ ਸਾਡੀ ਝੋਲੀ ਇਹ ਮੁਬਾਰਕ ਦਾਤ ਪਾਈ, ਸਾਡੇ ਤੇ ਕਿਰਪਾਲਤਾ ਕੀਤੀ। ਜਦੋਂ ਆਪਾਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਵੱਲ ਆਉਂਦੇ ਹਾਂ, ਵੈਸੇ ਤਾਂ ਇੰਨੇ ਟੌਪਿਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਤੁਸੀਂ ਕਿਸੇ ਵੀ ਜੀਵਨ ਦੇ ਮਸਲੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਕਰਨ ਬਹਿ ਜਾਓ, ਹਰ ਪੱਖ ਤੋਂ ਸਤਿਗੁਰੂ ਨੇ ਸਾਡੀ ਅਗਵਾਈ ਕੀਤੀ। ਸਾਡਾ ਸਮਾਜਿਕ ਮਸਲਾ ਹੋਵੇ, ਸਾਡਾ ਪਰਿਵਾਰਕ ਮਸਲਾ ਹੋਵੇ, ਸਾਡਾ ਰਾਜਨੀਤਿਕ ਮਸਲਾ ਹੋਵੇ, ਸਾਡਾ ਸਮਾਜਿਕ ਮਸਲਾ ਹੋਵੇ, ਹਰ ਇੱਕ ਪੱਖ ਤੋਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਵਿਚਾਰ ਦਿੰਦੇ। ਅੱਜ ਇਸ ਗੱਲ ਦਾ ਇੱਕ ਦੁੱਖ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਨੂੰ ਅਸੀਂ ਉਸ ਰੂਪ ਵਿੱਚ ਹੀ ਲਿਆ ਜਿਸ ਰੂਪ ਵਿੱਚ ਪੁਰਾਣੇ ਸਮੇਂ ਅੰਦਰ ਪੁਜਾਰੀ ਸੋਚ ਜਿਹੜੀ ਹੈ ਵੇਦਾਂ ਦੇ ਮੰਤਰਾਂ ਨੂੰ ਪੜ੍ਹਦੀ ਸੀ, ਵੀ ਸਵੇਰੇ ਪੜ੍ਹ ਲਿਆ, ਸ਼ਾਮ ਨੂੰ ਪੜ੍ਹ ਲਿਆ ਤੇ ਧਰਮ ਦਾ ਕਰਮ ਇੱਥੇ ਕੰਪਲੀਟ ਹੋ। ਅੱਜ ਇਵੇਂ ਸਿੱਖ ਕਰਦਾ, ਸਵੇਰੇ ਨਿਤਨੇਮ ਕੀਤਾ, ਸ਼ਾਮ ਨੂੰ ਰਹਿਰਾਸ ਕੀਤੀ। ਦਿਨ ਵਿੱਚ ਅਸੀਂ ਕੀ ਕਰ ਰਹੇ ਹਾਂ, ਕੈਸਾ ਵਿਵਹਾਰ ਕਰ ਰਹੇ ਹਾਂ, ਕਿੰਨੀਆਂ ਠੱਗੀਆਂ ਮਾਰ ਰਹੇ ਹਾਂ, ਕੀ ਕੁਝ ਕਰ ਰਹੇ ਹਾਂ, ਉਹਦੇ ਨਾਲ ਗੁਰਬਾਣੀ ਦਾ ਕੋਈ ਸੰਬੰਧ ਸਿੱਖ ਰੱਖਦਾ ਹੀ ਨਹੀਂ। ਪਰ ਗੁਰਦੇਵ ਨੇ ਬਾਣੀ ਵਿੱਚ ਕਿਹਾ, ਗੁਣ ਨਿਧਾਨ ਭਗਤਨ ਕੋ ਬਰਤਨ। ਇਹ ਕੋਈ ਸਵੇਰੇ ਸ਼ਾਮ ਪੜ੍ਹੀ ਜਾਣ ਵਾਲੀ ਇਕੱਲੀ ਕੋਈ ਕਵਿਤਾ, ਕੋਈ ਪੋਇਮ ਜਾਂ ਕੋਈ ਧਾਰਮਿਕ ਪ੍ਰਕਿਰਿਆ ਨਹੀਂ ਸੀ, ਕੋਈ ਮੰਤਰ ਨਹੀਂ। ਇਹ ਤੇ ਉਹ ਮੁਬਾਰਕ ਜੀਵਨ ਦਾ ਖਜ਼ਾਨਾ, ਜੀਵਨ ਦੀ ਸੇਧ, ਪ੍ਰੈਕਟੀਕਲ ਜੀਵਨ ਹੈ, ਜਿਹਨੂੰ ਜ਼ਿੰਦਗੀ ਵਿੱਚ ਹਰ ਵੇਲੇ ਸਿੱਖ ਨੇ ਆਪਣੇ ਜੀਵਨ ਵਿੱਚ ਹੰਡਾਉਣਾ ਹੈ, ਮਹਿਸੂਸ ਕਰਨਾ ਹੈ, ਕਮਾਉਣਾ ਹੈ, ਆਪਣੀ ਜ਼ਿੰਦਗੀ ਦੀਆਂ ਬੁਰਾਈਆਂ ਨੂੰ ਬਾਹਰ ਕੱਢ ਕੇ ਤੇ ਸੱਚਾਈ ਨੂੰ ਆਪਣੇ ਜੀਵਨ ਦਾ ਸ਼ਿੰਗਾਰ। ਇਸੇ ਕਰਕੇ ਜੋ ਕੁਝ ਪਹਿਲਾਂ ਪੁਜਾਰੀਵਾਦ ਦੀ ਸੋਚ ਚੱਲ ਰਹੀ ਸੀ, ਉਹਦਾ ਥੋੜਾ ਬਹੁਤਾ ਬਦਲਵਾ ਰੂਪ ਹੀ ਬਦਲਿਆ ਗਿਆ, ਬਾਕੀ ਉਹੀ ਸੋਚ ਸਾਡੇ ਅੰਦਰ ਆ ਗਈ। ਅੱਜ ਤੁਸੀਂ ਦੇਖੋ ਨਾ, ਉਹ ਕਹਿੰਦਾ ਸੀ ਦੱਖਣ ਦੇਸ ਹਰੀ ਕਾ ਵਾਸਾ, ਪਸ਼ਚਮ ਅੱਲਾ ਮੁਕਾਮਾ। ਅੱਜ ਸਿੱਖ ਵੀ ਕਹਿੰਦਾ ਵੀ ਗੁਰਦੁਆਰੇ ਵਿੱਚ ਰੱਬ ਹੈ, ਬਾਹਰ ਜਾ ਕੇ ਜੋ ਮਰਜ਼ੀ ਕਰਦੇ ਰਹੋ। ਆਮ ਆਪਾਂ ਕਹਿੰਦੇ ਆ ਨਾ ਵੀ ਗੁਰਦੁਆਰੇ ਵਿੱਚ ਇਹ ਕੰਮ ਨਹੀਂ ਕਰਨਾ, ਬਾਹਰ ਇਹਦਾ ਮਤਲਬ ਇਹ ਹੋਇਆ ਬਾਹਰ ਜਿੱਥੇ ਮਰਜ਼ੀ ਕਰੋ, ਕਿਉਂਕਿ ਅਸੀਂ ਰੱਬ ਨੂੰ ਗੁਰਦੁਆਰੇ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਰੱਖੇ। ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਇਹ ਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬੋ ਨਾਨਾ ਰੇ, ਅਸਥਾਵਰ ਚੰਗਮ ਕੀਟ ਕੀਟ ਘਟ ਘਟ ਰਾਮ ਸਮਾਨ। ਰੱਬ ਦੇ ਕੁਦਰਤ ਵਿੱਚ ਬੈਠਾ ਹੋਇਆ, ਜ਼ਰੇ ਜ਼ਰੇ ਵਿੱਚ ਬੈਠਾ ਹੋਇਆ, ਹਰ ਸ਼ਖਸ ਵਿੱਚ ਬੈਠਾ ਹੋਇਆ, ਪ੍ਰਕਿਰਤੀ ਦੇ ਹਰ ਰੂਪ ਵਿੱਚ ਬੈਠਾ ਹੋਇਆ ਹੈ। ਕਿਉਂਕਿ ਜੋ ਰੱਬ ਦੇ ਘਰ ਦਾ ਨਿਯਮ ਗੁਰਬਾਣੀ ਵਿੱਚੋਂ ਪੜ੍ਹਦੇ ਹੋ, ਕੁਦਰਤ ਸਾਨੂੰ ਸਾਰਾ ਕੁਝ ਦੇ ਰਹੀ ਹੈ। ਨਾ ਇਨਸਾਫੀ ਕੁਦਰਤ ਵਿੱਚ ਨਹੀਂ ਹੈ। ਤੁਸੀਂ ਇੱਕ ਦਾਣਾ ਬੀਜਦੇ ਹੋ ਧਰਤੀ ਵਿੱਚ, ਤੇ ਉਹ ਧਰਤੀ ਜਿੱਥੋਂ ਦੀ ਮਰਜ਼ੀ ਹੋਵੇ, ਉਹਦਾ ਨਿਯਮ ਹੈ ਕਿ ਉਹਨੇ ਤੁਹਾਨੂੰ ਬਦਲਵੇਂ ਰੂਪ ਵਿੱਚ ਤੁਹਾਡੀ ਝੋਲੀ ਦਾਤ ਪਾਉਣੀ। ਉਵੇਂ ਗੁਰਦੇਵ ਪਿਤਾ ਮਹਾਰਾਜ ਸਤਿਗੁਰੂ
ਗੁਰਬਾਣੀ ਵਿੱਚੋਂ ਸਾਨੂੰ ਸੇਧ ਦਿੰਦੇ ਨੇ ਕਿ ਇਹ ਸਮੁੱਚਾ ਸੰਸਾਰ ਹੀ ਰੱਬ ਦਾ ਘਰ ਹੈ। ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਸਮੁੱਚਾ ਘਰ ਹੀ ਰੱਬ ਦਾ ਰੂਪ ਹੈ। ਸਗੋਂ ਗੁਰਦੁਆਰਾ ਜਾਂ ਧਾਰਮਿਕ ਸਥਾਨ ਜਿਹੜਾ ਇਹ ਸਿੱਖਿਆ ਦਾ ਕੇਂਦਰ ਹੈ, ਜਿੱਥੇ ਆ ਕੇ ਅਸੀਂ ਗੱਲਾਂ ਸਿੱਖਣੀਆਂ ਨੇ, ਸਿਆਣਪ ਬਾਣੀਆਂ। ਗੁਰੂ ਗ੍ਰੰਥ ਸਾਹਿਬ ਸਾਡੇ ਉਸਤਾਦ ਹਨ, ਜਿਹਨੂੰ ਗੁਰਬਾਣੀ ਨੇ ਕਿਹਾ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ, ਧੰਨ ਧੰਨ ਗੁਰ ਸਤਿਗੁਰ ਪਾਂਦਾ, ਜਿਨ ਗੁਰ ਉਪਦੇਸ਼ ਦੇ ਕੀਏ ਸਿਆਣੇ। ਅਸੀਂ ਆਣੇ ਸਾਂ, ਗੁਰੂ ਉਪਦੇਸ਼ ਮਿਲਿਆ, ਉਹਨੂੰ ਵਿਚਾਰਿਆ, ਸਮਝਿਆ ਤੇ ਉਹਨੂੰ ਜੀਵਨ ਵਿੱਚ ਕਮਾ ਲਿਆ। ਇਹ ਬੜਾ ਵੱਡਾ ਮਸਲਾ ਹੈ। ਮੈਂ ਹੋਰ ਨੇੜੇ ਕਰਕੇ ਜਿਹੜੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਉਹ ਹੈ, ਜਿੱਥੇ ਗੁਰਬਾਣੀ ਨੂੰ ਤਰਤੀਬ ਗੁਰੂ ਅਰਜਨ ਸਾਹਿਬ ਨੇ ਦਿੱਤੀ, ਉੱਥੇ ਗੁਰਬਾਣੀ ਵਿੱਚ ਵਿਆਕਰਣ ਨਿਯਮ ਦੀ ਵਰਤੋਂ ਕੀਤੀ। ਤੁਸੀਂ ਕੋਈ ਵੀ ਭਾਸ਼ਾ, ਕੋਈ ਵੀ ਲੈਂਗੁਏਜ ਪੜ੍ਹਦੇ ਹੋ, ਉਹ ਗ੍ਰਾਮਰ ਤੋਂ ਬਿਨਾਂ ਕੰਪਲੀਟ ਨਹੀਂ ਹੋ ਸਕਦੀ। ਇੰਗਲਿਸ਼ ਬੋਲ ਰਹੇ ਤੁਸੀਂ, ਜੇ ਗ੍ਰਾਮਰ ਤੋਂ ਬਿਨਾਂ ਬੋਲਦਾ ਕੋਈ ਕੰਮ ਤੇ ਸੜ ਜਾਂਦਾ, ਪਰ ਉਹ ਜਿਹੜੀ ਹੈ ਇੰਟਰਨੈਸ਼ਨਲ ਭਾਸ਼ਾ ਦੇ ਰੂਪ ਵਿੱਚ ਨਹੀਂ ਸਾਹਮਣੇ ਆਉਂਦੀ, ਉਦੋਂ ਗ੍ਰਾਮਰ ਦੀ ਜ਼ਰੂਰਤ। ਹੁਣ ਗੁਰਬਾਣੀ ਵਿੱਚ ਵੀ ਗ੍ਰਾਮਰ ਹੈ। ਤੁਸੀਂ ਦੇਖਿਆ ਕਦੇ ਪੰਜਾਬੀ ਅਖਬਾਰ ਪੜ੍ਹੋ ਤੇ ਗੁਰਬਾਣੀ ਪੜ੍ਹੋ, ਦੋਵਾਂ ਵਿੱਚ ਸਾਨੂੰ ਕਿੰਨਾ ਫਰਕ ਲੱਗਦਾ। ਗੁਰਬਾਣੀ ਵਿੱਚ ਅਖੀਰਲੇ ਅੱਖਰ ਨੂੰ ਕਈ ਥਾਂ ਤੇ ਔਂਕੜ ਆਈ ਹੋਈ ਹੈ, ਅਖੀਰਲੇ ਅੱਖਰ ਨੂੰ ਕਈ ਥਾਵਾਂ ਤੇ ਜਿਹੜੀ ਸਿਹਾਰੀ ਆਈ ਹੋਈ ਹੈ, ਜਿਹਨੂੰ ਆਪਾਂ ਬੋਲਦੇ ਨਹੀਂ, ਨਾ ਅਖੀਰਲੇ ਅੱਖਰ ਦੀ ਔਂਕੜ ਬੋਲਦੇ ਆ, ਨਾ ਸਿਹਾਰੀ ਬੋਲਦੇ। ਪਰ ਗੁਰੂ ਸਾਹਿਬ ਨੇ ਐਵੇਂ ਨਹੀਂ ਲਾਈਆਂ। ਇਹ ਸਾਰਾ ਕੁਝ ਗ੍ਰਾਮਰ ਦੇ ਅਨੁਸਾਰ ਬਾਣੀ ਵਿੱਚ ਪਾਤਸ਼ਾਹ ਨੇ ਦਰਜ ਕੀਤਾ। ਤੁਸੀਂ ਰਹਿਰਾਸ ਸਾਹਿਬ ਦਾ ਪਾਠ ਤੇ ਤਕਰੀਬਨ ਰੋਜ਼ ਕਰਦੇ ਹੋ, ਉਹਦੇ ਵਿੱਚ ਇੱਕੋ ਸ਼ਬਦ ਮਹਾਰਾਜ ਨੇ 3 ਰੂਪ ਵਿੱਚ ਵਰਤੇ ਹੈ। ਇੱਕ ਸ਼ਬਦ ਹੈ ਭਗਤ, ਭੱਬਾ ਗੱਗਾ ਤੱਤਾ ਮੁਕਤਾ। ਇੱਕ ਸ਼ਬਦ ਹੈ ਭਗਤ, ਭੱਬਾ ਗੱਗਾ ਤੱਤੇ ਨੂੰ ਔਂਕੜ, ਥੱਲੇ ਵਾਲੀ ਮਾਤਰਾ। ਇੱਕ ਸ਼ਬਦ ਹੈ ਭਗਤ, ਭੱਬਾ ਗੱਗਾ ਤੱਤੇ ਨੂੰ ਸਿਹਾਰੀ। ਹੁਣ ਜਦੋਂ ਪੜਨ ਵਿੱਚ ਆਉਂਦਾ ਤੇ ਅਸੀਂ ਤਿੰਨੇ ਹੀ ਰੂਪ ਜਿਹੜੇ ਇੱਕੋ ਰੂਪ ਵਿੱਚ ਪੜ੍ਹਦੇ ਹਾਂ, ਭਗਤ ਭਗਤ ਭਗਤ, ਪਰ ਤਿੰਨਾਂ ਦੇ ਅਰਥ ਹੀ ਬਿਲਕੁਲ ਵੱਖ ਨੇ। ਜਦੋਂ ਭਗਤ ਤੱਤਾ ਮੁਕਤਾ ਹੋਏਗਾ, ਜਿਹਨੂੰ ਕੋਈ ਮਾਤਰਾ ਨਹੀਂ ਹੋਏਗੀ, ਤੇ ਉਹ ਬਹੁਵਚਨ ਸ਼ਬਦ ਹੈ, ਪਲੂਰਲ ਹੈ ਉਹ। ਤੇ ਭਗਤ, ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਤੁਸੀਂ ਚੈੱਕ ਕਰਿਓ ਗੁਟਕਿਆਂ ਵਿੱਚ ਕਦੇ, ਉੱਥੇ ਭਗਤ ਦਾ ਤੱਤਾ ਮੁਕਤਾ। ਤੇਰੇ ਭਗਤ ਦਾ ਅਰਥ ਹੁੰਦਾ ਗਿਆ, ਹੋ ਗਿਆ ਬਹੁਤੇ, ਬਹੁਵਚਨ ਹੋ ਗਿਆ, ਬਹੁਤਿਆਂ ਦੀ ਗੱਲ ਹੋ ਗਈ। ਇਸ ਕਰਕੇ ਅਖੀਰਲੇ ਅੱਖਰ ਦੀ ਔਂਕੜ ਹਟ ਗਈ। ਪਰ ਜਦੋਂ ਤੁਸੀਂ ਪੜ੍ਹਦੇ ਹੋ ਅਗਲੀ ਤੁਕ ਵਿੱਚ ਹੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤਾਂ ਉੱਥੇ ਇਸਤਰੀ ਲਿੰਗ ਰੂਪ ਵਿੱਚ ਆਇਆ ਉਹ ਸ਼ਬਦ, ਭਗਤੀ ਵਾਸਤੇ ਆਇਆ, ਤੱਤੇ ਨੂੰ ਸਿਹਾਰੀ ਆ ਗਈ। ਜਦੋਂ ਇਸਤਰੀ ਲਿੰਗ ਸ਼ਬਦ ਹੋ ਜਾਏਗਾ, ਫਿਰ ਅਖੀਰਲੇ ਅੱਖਰ ਨੂੰ ਸਿਹਾਰੀ ਆ ਗਈ ਹੈ, ਤੇਰੀ ਭਗਤ। ਇੱਥੋਂ ਪਤਾ ਲੱਗ ਰਿਹਾ ਸਾਨੂੰ ਤੇਰੀ ਭਗਤੀ, ਉੱਥੇ ਤੇਰੇ ਭਗਤ ਸੀ, ਉੱਥੇ ਬਹੁਤੇ ਭਗਤਾਂ ਵਾਸਤੇ ਸੀ, ਇੱਥੇ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ। ਇਹ ਵਾਹਿਗੁਰੂ ਤੇਰੀ ਭਗਤੀ ਦੇ ਭੰਡਾਰੇ ਭਰੇ ਹੋਏ। ਮੈਨੂੰ ਪਤਾ ਵੀ ਇਵੇਂ ਥੋੜਾ ਜਿਹਾ ਔਖਾ ਹੈ, ਕਿਉਂਕਿ ਗੱਲਾਂ ਬੋਰਡ ਤੇ ਸਿੱਖਣ ਵਾਲੀਆਂ ਨੇ ਲਿਖ ਕੇ, ਗੁਰਬਾਣੀ ਗ੍ਰਾਮਰ ਦੇ ਨਿਯਮ, ਤਾਂ ਜੋ ਸਾਨੂੰ ਸੌਖੇ ਰੂਪ ਵਿੱਚ ਸਮਝ ਆ ਸਕੇ। ਕਿਉਂਕਿ ਗੁਰਬਾਣੀ ਦੀ ਇਹ ਪਹਿਲ ਹੈ, ਸਭ ਤੋਂ ਪਹਿਲ ਇਹੀ ਹੈ ਕਿ ਕਿਸੇ ਅੱਖਰ ਨੂੰ ਸ਼ੁੱਧ ਰੂਪ ਵਿੱਚ ਪੜ੍ਹ ਲੈਣਾ। ਵਿਚਾਰ ਵਾਲੇ ਪਾਸੇ ਤਾਂ ਸੈਕੰਡ ਨੰਬਰ ਹੈ ਨਾ, ਅਸੀਂ ਵਿਚਾਰ ਵਾਲੇ ਪਾਸੇ ਤਾਂ ਮੁੜਾਂਗੇ ਜੇ ਸਾਨੂੰ ਉਹ ਗੱਲ ਸਮਝ ਵਿੱਚ ਆ ਜਾਏ, ਕਿਸ ਰੂਪ ਵਿੱਚ ਲਿਖੀ, ਪੜ੍ਹਨਾ ਸ਼ੁੱਧ ਆ ਜਾਏ। ਹੁਣ ਜਦੋਂ ਤੱਕ ਪੜ੍ਹਨ ਦਾ ਹੀ ਨਹੀਂ ਪਤਾ ਲੱਗਿਆ ਤੇ ਅਸੀਂ ਕਿਵੇਂ ਅਰਥ ਕਰ ਸਕਾਂਗੇ। ਇਸ ਵਾਸਤੇ ਸਤਿਗੁਰੂ ਨੇ ਇਹ ਸਾਡੇ ਤੇ ਕਿਰਪਾ ਕੀਤੀ। ਤੇ ਜਿਹੜਾ ਤੀਜਾ ਰੂਪ ਆਉਂਦਾ ਹੈ ਭੱਬਾ ਗੱਗਾ ਤੱਤੇ ਨੂੰ ਔਂਕੜ, ਇਹ ਇੱਕ ਵਚਨ ਸਿੰਗੂਲਰ ਲਈ ਆਉਂਦਾ ਹੈ। ਸਿੰਗੂਲਰ ਵਾਸਤੇ ਇੱਕ ਵਚਨ ਪੁਲਿੰਗ ਹੋਵੇ, ਉੱਥੇ ਔਂਕੜ ਆਈ ਅਖੀਰ ਵਿੱਚ, ਜਿੱਥੇ ਇੱਕ ਭਗਤ ਦੀ ਗੱਲ ਚੱਲ ਰਹੀ ਹੋਵੇ। ਮੈਂ ਦੁਬਾਰਾ ਰਿਪੀਟ ਕਰ ਦਿਆਂ, ਜਿੱਥੇ ਇੱਕ ਭਗਤ ਦੀ ਗੱਲ ਹੋਣੀ ਹੈ, ਉੱਥੇ ਭਗਤ ਦੇ ਤੱਤੇ ਨੂੰ ਔਂਕੜ। ਜਿੱਥੇ ਬਹੁਤਿਆਂ ਦੀ ਗੱਲ ਹੋਣੀ ਹੈ, ਪਲੂਰਲ ਹੋ ਜਾਏਗਾ, ਉੱਥੇ ਤੱਤੇ ਦੀ ਔਂਕੜ ਹਟ ਜਾਏਗੀ, ਮੁਕਤਾ। ਤੇ ਜਿੱਥੇ ਇਸਤਰੀ ਲਿੰਗ ਰੂਪ ਵਿੱਚ ਆਵੇ, ਉੱਥੇ ਸਿਹਾਰੀ ਆਉਣੀ ਹੈ ਭਗਤੀ ਵਾਸਤੇ। ਹੁਣ ਐਸੇ ਕਿੰਨੇ ਸ਼ਬਦ ਨੇ ਗੁਰਬਾਣੀ, ਕਿਉਂਕਿ ਗੁਰੂ ਸਾਹਿਬ ਨੇ ਜਿਹੜੀ ਗੁਰਬਾਣੀ ਹੈ ਨਾ, ਇਹਦੀ ਇਹਦੀ ਲਿਖਤੀ ਜਿਹੜੀ ਹੈ ਉਹ ਕੱਲੀ ਗੁਰਮੁਖੀ ਹੈ। ਬਾਕੀ ਭਾਸ਼ਾਵਾਂ 12 ਕਿਸੇ ਵਿਦਵਾਨ ਨੇ ਤੇ ਕਈਆਂ ਨੇ 14 ਭਾਸ਼ਾ ਦਾ ਸੁਮੇਲ ਲਿਖਿਆ। ਹੁਣ ਜਦੋਂ ਤੁਸੀਂ ਪੜ੍ਹਦੇ ਹੋ ਘਣੋ 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 ਸਦ ਲੋੜ ਹੈ, ਮਨ ਲੈਣਾ ਕੈਠੇ ਪਾਇਓ, ਹੁਣ ਇਹ ਰਾਜਸਥਾਨੀ ਭਾਸ਼ਾ ਸਾਰੀ। ਗੁਰੂ ਸਾਹਿਬ ਲਿਪੀ ਪੰਜਾਬੀ ਵਰਤ ਰਹੇ ਗੁਰਮੁਖੀ, ਪਰ ਉਹ ਉੱਥੋਂ ਦੀ ਭਾਸ਼ਾ ਹੈ। ਇਸ ਕਰਕੇ ਸਤਿਗੁਰੂ ਨੇ ਇੱਕ ਤਰੀਕਾ ਵਰਤਿਆ ਆਪਣੇ ਪ੍ਰਚਾਰ ਵਾਸਤੇ। ਹੁਣ ਆਪਾਂ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ, ਜਿਹੜੀ ਪੰਜਾਬੀ ਲੈਂਗੁਏਜ ਮੈਂ ਬੋਲ ਰਹੇ ਹਾਂ, ਤੁਸੀਂ ਸਾਰੇ ਸਮਝਦੇ, ਤਾਂ ਇਹ ਤੁਹਾਡੇ ਸਮਝ ਵਿੱਚ ਆ ਰਹੇ। ਮੈਂ ਇੱਕ ਤੀਜੀ ਭਾਸ਼ਾ ਉਹ ਬੋਲਣੀ ਸ਼ੁਰੂ ਕਰਦੇ ਆ ਜਿਹੜੀ ਤੁਹਾਨੂੰ ਆਉਂਦੀ ਨਾ ਹੋਵੇ। ਮੈਂ ਜਿੰਨੇ ਮਰਜ਼ੀ ਕੀਮਤੀ ਵਿਚਾਰ ਪੇਸ਼ ਕਰਾਂ, ਪਰ ਤੁਹਾਨੂੰ ਕੱਖ ਨਹੀਂ ਪਤਾ ਲੱਗਣਾ, ਤੁਹਾਨੂੰ ਸਮਝ ਨਹੀਂ ਆਉਣੀ, ਕਿਉਂਕਿ ਉਹ ਭਾਸ਼ਾ ਤੁਹਾਨੂੰ ਨਹੀਂ ਆਉਂਦੀ। ਗੁਰੂ ਸਾਹਿਬ ਜਿਸ ਥਾਂ ਤੇ ਵੀ ਪ੍ਰਚਾਰ ਦੌਰੇ ਤੇ ਗਏ, ਕਿੰਨੀ ਸਿਆਣਪ, ਕਿੰਨੀ
ਵਿਵੇਕਤਾ ਔਰ ਕਿੰਨੀ ਐਜੂਕੇਸ਼ਨ ਸੀ ਗੁਰੂ ਸਾਹਿਬ ਕੋਲੇ, ਪੜ੍ਹਾਈ ਲਿਖਾਈ ਸੀ ਮਹਾਰਾਜ ਕੋਲੇ, ਕਿ ਉਹ ਹਰ ਭਾਸ਼ਾ ਤੋਂ ਜਾਣੂ ਸਨ। ਲੋਕਾਂ ਨੂੰ ਉਸ ਰੂਪ ਵਿੱਚ ਐਸੀਆਂ ਗੱਲਾਂ ਨੂੰ ਪ੍ਰਗਟ ਕਰਨ ਦੀ ਜਗ੍ਹਾ, ਆਪਣੇ ਗੁਰੂ ਦੀ ਸਿਆਣਪ ਨੂੰ ਪ੍ਰਗਟ ਕਰਨ ਦੀ ਜਗ੍ਹਾ, ਸਾਖੀਆਂ ਕਰਾਮਾਤੀ ਤੇ ਅਸੀਂ ਬਹੁਤ ਬਣਾ ਲਈਆਂ, ਇਤਿਹਾਸ ਵਿੱਚ ਸੱਚਾਈ ਨੂੰ ਅਸੀਂ ਅਲੋਪ ਕਰਕੇ ਰੱਖ ਦਿੱਤਾ। ਗੁਰਦੇਵ ਉਸ ਭਾਸ਼ਾ ਵਿੱਚ ਜਾ ਕੇ ਗੱਲ ਕਰਦੇ ਆ, ਔਰ ਉਹਨਾਂ ਧਰਮਾਂ ਬਾਰੇ ਕਿੰਨੀ ਗਹਿਰੀ ਨੌਲੇਜ ਰੱਖਦੇ ਮਹਾਰਾਜ, ਕਿ ਜਦੋਂ ਜੋਗੀਆਂ ਨਾਲ ਕਰਦੇ ਤੇ ਉਹਨਾਂ ਦੀਆਂ ਧਾਰਮਿਕ ਨਿਸ਼ਾਨੀਆਂ ਦੀ ਗੱਲ ਕਰਦੇ ਆ, ਮੁੰਦਾ ਸੰਤੋਖ, ਸ਼ਰਮਪਤ ਝੋਲੀ। ਹੁਣ ਕਿੰਨਾ ਸੌਖਾ ਹੋ ਗਿਆ ਉਸ ਬੰਦੇ ਨੂੰ ਸਮਝਾਉਣਾ। ਇੱਕ ਕਿਸਾਨ ਅਨਪੜ੍ਹ ਬੰਦਾ ਖੜਾ ਹੈ, ਉਹਨੂੰ ਤੁਸੀਂ ਅਧਿਆਤਮਕ ਦੀਆਂ ਹੋਰ ਗੱਲਾਂ ਸੁਣਾਓ, ਉਹਨੂੰ ਕੱਖ ਨਹੀਂ ਪਤਾ ਲੱਗਣਾ। ਪਰ ਗੁਰੂ ਸਾਹਿਬ ਜਦੋਂ ਕਹਿ ਰਹੇ ਹੋਣਗੇ ਕਿ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਤੂੰ ਆਪਣੇ ਮਨ ਨੂੰ ਹਾਲੀ ਬਣਾ ਲੈ, ਚੰਗੀ ਕਰਨੀ ਨੂੰ ਕਿਰਸਾਨੀ ਖੇਤੀ ਬਣਾ, ਸ਼ਰਮ ਪਾਣੀ, ਤੇਰੀ ਮਿਹਨਤ ਮਸਕਤ ਚੰਗੀ ਕਿਰਤ ਪਾਣੀ ਹੋਵੇ, ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ। ਹੁਣ ਅੱਜ ਦੇ ਪੜ੍ਹੇ ਲਿਖੇ ਬੱਚੇ ਨੂੰ ਸੁਹਾਗਾ ਸਮਝਾਉਣਾ ਬੜਾ ਔਖਾ, ਪਰ ਕਿਸਾਨ ਲਈ ਔਖਾ ਥੋੜੀ ਹੈ। ਗੁਰੂ ਸਾਹਿਬ ਕਿਸਾਨ ਨਾਲ ਗੱਲ ਕਰ ਰਹੇ ਤੇ ਉਹਦੀ ਭਾਸ਼ਾ ਵਿੱਚ ਗੱਲ ਕਰ ਰਹੇ। ਇਸ ਵਾਸਤੇ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ। ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਜਿੰਨਾ ਕੁਝ ਅਸੀਂ ਦੁਨਿਆਵੀ ਤੌਰ ਤੇ ਆਪਣੇ ਬੱਚਿਆਂ ਲਈ ਬਹੁਤ ਜ਼ਰੂਰੀ ਸਮਝਦੇ ਆ, ਗੁਰਬਾਣੀ ਨੂੰ ਤੇ ਇੱਕ ਧਾਰਮਿਕ ਕਰਮ ਜਿਹੜਾ ਉਹ ਬਸ ਉਸ ਰੂਪ ਵਿੱਚ ਹੀ ਲਿਆ ਜਿਵੇਂ ਪੁਰਾਣੇ ਸਮੇਂ ਵਿੱਚ ਹੁੰਦਾ ਸੀ। ਅੱਜ ਵੀ ਪਾਠ ਰਖਾ ਲਿਆ, ਲੋਕ ਇਕੱਠੇ ਕਰ ਲਏ ਤੇ ਇੱਕ ਧਰਮ ਦੀ ਮਰਿਆਦਾ ਨਿਭ ਗਈ। ਅਸੀਂ ਇਸ ਤੋਂ ਅੱਗੇ ਇਧਰਲੇ ਪਾਸੇ ਕਦੇ ਮਸਲਾ ਹੱਲ ਹੀ ਨਹੀਂ। ਮੁਹੰਮਦ ਸਾਹਿਬ ਨੇ ਆਪਣੇ ਖਲੀਫਿਆਂ ਨੂੰ ਇੱਕ ਵਾਰੀ ਸਵਾਲ ਕੀਤਾ ਸੀ ਵੀ ਇਸਲਾਮ ਧਰਮ ਵਾਸਤੇ ਸਭ ਤੋਂ ਵੱਡਾ ਖਤਰਾ ਕੀ ਹੋ ਸਕਦਾ। ਉਹਨਾਂ ਨੇ ਸਾਰਿਆਂ ਨੇ ਆਪਣੇ ਆਪਣੇ ਰੂਪ ਵਿੱਚ ਜਵਾਬ ਦਿੱਤਾ, ਕਿਸੇ ਨੇ ਕੁਝ, ਕਿਸੇ ਨੇ ਕੁਝ। ਤੇ ਇਤਿਹਾਸ ਕਹਿੰਦਾ ਵੀ ਮੁਹੰਮਦ ਸਾਹਿਬ ਦੀ ਤਸੱਲੀ ਨਾ ਹੋ ਸਕੀ। ਅਖੀਰ ਵਿੱਚ ਉਹ ਆਪ ਪੁੱਛਦੇ ਨੇ ਵੀ ਜੇ ਤੁਸੀਂ ਸਾਡੇ ਜਵਾਬਾਂ ਤੋਂ ਸੰਤੁਸ਼ਟ ਨਹੀਂ, ਜੋ ਆਨਸਰ ਅਸੀਂ ਕੀਤੇ ਨੇ, ਫਿਰ ਤੁਸੀਂ ਆਪ ਦੱਸੋ। ਮੁਹੰਮਦ ਸਾਹਿਬ ਨੇ ਕੋਈ ਜਵਾਬ ਦਿੱਤਾ, ਕਹਿੰਦੇ ਕੁਰਾਨ ਸ਼ਰੀਫ ਦਾ ਗਲਤ ਉਚਾਰਨ ਕਰਨਾ ਹੀ ਸਭ ਤੋਂ ਵੱਡਾ ਖਤਰਾ ਹੈ ਇਸਲਾਮ ਧਰਮ। ਜਦੋਂ ਧਾਰਮਿਕ ਗ੍ਰੰਥ ਦੇ ਕੋਈ ਅਰਥ ਤੋੜ ਮੜੋੜ ਦਵੇ, ਉਚਾਰਨ ਪੱਖ ਤੋੜ ਦੇ। ਔਰ ਪਿੱਛੇ ਤੁਸੀਂ ਇਤਿਹਾਸ ਪੜ੍ਹ ਚੁੱਕੇ ਹੋ, ਆਈ ਕਾਰਨ ਬਾਬਾ ਰਾਮ ਰਾਜ ਨੇ ਕੋਈ ਲਿਖਤੀ ਰੂਪ ਵਿੱਚ ਤੁਕ ਥੋੜੀ ਬਦਲ ਦਿੱਤੀ ਸੀ, ਸਿਰਫ ਇੱਕ ਅੱਖਰ ਬਦਲਿਆ, ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਦੀ ਕਰ ਦਿੱਤੀ। ਗੁਰੂ ਸਾਹਿਬ ਨੇ ਮੱਥੇ ਨਹੀਂ ਲਾਇਆ। ਗੁਰੂ ਅੱਜ ਤੁਸੀਂ ਦੇਖੋ ਸਾਡੀਆਂ ਸਟੇਜਾਂ ਤੇ ਧਾਰਮਿਕ ਲਾਣੇ ਬਾਣੇ ਨੂੰ ਜਦੋਂ ਅਸੀਂ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਕੀਮਤੀ ਸ਼ਬਦਾਂ ਨੂੰ ਆਪਣੇ ਸਰੀਰ ਨਾਲ ਜੋੜ ਕੇ ਪਰੋਸਿਆ ਜਾ ਰਿਹਾ ਸੰਸਾਰ। ਜਦੋਂ ਗੁਰੂ ਸ਼ਬਦ ਆਉਂਦਾ ਹੈ, ਸੰਤ ਸ਼ਬਦ ਆਉਂਦਾ ਗੁਰਬਾਣੀ ਵਿੱਚ, ਉਹ ਸਾਰਾ ਕੁਝ ਸਰੀਰ ਨਾਲ ਜੋੜ ਲੈਂਦੇ ਆ ਕਿ ਸੰਤ ਕੀ ਧੂਰ, ਸੰਤ ਕੀ ਨਿੰਦਾ। ਲੋਕਾਂ ਨੂੰ ਡਰਾਇਆ ਜਾਂਦਾ ਉਸ ਨਾਂ ਤੇ, ਅੱਗੇ ਪੈਰ ਕਰ ਦਿੱਤੇ ਲੋਕਾਂ ਨੇ ਪਾਣੀ ਪਾ ਪਾ ਕੇ, ਵਾਰ ਕੇ ਉਹ ਗੰਦਾ ਚਰਨਾਂ ਦਾ ਪਾਣੀ ਪੀ ਲਿਆ। ਵੀ ਗੁਰਬਾਣੀ ਵਿੱਚ ਲਿਖ ਦਿੱਤਾ ਕਿ ਸੰਤ ਦੇ ਚਰਨ ਧੋਏ ਧੋਏ ਪੀਓ। ਇਵੇਂ ਸ਼ੋਸ਼ਣ ਕੀਤਾ ਜਾ ਰਿਹਾ ਸੰਸਾਰ ਦਾ, ਇਵੇਂ ਸ਼ੋਸ਼ਣ ਕੀਤਾ ਜਾ ਰਿਹਾ ਦੁਨੀਆ ਦਾ, ਔਰ ਦੁਨੀਆ ਦੇ ਲੋਕਾਂ ਦੇ ਸਮੇਂ ਨੂੰ ਔਰ ਕੀਮਤੀ ਪੂੰਜ ਨੂੰ ਬਰਬਾਦ ਕੀਤਾ। ਇਹ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ, ਆਈਆਂ ਇਸੇ ਕਰਕੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਿਚਾਰਧਾਰਾ ਤੋਂ ਦੂਰ ਹੋ ਗਏ, ਸਤਿਗੁਰੂ ਦੇ ਸਿਧਾਂਤ ਤੋਂ ਦੂਰ ਹੋ ਗਏ। ਇਸ ਵਾਸਤੇ ਇਹ ਗੁਰਬਾਣੀ ਗ੍ਰਾਮਰ ਦੇ ਜਿਹੜੇ ਨਿਯਮ ਨੇ ਨਾ, ਵਿਆਕਰਣ ਦੇ ਨਿਯਮ ਨੇ, ਇਹਨਾਂ ਨੂੰ ਵੀ ਸਾਨੂੰ ਸਮਝਣਾ ਪਵੇਗਾ। ਇਹਨਾਂ ਦੀ ਵੀ ਵਿਚਾਰਧਾਰਾ ਨਾਲ ਸਾਨੂੰ ਸਾਂਝ ਬਣਾਉਣੀ ਪਏਗੀ। ਉਸ ਵਾਸਤੇ ਤੁਸੀਂ ਗੁਰਬਾਣੀ ਦਾ ਸ਼ੁੱਧ ਪਾਠ ਪਹਿਲੀ ਗੱਲ, ਦੂਜੀ ਗੱਲ ਗੁਰਬਾਣੀ ਦੇ ਅਰਥ, ਔਰ ਤੀਜੀ ਗੱਲ ਗੁਰਬਾਣੀ ਦੇ ਅਰਥ ਦੇ ਨਾਲ ਨਾਲ ਗੁਰਬਾਣੀ ਦਾ ਸਿਧਾਂਤ। ਕਈ ਵਾਰ ਇਵੇਂ ਹੁੰਦਾ ਹੈ ਕਿ ਅਸੀਂ ਇੱਕ ਗੱਲ ਨੂੰ, ਇੱਕ ਅੱਖਰੀ ਅਰਥ ਨੂੰ ਲੈ ਕੇ ਅਸੀਂ ਝਗੜੇ ਵਿੱਚ ਪੈ ਜਾਂਦੇ ਹਾਂ। ਬਹੁਤੀ ਵਾਰੀ ਤੁਸੀਂ ਦੇਖਿਆ ਹੋਣਾ, ਦੋ ਬੰਦੇ ਗੁਰਬਾਣੀ ਨੂੰ ਲੈ ਕੇ ਝਗੜ ਰਹੇ ਨੇ, ਔਰ ਬਾਹਰੀ ਤੌਰ ਤੇ ਇਵੇਂ ਲੱਗਦਾ ਵੀ ਦੋਵੇਂ ਬੰਦੇ ਆਪਣੀ ਜਗ੍ਹਾ ਸੱਚੇ ਹੋ, ਪਰ ਕਾਰਨ ਕੀ ਹੈ ਕਿ ਉਹ ਸਿਧਾਂਤ ਨੂੰ ਨਹੀਂ ਸਮਝ ਪਾ ਰਹੇ, ਫਲਸਫੇ ਨੂੰ ਨਹੀਂ ਸਮਝ ਪਾ ਰਹੇ। ਮੈਂ ਇੱਕ ਉਦਾਹਰਣ ਅਕਸਰ ਦਿੰਦਾ ਹੁੰਦਾ ਬੇਨਤੀ ਰੂਪ ਵਿੱਚ, ਕਿ ਕਿਸ ਰੂਪ ਵਿੱਚ ਸਤਿਗੁਰੂ ਨੇ ਗੁਰਬਾਣੀ ਨੂੰ ਸਾਡੀ ਝੋਲੀ ਪਾਇਆ। ਇੱਕ ਘਰ ਵਿੱਚ ਦੋ ਪੁੱਤਰ ਨੇ, ਦੋਵਾਂ ਵਿੱਚੋਂ ਇੱਕ ਪੁੱਤਰ ਜਿਹੜਾ ਬੜਾ ਮਿਹਨਤੀ ਹੈ, ਔਰ ਇੰਨਾ ਮਿਹਨਤੀ ਹੈ ਕਿ ਦਿਨ ਰਾਤ ਆਪਣੇ ਕੰਮ ਵਿੱਚ ਇੱਕ ਸੁਰ ਹੋ ਕੇ ਰਹਿੰਦਾ ਹੈ। ਕਈ ਵਾਰੀ ਉਹਨੂੰ ਖਾਣ ਦਾ ਵੀ ਭੁੱਲ ਜਾਂਦਾ ਹੈ, ਪਾਣੀ ਪੀਣ ਦਾ ਸਮਾਂ, ਚਾਹ ਪਾਣੀ ਪੀਣ ਦਾ ਵੇਲਾ ਵੀ ਯਾਦ ਨਹੀਂ ਰਹਿੰਦਾ। ਨਾਲ ਹੀ ਦੂਜਾ ਪੁੱਤਰ ਹੈ ਜਿਹੜਾ ਆਲਸੀ ਹੈ, ਪੂਰਾ ਪੂਰਾ ਦਿਨ ਸੌਂ ਕੇ ਲੰਘਾ ਦੇਣਾ, ਅਵੇਸਲੇਪਨ ਵਿੱਚ, ਆਲਸ ਵਿੱਚ ਲੰਘਾ। ਇੱਕ ਦਿਨ ਪਿਤਾ ਘਰ ਵਿੱਚ ਆਪਣੇ ਵੱਡੇ ਪੁੱਤਰ ਨੂੰ ਬਿਠਾ ਕੇ ਕਹਿੰਦਾ, ਬੇਟਾ ਜ਼ਿੰਦਗੀ ਅੰਦਰ ਕੰਮ ਕਾਜ ਤੇ ਲੱਗੇ ਹੀ ਰਹਿਣੇ, ਔਰ ਹੁੰਦੇ ਵੀ ਰਹਿਣਗੇ ਸਮਾਂ ਪਾ ਕੇ, ਪਰ ਜਿੱਥੇ ਕੰਮ ਕਾਜ ਜ਼ਰੂਰੀ ਨਹੀਂ ਨਾ, ਉੱਥੇ ਆਪਣੇ ਸਰੀਰ ਦਾ ਖਿਆਲ, ਸਿਹਤ ਦਾ ਖਿਆਲ ਰੱਖਣਾ ਵੀ ਬੜਾ ਜ਼ਰੂਰੀ ਹੈ। ਇਸ ਲਈ ਵਕਤ ਸਿਰ ਖਾਇਆ ਕਰ, ਪੀਆ ਕਰ, ਤਾਂ ਜੋ ਇਹ ਤੇਰੀ ਸਿਹਤ ਹੈ ਤੇ ਸਭ ਕੁਝ ਹੈ, ਜਾਨ ਹੈ ਤੇ ਜਹਾਨ ਹੈ। ਹੁਣ ਉਹੀ ਪਿਤਾ ਇੱਕ ਦੋ ਦਿਨ ਬਾਅਦ, 4-6 ਦਿਨ ਬਾਅਦ ਦੂਜੇ ਪੁੱਤਰ ਨੂੰ ਵੀ ਲੈ ਕੇ ਬੈਠਾ ਹੈ। ਉਹਨੂੰ ਕਹਿੰਦਾ, ਬੇਟਾ ਕੱਲਾ ਜ਼ਿੰਦਗੀ ਦਾ ਆਧਾਰ ਖਾਣਾ ਪੀਣਾ ਸੌਣਾ ਜਾਂ ਮੌਜ ਮਸਤੀਆਂ ਕਰ ਲੈਣੀਆਂ ਨਹੀਂ, ਜੀਵਨ ਲਈ ਕੰਮ ਕਾਜ ਵੀ ਬੜਾ ਜ਼ਰੂਰੀ ਹੈ।
ਕਿਰਤ ਵੀ ਬੜੀ ਜ਼ਰੂਰੀ ਹੈ, ਜਿਹਦੇ ਨਾਲ ਜ਼ਿੰਦਗੀ ਦਾ ਨਿਰਵਾਹ ਸੁਚੱਜਾ ਹੁੰਦਾ। ਹੁਣ ਆਮ ਬੰਦਾ ਜਿਹੜਾ ਓਪਰੀ ਦ੍ਰਿਸ਼ਟੀ ਨਾਲ ਦੇਖਣ ਵਾਲਾ, ਉਹ ਦੇਖੇ ਵੀ ਇੱਕ ਪਿਤਾ ਵਿੱਚ ਇੰਨਾ ਵਿਤਕਰਾ, ਇੱਕ ਨੂੰ ਕਹਿੰਦਾ ਤੂੰ ਖਾਣ ਪੀਣ ਦਾ ਧਿਆਨ ਰੱਖ, ਦੂਜੇ ਨੂੰ ਕਹਿੰਦਾ ਤੂੰ ਖਾਣ ਪੀਣ ਤੇ ਲੱਗਿਆ ਰਹਿ। ਕਾਰਨ ਕੀ ਹੈ? ਸਿਧਾਂਤ ਸਮਝਣ ਦੀ ਜਗ੍ਹਾ ਅਸੀਂ ਕਈ ਵਾਰ ਬਾਹਰੀ ਅੱਖਰੀ ਅਰਥ ਲੈ ਜਾਂਦੇ ਹਾਂ। ਇਸ ਕਰਕੇ ਜਿੱਥੇ ਅੱਖਰੀ ਅਰਥ ਗੁਰਬਾਣੀ ਦੇ ਲੈਣੇ ਨੇ ਨਾ, ਉੱਥੇ ਗੁਰਬਾਣੀ ਵਿੱਚੋਂ ਗੁਰਬਾਣੀ ਦੇ ਸਿਧਾਂਤਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਸਾਹਿਬ ਕਿਸ ਕਨਸੈਪਟ ਵਿੱਚ ਇੱਥੇ ਸਾਨੂੰ ਵਿਚਾਰ ਪੇਸ਼ ਕਰ ਰਹੇ ਨੇ। ਇਹੀ ਕਾਰਨ ਹੋਇਆ, ਐਸੀ ਵਿਚਾਰ ਨਾ ਸਮਝਣ ਕਰਕੇ ਗੁਰਬਾਣੀ ਦੇ ਤੋੜ ਮੜੋੜ ਕੇ ਅਰਥ ਕੀਤੇ ਗਏ ਤੇ ਸਾਡੀ ਝੋਲੀ ਪਾਏ ਗਏ, ਤੇ ਲੋਕਾਂ ਨੂੰ ਫਿਰ ਸ਼ਰਧਾ ਦੇ ਨਾਂ ਤੇ ਲੁੱਟਿਆ ਗਿਆ, ਲੋਕਾਂ ਦਾ ਸ਼ੋਸ਼ਣ ਕੀਤਾ ਗਿਆ। ਸੋ ਇਸ ਵਾਸਤੇ ਜਿਹੜੀ ਮੁਬਾਰਕ ਦਾਤ ਸਤਿਗੁਰੂ ਨੇ ਸਾਡੀ ਝੋਲੀ ਪਾਈ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਰੂਪ ਵਿੱਚ, ਇਹਦੇ ਉੱਤੇ ਪਹਿਰਾ ਦਈਏ। ਸਾਡੇ ਫਰਜ਼ ਬਣਦੇ ਨੇ ਕਿ ਆਪ ਜਿਵੇਂ ਦੁਨਿਆਵੀ ਕੋਈ ਵੀ ਕੰਮ ਸਿੱਖਣ ਲਈ ਅਸੀਂ ਅੱਗੇ ਹੁੰਦੇ ਹਾਂ, ਉਹਦੀ ਪ੍ਰੈਕਟਿਸ ਕਰਦੇ ਹਾਂ, ਚੰਗੇ ਉਸਤਾਦ ਕੋਲੋਂ ਸਿੱਖਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਬਾਣੀ ਨੂੰ ਚੰਗਾ ਪੜ੍ਹਨਾ ਸਿੱਖੀਏ, ਸੁਚੱਜੇ ਢੰਗ ਨਾਲ ਲਗਾ ਮਾਤਰਾਵਾਂ ਦਾ ਧਿਆਨ ਰੱਖ ਕੇ, ਫਿਰ ਇਹਦੇ ਅਰਥਾਂ ਵੱਲ ਧਿਆਨ ਦਈਏ। ਅਰਥ ਸਮਝਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਮੁੱਚੇ ਫਲਸਫੇ ਨੂੰ ਸਮਝੀਏ ਵੀ ਗੁਰੂ ਸਾਹਿਬ ਨੇ ਕਿਹੜੀ ਵਿਚਾਰਧਾਰਾ ਸਾਡੀ ਝੋਲੀ ਪਾਈ, ਔਰ ਸਭ ਤੋਂ ਉੱਤਮ ਜਿਹੜਾ ਰਿਜ਼ਲਟ ਹੈ ਉਹ ਹੈ ਸਾਡੇ ਕਿਰਦਾਰ ਦੀ ਗੱਲ ਗੁਰਬਾਣੀ ਨੇ ਕੀਤੀ। ਜਦੋਂ ਤੱਕ ਕੀਮਤੀ ਵਿਚਾਰ ਕਿਰਦਾਰ ਦਾ ਹਿੱਸਾ ਨਾ ਬਣਨ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਇਵੇਂ ਰਹਿ ਜਾਂਦੇ ਨੇ ਜਿਵੇਂ ਕੋਈ ਚੰਗਾ ਕੀਮਤੀ ਫੁੱਲ ਕਿਸੇ ਬਈਆਬਾਨ ਜੰਗਲ ਵਿੱਚ ਖਿੜ ਗਿਆ ਹੋਵੇ, ਜੋ ਉਦਿਆਨ ਕੁਸਮ ਪ੍ਰਫੁੱਲਿਤ ਕਿਨੇ ਨਾ ਘਰਾਓ ਲੈ। ਜੰਗਲ ਵਿੱਚ ਫੁੱਲ ਤੇ ਖਿੜ ਗਿਆ ਪਰ ਕੋਈ ਉਹਦੀ ਖੁਸ਼ਬੂ ਨਹੀਂ ਲੈ ਸਕਿਆ, ਕਿਉਂਕਿ ਉੱਥੇ ਕੋਈ ਗਿਆ ਹੀ ਨਹੀਂ ਹੈ। ਉਵੇਂ ਕੀਮਤੀ ਵਿਚਾਰ ਬੰਦੇ ਕੋਲ ਹੋਣ ਪਰ ਕਿਰਦਾਰ ਕੀਮਤੀ ਨਾ ਹੋਵੇ, ਕਰੈਕਟਰ ਚੰਗਾ ਨਾ ਹੋਵੇ, ਤੇ ਉਹ ਇਵੇਂ ਹੀ ਹੈ ਕਿ ਜਿਵੇਂ ਬਈਆਬਾਨ ਜੰਗਲ ਵਿੱਚ ਕੋਈ ਕੀਮਤੀ ਫੁੱਲ ਖਿੜਿਆ ਹੋਵੇ। ਜਦੋਂ ਤੱਕ ਉਸ ਵਿਚਾਰ ਦਾ ਵਿਸ਼ਾ ਹਨ, ਸਤਿਗੁਰੂ ਕਿਰਪਾ ਕਰਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗਾ ਕੀਮਤੀ ਖਜ਼ਾਨਾ ਸਾਡੇ ਕੋਲ ਪਿਆ ਹੋਵੇ, ਤੇ ਇੱਧਰ ਉੱਧਰ ਫਿਰ ਨਿਗਾਹ ਮਾਰਨ ਦੀ ਸਾਨੂੰ ਲੋੜ ਹੀ ਨਾ ਜਾਵੇ। ਸਤਿਗੁਰੂ ਮੇਰਾ ਕਰਨ ਇੰਨੀਆਂ ਵਿਚਾਰਾਂ ਕਰਦਾ ਦਾਸ ਖੇਮਾ ਦਾ ਜਾਚਕ ਹੈ, ਭੁੱਲਾਂ ਦਾਸ ਦੀਆਂ ਜਾਣ ਕੇ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਬਹੁਤ ਵਧੀਆ ਤਰੀਕੇ ਦੇ ਨਾਲ, ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਕਥਾ ਕੀਤੀ ਹੈ ਜੀ, ਔਰ ਬਹੁਤ ਹਟ ਕੇ ਆਮ ਜਿਹੜੀ ਕਥਾ ਹੁੰਦੀ ਹੈ ਉਹਦੇ ਨਾਲ ਹਟ ਕੇ ਕੀਤੀ ਹੈ, ਜਿਹਦੇ ਵਿੱਚ ਤੁਸੀਂ ਬਹੁਤ ਕਈ ਸਬਜੈਕਟ ਤੁਸੀਂ ਟੱਚ ਕੀਤੇ ਆ, ਤੇ ਉਹਨਾਂ ਤੇ ਬਹੁਤ ਜ਼ਰੂਰੀ ਆ ਸਾਨੂੰ ਸਮਝਣ ਵਾਸਤੇ, ਤੇ ਉਪਰਾਲਾ ਕੀਤਾ। ਚਲੋ ਠੀਕ ਹੈ ਜੀ। ਉਹਦੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿੱਦਾਂ ਪੂਜਣ ਦੇ ਹਿਸਾਬ ਦੇ ਨਾਲ ਅੱਜ ਕੱਲ੍ਹ ਸਾਡੇ ਜਿਹੜੀ ਚਾਈ ਜਾਂਦੀ ਗੱਲ, ਪੂਜਣ ਤੱਕ ਹੀ ਸੀਮਿਤ ਰਹਿ ਜਾਂਦੀ ਹੈ। ਤੁਸੀਂ ਪਰਿਕਰਮਾ ਕਰ ਲਓ, ਮੱਥਾ ਟੇਕ ਲਓ, ਪ੍ਰਸ਼ਾਦ ਲਓ, ਤਾਂ ਲੰਗਰ ਛਕੋ, ਕਰਨ ਨੂੰ ਜਾਓ। ਜਿੱਥੋਂ ਤਾਈਂ ਉਹਦੀ ਵਿਚਾਰਧਾਰਾ ਦਾ ਕੰਸਰਨ ਹੈ, ਜਿਹੜਾ ਉਹਦੇ ਵਿੱਚ ਜੋ ਲਿਖਿਆ ਹੋਇਆ ਸੀਗਾ, ਉਹ ਸਾਡੇ ਤਾਈਂ ਨਾ ਤਾਂ ਸਾਡੇ ਜਿਨ੍ਹਾਂ ਦੀ ਜ਼ਿੰਮੇਵਾਰੀ ਸੀਗੀ ਉਹਨਾਂ ਨੇ ਪਹੁੰਚਾਇਆ, ਨਾ ਅਸੀਂ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਡੇ ਜੰਮਦਿਆਂ ਤੋਂ ਭਾਰ ਇਹ ਪਾਤਾ ਵੀ ਤੁਸੀਂ ਆਹ ਹੀ ਕੁਛ ਕਰਨਾ, ਆਹ ਨਹੀਂ ਕਰਨਾ, ਬਸ ਕਿੰਤੂ ਪ੍ਰੰਤੂ ਵੀ ਨਹੀਂ ਕਰਨਾ। ਤੁਸੀਂ ਉਹ ਵੀ ਟੱਚ ਕੀਤਾ ਵੀ ਸਵਾਲ ਜਵਾਬ ਕਰਨੇ ਬਹੁਤ ਜ਼ਰੂਰੀ ਆ, ਤੇ ਜਦ ਤਾਈਂ ਤੁਸੀਂ ਨਹੀਂ ਕਰਦੇ ਉਦੋਂ ਤਾਈਂ ਤੁਹਾਡਾ ਕੋਈ ਸ਼ੰਕਾ ਹੋਵੇ ਤਾਂ ਉਹ ਨਹੀਂ ਮਿਟ ਸਕਦਾ, ਜਦ ਤਾਈਂ ਤੁਸੀਂ ਨਹੀਂ ਪੁੱਛਦੇ। ਹਾਂਜੀ, ਤੇ ਪਰ ਸਾਨੂੰ ਇੱਦਾਂ ਕਿਹਾ ਗਿਆ ਤੁਸੀਂ ਜੇ ਸਵਾਲ ਕਰੋਗੇ ਤਾਂ ਤੁਸੀਂ ਅਕਿਰਤ ਕਾਣ, ਤੁਸੀਂ ਗੁਰੂ ਦੋਖੀ, ਤੁਸੀਂ ਏਥੀਇਸਟ ਜਿੱਦਾਂ ਇੱਥੇ ਕਹਿੰਦੇ ਆ, ਤੁਸੀਂ ਵਿਚਾਰਧਾਰਾ ਤੁਹਾਡੀ ਮਿਲਦੀ ਨਹੀਂ, ਇਸ ਕਰਕੇ ਤੁਹਾਨੂੰ ਦੁਰਕਾਰਿਆ ਜਾਂਦਾ ਇੱਕ ਤਰ੍ਹਾਂ ਨਾਲ ਕਿ ਤੁਸੀਂ ਇਹਨਾਂ ਪੁਜਾਰੀਵਾਦ ਦੀ ਪੁਜਾਰੀ ਸੋਚ ਪਹਿਲਾਂ ਤੋਂ ਹੀ ਇਹ ਰਹੀ ਹੈ, ਜਿਹੜੀ ਆਪਾਂ ਭਗਤਾਂ ਨਾਲ ਵੀ ਜੀਵਨ ਦੀ ਆਪਾਂ ਗੱਲ ਕਰ ਚੁੱਕੇ ਹਾਂ। ਉਹ ਨਹੀਂ ਚਾਹੁੰਦੇ ਵੀ ਕੋਈ ਬੰਦਾ ਸਿਰ ਉੱਚਾ ਚੁੱਕੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ, ਪਰ ਉਹ ਜਿਹੜੀ 500 ਸਾਲ ਪੁਰਾਣੀ ਜਿਹੜੀ ਵਿਚਾਰਧਾਰਾ ਸੀਗੀ, ਉਹਨਾਂ ਨੂੰ ਕੱਢਣ ਵਾਸਤੇ ਗੁਰੂ ਸਾਹਿਬਾਂ ਨੇ ਆਪਣੇ 200-250 ਸਾਲ, ਜਿੰਨੇ ਵੀ 239 ਸਾਲ ਲਾਏ ਆ, ਤੇ ਉਹਦੇ ਵਿੱਚ ਫਿਰ ਉਹਨਾਂ ਦੇ ਜਾਣ ਤੇ ਬਾਵਜੂਦ, ਉਹਨਾਂ ਦੇ ਜਾਣ ਤੇ ਬਾਅਦ ਵੀ ਹੁਣ ਤਾਈਂ ਜੋ ਸਾਡੇ ਪੱਲੇ ਪਾਇਆ ਉਹ ਇਹ ਹੀ ਆ। ਮੁੜ ਕੇ ਪੁਜਾਰੀਵਾਦ ਜਾਂ ਉਸ ਟਾਈਮ ਦੀ ਜਿਹੜੀ ਸੋਚ ਸੀਗੀ ਉਹ ਸਾਡੇ ਤੇ ਪੂਰੀ ਤਰ੍ਹਾਂ ਮੜ ਦਿੱਤੀ ਉਹ। ਇਸ ਕਰਕੇ ਹੁਣ ਜਦੋਂ ਤੁਸੀਂ ਥੋੜੀ ਜਿਹੀ ਤੁਸੀਂ ਵੀ ਜੇ ਫਰਜ਼ ਕੀਤਾ ਵਿਚਾਰਧਾਰਾ ਵੱਖਰੀ ਕਰਨ ਦੀ ਕੋਸ਼ਿਸ਼ ਕਰਦੇ ਆ, ਤੁਹਾਨੂੰ ਵੀ ਲੋਕੀ ਪਸੰਦ ਨਹੀਂ ਕਰਦੇ ਉਹ ਜਿਨ੍ਹਾਂ ਤੇ ਭਾਰ ਪਿਆ ਆ। ਠੀਕ ਹੈ ਜੀ, ਉਹ ਵੀ ਕਹਿੰਦੇ ਆ ਕਿ ਏਦਾਂ ਤੁਸੀਂ ਕਿੱਦਾਂ ਕਥਾ ਕਰ ਸਕਦੇ ਆ। ਠੀਕ ਹੈ ਜੀ, ਗੁਰਬਾਣੀ ਨੇ ਬੜਾ ਕਲੀਅਰ ਕਿਹਾ ਜੀ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਤੇ ਇਹ ਸਿਧਾਂਤ ਹੈ। ਬਿਲਕੁਲ ਗੁਰੂਆਂ ਨੂੰ ਵੀ ਤਾਂ ਇਸੇ ਤਰ੍ਹਾਂ ਹੀ ਕਿਹਾ
ਜਗ੍ਹਾ ਵੀ ਜਿਹੜੀ ਗੁਰਬਾਣੀ ਦੀ ਤੁਕ ਆਉਂਦੀ ਜਿਹਦੇ ਵਿੱਚ ਕੋਈ ਕਹੇ ਭੂਤਨਾ ਕੋ ਕਹੇ ਬੇਤਾਲਾ, ਉਹ ਜੇ ਗੁਰੂ ਨਾਨਕ ਦੇਵ ਜੀ ਨੂੰ ਕਹਿ ਸਕਦੇ ਤਾਂ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਜਿੱਦਾਂ ਹਟ ਕੇ ਕਥਾ ਕਰਨ ਵਾਲਾ ਹੈਗਾ ਉਹਨੂੰ ਕਿਉਂ ਨਹੀਂ ਕਿਹਾ ਜਾ ਸਕਦਾ। ਹਾਂਜੀ, ਤੋ ਇਸ ਕਰਕੇ ਸਾਡੀ ਇਹ ਦੁਕਾਨ ਤੇ ਹੀ ਆ ਇੱਕ ਤਰ੍ਹਾਂ ਦਾ। ਸੋਚਣੀ ਜਿਹੜੀ ਹੈ ਉਹ ਤੁਹਾਡੀ ਸਿੱਧੀ ਹੋਵੇ ਤਾਂ ਤੁਸੀਂ ਸਿੱਧੇ ਰਸਤੇ ਤੇ ਤੁਰ ਸਕਦੇ ਆ, ਪਰ ਜਿਹੜਾ ਸਾਡੇ ਤੇ ਉਹ ਗਲਬਾ ਪਿਆ ਹੈ ਉਹ ਲੈਂਦਾ ਹੀ ਨਹੀਂ, ਇਸ ਕਰਕੇ ਕਿਉਂਕਿ ਸਾਨੂੰ ਦੱਸਿਆ ਇਹ ਗਿਆ। ਪਰ ਜਿੱਦਾਂ ਤੁਸੀਂ ਆਪਣੇ ਕਥਾ ਦੇ ਵਿੱਚ ਵੀ ਕਿਹਾ ਕਿ ਇਹ ਵਿਚਾਰਾਂ ਦਾ ਹੀ ਚੱਕਰ ਆ ਜੀ ਸਾਰਾ, ਅੰਦਰ ਜੋ ਵਿਚਾਰ ਹੈਗੇ ਆ ਉਹਨਾਂ ਦੇ ਨਾਲ ਤੁਹਾਡੀ ਜ਼ਿੰਦਗੀ ਚੱਲਦੀ ਆ, ਤੇ ਚੰਗੇ ਵਿਚਾਰ ਹੋਣਗੇ ਤਾਂ ਚੰਗੀ ਜ਼ਿੰਦਗੀ ਹੋ ਜਾਊਗੀ, ਜੇ ਨਹੀਂ ਚੰਗੇ ਫਿਰ ਤੁਸੀਂ ਘੁੰਮਣ ਘੇਰੀਆਂ ਦੇ ਵਿੱਚ ਪੈ ਕੇ ਸਾਰੀ ਉਮਰ ਤੁਸੀਂ ਉਸੇ ਤਰ੍ਹਾਂ ਹੀ ਜਾਣੀ ਸੋਚੋਗੇ, ਉਸੇ ਤਰ੍ਹਾਂ ਹੀ ਕਰੋਗੇ, ਪਰ ਲੱਭਣਾ ਕੱਖ ਨਹੀਂ। ਅਗਰ ਜ਼ਿੰਦਗੀ ਸਵਾਰਨੀ ਹੈ ਤਾਂ ਫਿਰ ਤੁਹਾਨੂੰ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਲਿਖਿਆ ਆ, ਜਿੱਦਾਂ ਲਿਖਿਆ ਉਹਨੂੰ ਕਹਿ ਲਓ ਪੜ੍ਹ ਕੇ, ਸਮਝ ਕੇ, ਵਿਚਾਰ ਕੇ ਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਤੇ ਤੁਸੀਂ ਕੁਛ ਨਾ ਕੁਛ ਅਚੀਵ ਕਰ ਸਕਦੇ ਆ। ਤੇ ਬਾਕੀ ਦੇਖੋ ਜੀ ਗੁੰਝਲਾਂ ਤਾਂ ਬਹੁਤ ਆਪਣੇ ਪਈਆਂ ਆ, ਉਹਨਾਂ ਨੂੰ ਕੱਢਣਾ ਬੜਾ ਮੁਸ਼ਕਲ ਹੈ, ਪਰ ਟਰਾਈ ਹੁੰਦੀ ਹੈ ਕਿ ਜਿੱਦਾਂ। ਹਾਂਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੀ। ਹਾਂਜੀ, ਗੁੰਝਲਾਂ ਤਾਂ ਬਹੁਤ ਹੈ ਜੀ, ਪਰ ਉਹਨਾਂ ਨੂੰ ਕੱਢਣ ਵਾਸਤੇ ਚਲੋ ਹਿੰਮਤ ਕਰਨ ਦੀ ਲੋੜ ਹੈਗੀ। ਤੁਸੀਂ ਹਿੰਮਤ ਕਰਦੇ ਆ, ਹੋਰ ਵੀ ਆਪਾਂ ਕੋਸ਼ਿਸ਼ ਕਰਦੇ ਆ ਵੀ ਤੁਹਾਡੇ ਵਰਗੇ ਪ੍ਰਚਾਰਕ ਜਾਂ ਹੋਰ ਇਸੇ ਹੀ ਵਿਚਾਰਧਾਰਾ ਦੇ ਨਾਲ ਰੱਖਣ ਵਾਸਤੇ ਸਾਨੂੰ ਇਹਨਾਂ ਭਰਮਾਂ ਵਹਿਮਾਂ ਦੇ ਵਿੱਚੋਂ ਕੱਢਣ ਲਈ ਕੋਈ ਤਿਆਰ ਹੋਵੇ ਤਾਂ ਅਸੀਂ ਮੰਨ ਲਈਏ। ਅਸੀਂ ਮੰਨਦੇ ਵੀ ਨਹੀਂ ਨਾ, ਜੇ ਇਹਨਾਂ ਦੇ ਭਾਰ ਪਿਆ ਉਹ ਮੰਨਦੇ ਵੀ ਹੈ ਨਹੀਂ, ਸੋ ਇਸ ਕਰਕੇ ਸਾਡੀ ਵੀ ਇਹ ਗਲਤੀ ਆ। ਮੈਂ ਕਈ ਵਾਰੀ ਇਹਨੂੰ ਇਸ ਰੂਪ ਵਿੱਚ ਲੈਂਦਾ ਹੁੰਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਹਰਿਦੁਆਰ ਗਏ ਨਾ, ਲੋਕ ਪਾਣੀ ਦੇ ਰਹੇ ਸਨ। ਉਹ ਇਤਿਹਾਸ ਕਹਿੰਦਾ ਵੀ ਲੋਕ ਅੱਜ ਵੀ ਪਾਣੀ ਦੇ ਰਹੇ, ਪਰ ਗੁਰੂ ਸਾਹਿਬ ਨੇ ਉਹਨੂੰ ਦੂਜੇ ਰੂਪ ਵਿੱਚ ਲਿਆ, ਜਿੰਨੇ ਹਟ ਗਏ ਮੁਬਾਰਕ ਹੈ, ਜਿਹੜਾ ਨਹੀਂ ਹਟ ਰਿਹਾ ਗੁਰੂ ਸਾਹਿਬ ਕਹਿੰਦੇ ਵਿਚਾਰਾਂ ਦਾ ਜ਼ਬਰੀ ਕਿਸੇ ਨਾਲ ਕੋਈ ਸੰਬੰਧ ਨਹੀਂ। ਇਹ ਤੇ ਇੱਕ ਪ੍ਰਵਾਹ ਚਲਾਉਣ ਵਾਲੀ ਗੱਲ ਹੈ। ਬਿਲਕੁਲ ਸਹੀ ਗੱਲ ਹੈ ਜੀ। ਬਾਕੀ ਤੁਸੀਂ ਜਿਹੜਾ ਕਈ ਟੱਚ ਕੀਤੇ, ਜਦੋਂ ਗੁਰੂ ਅਰਜਨ ਸਾਹਿਬ ਜਦੋਂ ਗੁਰਬਾਣੀ ਦਰਜ ਕਰ ਰਹੇ ਸੀਗੇ ਤਾਂ ਉੱਥੇ ਜਿਹੜੀ ਵਿਚਾਰਧਾਰਾ ਪਹਿਲੇ ਪੁਰਾਣੇ ਟਾਈਮਾਂ ਤੇ ਦਰਜ ਕੀਤੀ ਉਹ ਸਾਡੇ ਦਿਮਾਗਾਂ 'ਚ ਬਿਠਾ ਲਈ ਉਹ ਵੀ ਉਹਨਾਂ ਟਾਈਮਾਂ ਤੇ ਉੱਪਰੋਂ ਉਹਨਾਂ ਦੇ ਆ ਕੇ ਰੂਹਾਂ ਆਈਆਂ ਤਾਂ ਉਹਨਾਂ ਨੂੰ ਸੰਦੇਸ਼ੇ ਦਿੱਤੇ। ਉੱਥੇ ਗੁਰੂ ਸਾਹਿਬ ਦੀ ਕੋਈ ਵਡਿਆਈ ਨਹੀਂ ਹੈਗੀ, ਮੇਰਾ ਖਿਆਲ ਤਾਂ ਅਦਰ ਵੇ ਰਾਉਂਡ ਹੈ ਜੀ, ਗੁਰੂ ਸਾਹਿਬ ਦੀ ਤਾਂ ਕੋਈ ਇਨਸਲਟ ਹੈ। ਆਪਾਂ ਉਹਨੂੰ ਪ੍ਰੂਫ ਕਿੱਦਾਂ ਕਲੀਅਰ ਕਰ ਲਿਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਕੋਲੇ ਵਚਨ ਪਏ ਆ ਜਿਨ੍ਹਾਂ ਨੂੰ ਕਲੀਅਰ ਕਰ ਰਹੇ ਭਗਤਾਂ ਦੇ ਨਾਲ। ਹਾਂਜੀ, ਤੇ ਗੁਰੂ ਸਾਹਿਬ ਕੋਲੇ ਵਚਨ ਪਏ ਆ ਜਿਹੜੇ ਉਹ ਪ੍ਰੋਪਰ, ਜਿਹੜੇ ਉਸ ਤੋਂ ਪਹਿਲਾਂ ਹੀ ਵਚਨ ਕੋਲ ਆਏ ਹੋਏ ਨੇ। ਹਾਂਜੀ, ਬਿਲਕੁਲ ਉਹ ਪ੍ਰੂਫ ਕਰਦੇ ਆ ਜੀ, ਪਰ ਉਹ ਜਿਹੜੀ ਨਾਲ ਐਡੀਸ਼ਨਲ ਚੀਜ਼ ਕਰ ਦਿੰਦੇ ਆ ਨਾ ਵੀ ਰੂਹਾਂ ਆਈਆਂ ਤਾਂ ਹੀ ਗੁਰੂ ਸਾਹਿਬ ਨੇ ਕੀਤੀਆਂ ਉਹ ਚੀਜ਼ਾਂ, ਹਨਾ ਵੀ ਰੂਹਾਂ ਕਿਉਂ ਆਈਆਂ। ਇਹਦੇ ਨਾਲ ਕੀ ਹੈ, ਬਾਬਿਆਂ ਦਾ ਸਤਿਕਾਰ ਜ਼ਿਆਦਾ ਬਣ ਜਾਂਦਾ, ਸੁਣਾਉਣ ਵਾਲਿਆਂ ਦਾ, ਤੇ ਉਹ ਇੱਕ ਵੱਖਰੇ ਜਿਹੇ ਹੋ ਜਾਂਦੇ ਲੋਕਾਂ ਤੋਂ ਵੀ ਇਹ ਕੋਈ ਹੋਰ ਹੀ ਦੁਨੀਆ ਦੀ ਗੱਲ ਜਾਣਦੇ ਆ ਜਿਹੜੀ ਅਸੀਂ ਨਹੀਂ ਜਾਣਦੇ। ਆਹ ਗੱਲ ਹੋ ਜਾਂਦੀ। ਬਿਲਕੁਲ ਸਹੀ ਗੱਲ ਹੈ ਜੀ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਹੁਣ ਹਮੇਸ਼ਾ ਦੀ ਤਰ੍ਹਾਂ ਅਸੀਂ ਜਿੱਦਾਂ ਚਾਹੁੰਦੇ ਹੁੰਦੇ ਆ ਵੀ ਬਾਅਦ ਦੇ ਵਿੱਚ ਕੋਈ ਵੀ ਆਪਣਾ ਸਵਾਲ ਤੇ ਜਵਾਬ ਕਰਨਾ ਚਾਹੇ, ਮੈਨੂੰ ਬੜੀ ਉਮੀਦ ਆ ਵੀ ਸਾਡੇ ਸਰੋਤੇ ਜਿੰਨੇ ਵੀ ਜੁੜੇ ਹੋ ਆ ਉਹਨਾਂ ਦੇ ਵਿੱਚੋਂ ਕਈਆਂ ਦੇ ਸ਼ਾਇਦ ਸਵਾਲ ਹੋਣਗੇ। ਤੇ ਸਤਿੰਦਰ ਸਿੰਘ ਜੀ ਤੁਸੀਂ ਅਨਮਿਊਟ ਹੋਏ ਆ, ਤੁਸੀਂ ਆ ਜਾਓ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵੀਰ ਜੀ ਤੁਸੀਂ ਦਿੱਲੀ ਤੋਂ ਹੋ, ਤੇ ਜਿਸ ਤਰ੍ਹਾਂ ਸਾਡੀ ਬਾਣੀ ਸਾਨੂੰ ਸਟ੍ਰੇਟ ਇੰਡੀਕੇਸ਼ਨ ਦੇ ਰਹੀ ਹੈ ਵੀ ਸਾਨੂੰ ਕੋਈ ਡਿਪਲੋਮੇਸੀ ਵਾਲਾ ਕੋਈ ਕੰਮ ਨਹੀਂ ਕਰਨਾ ਹੈ ਨਾ ਜੀ। ਤੇ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਸਾਡੇ ਵੱਡੇ ਗੁਰਦੁਆਰੇ ਨੇ ਜਿਹੜੇ ਉਧਰ ਵੀ ਆਪਣਾ, ਜਿਸ ਤਰ੍ਹਾਂ ਬੰਗਲਾ ਸਾਹਿਬ ਲੈ ਲਓ ਤੁਸੀਂ, ਉਧਰ ਨਿਸ਼ਚਰ ਜੀ ਉਹਨਾਂ ਨੇ ਗੋਲਕ ਬਣਾਈ ਹੈ, ਉਧਰ ਜੋਤਾਂ ਜਲਦੀਆਂ ਨੇ ਜਾਂ ਉਧਰ ਜਲ ਛਕਾਉਂਦੇ ਨੇ। ਕਿਆ ਵੀਰ ਜੀ ਇਹ ਮਨਮਤ ਨਹੀਂ ਹੈਗੀ? ਕਿਉਂਕਿ ਦੇਖੋ ਵੀ ਜੀ ਇਸ ਚੀਜ਼ ਨੂੰ ਦੇਖ ਅਸੀਂ ਬਹੁਤ ਜਨ ਫੋਲੋ ਕਰਨੇ ਆ। ਸਾਡੇ ਸਿੱਖ ਸਮਾਜ ਦੇ ਵਿੱਚ ਅਸੀਂ ਵੱਡੇ ਇਤਿਹਾਸਿਕ ਗੁਰਦੁਆਰਿਆਂ ਨੂੰ ਜੋ ਦੇਖਦੇ ਹਾਂ, ਅਸੀਂ ਉਹਨਾਂ ਨੂੰ ਬਹੁਤ ਫੋਲੋ ਕਰਨੇ ਆ। ਫਿਰ ਇਹ ਚੀਜ਼ ਕਹਿੰਦੇ ਨਾ, ਸ਼ਰਧਾ ਦੀ ਜੇ ਕੋਈ ਲਿਮਿਟ ਨਹੀਂ ਰਹੇਗੀ ਫਿਰ ਤੇ ਕਿੱਧਰ ਦੀ ਕਿੱਧਰ ਨਿਕਲ ਜਾਏਗੀ। ਆਪਾਂ ਇਸੇ ਗੱਲ ਵੱਲ ਤੁਸੀਂ ਕਰੋ। ਬਹੁਤ ਸੋਹਣਾ ਸਵਾਲ ਤੁਸੀਂ ਕੀਤਾ। ਕੁਦਰਤੀ ਗੱਲ ਹੈ ਕਿ ਬੰਦਾ ਜਦੋਂ ਆਪਣੇ ਕੇਂਦਰੀ ਸਥਾਨ ਤੇ ਦੇਖਦਾ ਤੇ ਉਸ ਤੋਂ ਪ੍ਰਭਾਵਿਤ ਹੁੰਦਾ, ਪਰ ਮੇਨ ਗੱਲ ਇਹ ਹੈ ਕਿ ਗੁਰਬਾਣੀ ਦੀ ਵਿਚਾਰ ਤੋਂ ਕਿਤੇ ਨਾ ਕਿਤੇ ਕੇਂਦਰੀ ਸਥਾਨ ਵੀ ਪ੍ਰਭਾਵਿਤ ਨਹੀਂ ਹੋ ਸਕੇ। ਪ੍ਰਮੁੱਖ ਰੂਪ ਵਿੱਚ ਜਦੋਂ ਤੁਸੀਂ ਆਪਣੇ ਤਖਤਾਂ ਵੱਲ ਦੇਖ ਲੈਂਦੇ, ਚਲੋ ਬੰਗਲਾ ਸਾਹਿਬ ਤੇ ਹੋਰ ਥੋੜਾ ਜਿਹਾ ਪਿੱਛੇ ਆ ਜਾਓ, ਤੇ ਉੱਥੇ ਜੋ ਕੁਝ ਹੋ ਰਿਹਾ ਕਈ ਜਗ੍ਹਾ ਤੇ, ਉਹ ਜਦੋਂ ਗੁਰਬਾਣੀ ਜਾਂ ਉੱਥੋਂ ਦੀ ਪ੍ਰਮਾਣਿਕ ਰਹਿਤ ਮਰਿਆਦਾ ਨੂੰ ਆਪਾਂ ਪੜ੍ਹਦੇ ਹਾਂ ਤਾਂ ਉਸ ਤੋਂ ਬਿਲਕੁਲ ਉਲਟ ਸਾਨੂੰ ਲੱਗਦਾ ਕਈ ਵਾਰੀ। ਹੁਣ ਇੱਥੇ ਆ ਕੇ ਸਿੱਖ ਕਈ ਵਾਰੀ ਵਿਚਾਰਾਂ 'ਚ ਪੈ ਜਾਂਦਾ ਵੀ ਮੈਂ ਕੀ ਕਰਾਂ, ਕਿਹੜੇ ਵਿਚਾਰ ਨਾਲ ਜੁੜਾ। ਮੈਂ ਆਪਣੇ ਜੀਵਨ ਦੀ ਪ੍ਰੈਕਟੀਕਲ ਤੁਹਾਨੂੰ ਇੱਕ ਘਟਨਾ ਸੁਣਾ ਸਕਦਾ। ਮੈਂ ਰੋਪੜ ਕਾਲਜ ਮਿਸ਼ਨਰੀ ਕਾਲਜ ਰੋਪੜ ਤੋਂ ਵਿੱਦਿਆ ਪ੍ਰਾਪਤ ਕੀਤੀ,
ਅਸੀਂ ਕਿਸੇ ਸਾਡੇ ਨਿਯਮ ਹੈ ਵੀ ਜਿਹੜੀ ਸਿੱਖ ਰਹਿਤ ਮਰਿਆਦਾ ਅਕਾਲ ਤਖਤ ਤੋਂ ਪ੍ਰਮਾਣਿਕ ਹੈ ਉਹਦੇ ਅਨੁਕੂਲ ਹੀ ਸਾਰਾ ਕੰਮ ਕੀਤਾ ਜਾਏ। ਅਸੀਂ ਕਿਸੇ ਘਰ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਏ, ਹਰ ਸਾਲ ਜਾਂਦੇ ਸਾਂ ਤੇ ਮਰਿਆਦਾ ਅਨੁਸਾਰ ਉੱਥੇ ਪਾਠ ਰੱਖਿਆ ਜਾਂਦਾ। ਜਦੋਂ ਅਗਲੇ ਸਾਲ ਅਸੀਂ ਗਏ ਉੱਥੇ ਅਖੰਡ ਪਾਠ ਸਾਹਿਬ ਲਈ ਤੇ ਮਾਂ ਨੇ ਪਹਿਲਾਂ ਹੀ ਜੋਤ ਜਗਾ ਰੱਖੀ, ਨਾਲ ਨਾਰੀਅਲ ਕੁੰਭ ਤੇ ਸਾਰਾ ਕੁਝ ਰੱਖਿਆ ਹੋਇਆ। ਅਸੀਂ ਬੇਨਤੀ ਕੀਤੀ ਵੀ ਤੁਹਾਡੇ ਘਰ ਅੱਗੇ ਤਾਂ ਐਸਾ ਕੁਝ ਹੁੰਦਾ ਨਹੀਂ, ਹੁਣ ਇਹ ਇਸ ਵਾਰ ਕਿਉਂ ਤੇ ਤੁਸੀਂ ਇਵੇਂ ਕਿਉਂ ਕਰ ਰਹੇ ਹੋ? ਮਾਤਾ ਕੋ ਆਈ ਕੁਛ, ਉਹਨੇ ਜਵਾਬ ਦਿੱਤਾ, ਕਹਿੰਦੀ ਵੀ ਮੈਂ ਹਜ਼ੂਰ ਸਾਹਿਬ ਦੇਖ ਕੇ ਆਈ ਹਾਂ, ਉੱਥੇ ਸਾਰਾ ਕੁਝ ਇਵੇਂ ਹੁੰਦਾ, ਤੁਸੀਂ ਕਿਵੇਂ ਮਨਾ ਕਰ ਸਕਦੇ? ਅਸੀਂ ਰਹਿਤ ਮਰਿਆਦਾ ਅੱਗੇ ਕੀਤੀ ਵੀ ਗੁਰੂ ਸਾਹਿਬ ਜਿਹੜੀ ਪ੍ਰਮਾਣਿਕ ਹੈ ਪੰਥਕ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਅਕੋਰਡਿੰਗ ਮਰਿਆਦਾ ਹੈ, ਇਹਦੇ ਵਿੱਚ ਨਹੀਂ ਲਿਖਿਆ ਤੁਹਾਡੇ ਘਰ ਵੀ ਪਹਿਲਾਂ ਨਹੀਂ ਸੀ ਹੁੰਦਾ। ਹੁਣ ਇਹਦਾ ਅਗਲਾ ਰੂਪ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਉੱਥੇ ਕਾਫੀ ਵਿਚਾਰਾਂ ਹੋਈਆਂ, ਬੱਚੇ ਸਾਰੇ ਸਹਿਮਤ ਸਾਡੇ ਨਾਲ ਵਿਚਾਰਧਾਰਾ ਨਾਲ, ਜਿਹੜੇ ਨੌਜਵਾਨ ਸਨ ਘਰ ਦੇ, ਉਹ ਕਹਿੰਦੇ ਬਿਲਕੁਲ ਠੀਕ ਗੱਲ ਹੈ ਤੁਹਾਡੀ, ਇਹਦੇ ਨਾਲ ਕੋਈ ਮੈਟਰ ਨਹੀਂ, ਗੁਰਬਾਣੀ ਅਸੀਂ ਸੁਣਾਂਗੇ ਔਰ ਜ਼ਿੰਦਗੀ 'ਚ ਵਿਚਾਰਾਂਗੇ, ਕਮਾਵਾਂਗੇ, ਇਹਨੇ ਸਾਡਾ ਉਧਾਰ ਕਰ। ਪਰ ਉਹ ਮਾਤਾ ਕਿੱਥੇ ਮੰਨੇ। ਅਸੀਂ ਕਿਹਾ ਵੀ ਅਸੀਂ ਇਵੇਂ ਪਾਠ ਫਿਰ ਮਰਿਆਦਾ ਤੋਂ ਉਲਟ ਹੋ ਕੇ ਨਹੀਂ ਕਰ ਸਕਦੇ। ਇੱਥੋਂ ਤੱਕ ਨੌਬਤ ਆ ਗਈ ਕਿ ਸਿੰਘ ਵਾਪਸ ਜਾਣ ਲੱਗ ਗਏ। ਮਾਤਾ ਨੇ ਸੋਚਿਆ ਵੀ ਹੁਣ ਤੇ ਸਾਰਾ ਕੰਮ ਖਰਾਬ ਹੋ ਜਾਣਾ। ਉਹ ਕਹਿੰਦੀ ਚਲੋ ਠੀਕ ਆ, ਮੈਂ ਹੁਣ ਆਪਣਾ ਨਹੀਂ ਰੱਖਦੀ ਆ। ਤੇ ਅਸੀਂ ਵਾਪਸ ਆ ਗਏ। ਤਿਆਰੀ ਕਰਨੀ ਸੀ ਰੂਮ ਵਿੱਚ, ਚੰਦੋਆ ਸਾਹਿਬ ਬਣਨਾ ਸੀ ਤੇ ਚੰਦੋਆ ਸਾਹਿਬ ਵਿੱਚ ਇੱਕ ਉੱਥੇ ਰੂਮ ਵਿੱਚ ਖਿੜਕੀ ਸੀ ਛੋਟੀ ਜੀ, ਉੱਪਰ ਜਿੱਦਾਂ ਆਪਾਂ ਰੋਸ਼ਨਦਾਨ ਰੱਖ ਦਿੰਦੇ ਇੰਡੀਆ 'ਚ, ਉਹਦੇ ਅੱਗੇ ਫੋਟੋ ਲੱਗੀ ਹੋਈ ਸੀ ਗੁਰੂ ਸਾਹਿਬ ਦੀ ਕਿਸੇ ਦੀ। ਅਸੀਂ ਚੰਦੋਆ ਸਾਹਿਬ ਬਣਨ ਲਈ ਜਦੋਂ ਫੋਟੋ ਹਟਾਈ ਨਾ, ਕਿੱਲੀ ਉੱਥੇ ਸੀ ਜਿਹਦੇ ਨਾਲ ਬਣਨਾ ਸੀਗਾ, ਤੇ ਕੀ ਦੇਖਿਆ ਕਿ ਉਹ ਸਾਰਾ ਸਮਾਨ ਜਿਹੜਾ ਹੈ ਉਹ ਮਾਤਾ ਨੇ ਕੰਧ ਵਿੱਚ ਲੁਕੋਇਆ ਹੋਇਆ, ਕੁੰਭ ਵੀ ਨਾਰੀਅਲ ਵੀ। ਉਦੋਂ ਅਸੀਂ ਮੱਥੇ ਨੂੰ ਹੱਥ ਮਾਰਿਆ ਵੀ ਅਸੀਂ ਜ਼ਬਰੀ ਕਰਕੇ ਚੀਜ਼ ਉਹ ਤਾਂ ਹਟਾ ਦਿੱਤੀ ਇਹਨਾਂ ਦੀ ਕਿਸੇ ਮਜਬੂਰੀ ਕਰਕੇ, ਪਰ ਮਨ ਚੋਂ ਤਾਂ ਇਹ ਗੱਲ ਗਈ ਨਹੀਂ। ਤੇ ਉਦੋਂ ਤੋਂ ਇਹ ਸਿੱਖਿਆ ਵੀ ਇਹ ਲਈ ਵੀ ਧਰਮ ਵਿੱਚ ਕੱਟੜਤਾ ਨਹੀਂ, ਕਿ ਮਨ ਚੋਂ ਤੁਸੀਂ ਕੋਈ ਚੀਜ਼ ਜ਼ਬਰੀ ਨਹੀਂ ਮਿਟਾ ਸਕਦੇ ਜਦ ਤੱਕ ਅਗਲਾ ਤਿਆਰ ਨਾ ਹੋਵੇ। ਇਸ ਲਈ ਜਦ ਆਪਾਂ ਵਿਚਾਰ ਦੇ ਸਕਦੇ ਹਾਂ, ਉਹਨੂੰ ਸਮਝ ਸਕਦੇ ਹਾਂ, ਔਰ ਆਪਣੇ ਪੱਧਰ ਤੇ ਜਿਹੜਾ ਸਮਝ ਲਵੇ ਉਹਨੂੰ ਜ਼ਿੰਦਗੀ 'ਚ ਹੰਡਾ ਸਕਦਾ, ਜੇ ਉਹਨੂੰ ਗੁਰਬਾਣੀ ਦੇ ਅਕੋਰਡਿੰਗ ਚੰਗਾ ਲੱਗ ਰਿਹਾ। ਇਹ ਨਹੀਂ ਵੀ ਮੈਂ ਕਹਿ ਰਿਹਾ ਤੇ ਤੁਸੀਂ ਮੇਰੀ ਗੱਲ ਮੰਨਣੀ ਹੈ, ਜਾਂ ਕੋਈ ਦੂਜਾ ਤੀਜਾ ਕਹਿ ਰਿਹਾ। ਤੁਸੀਂ ਆਪ ਉਹਦਾ ਫੈਸਲਾ ਕਰਨਾ ਵੀ ਵਾਕਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਕੂਲ ਕੀ ਹੋਣਾ ਚਾਹੀਦਾ। ਬਿਲਕੁਲ, ਕਿਉਂਕਿ ਵੀਰ ਜੀ ਮੈਂ ਇਸ ਤਰ੍ਹਾਂ ਤਾਂ ਕੀਤੀ ਨਾ, ਕਿਉਂਕਿ ਅੱਜ ਵੈਰੀ ਸੌਰੀ ਜਸਲ ਸਾਹਿਬ, ਕਿਉਂਕਿ ਵੀਰ ਜੀ ਜਿਹੜੇ ਮੇਰੇ ਸਾਰੇ ਵੱਡੇ ਬੈਠੇ ਨੇ ਨਾ, ਇਹ ਸਭ NRIs ਹੈਗੇ ਨੇ, ਫੋਰਨ ਰਹਿੰਦੇ ਨੇ। ਤੇ ਕੀ ਹੁੰਦਾ ਨਾ, ਜਦ ਇਹ ਇੰਡੀਆ ਆਉਂਦੇ ਨਾ, ਮੈਂ 100 ਰੁਪਏ ਖਰਚਾ ਕਰਾਂਗੇ, 100 ਪਾਉਂਡ ਖਰਚਾ ਕਰਾਂਗੇ, ਤੇ ਇਹਨਾਂ ਦਾ 1000 ਰੁਪਇਆ ਹੋਏਗਾ। ਤੇ ਜਦੋਂ 7000 ਖਰਚਾ ਹੋਏਗਾ ਉਸ ਗੁਰਦੁਆਰੇ ਤੇ ਉਹਨਾਂ ਪੈਸਾ ਲੱਗੇਗਾ, ਤੇ ਉਹ ਫਿਰ ਮੇਰੇ ਵਾਸਤੇ ਮਾਨਤਾ ਦੇਖੋ ਯਾਰ, ਇੱਧਰ ਦੀ ਕਿੰਨੀ ਮਾਨਤਾ ਹੈ, ਇੱਧਰ ਤੇ ਡਾਇਮੰਡ ਲੱਗ ਰਹੇ, ਤੇ ਸੋਨਾ ਲੱਗ ਰਿਹਾ, ਤੇ ਮੈਂ ਉਸ ਚੀਜ਼ ਨੂੰ ਫੋਲੋ ਕਰ, ਕਿਉਂਕਿ ਮੈਂ ਵੀ ਮਟੀਰੀਅਲਿਸਟਿਕ ਹਾਂ। ਦੇਖੋ ਆਪਾਂ ਜਿਹੜੀ ਗੱਲ ਪਹਿਲਾਂ ਹੀ ਕਰ ਚੁੱਕੇ ਨਾ, ਸਾਰਾ ਕੁਝ ਦਿਸ਼ਾਹੀਨ ਹੋਣ ਕਰਕੇ ਹੋ ਗਿਆ। ਗੁਰੂ ਸਾਹਿਬ ਨੇ ਤਾਂ ਬੜਾ ਕਲੀਅਰ ਕਿਹਾ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ ਕੇ ਬੁੱਝੀ ਹੈ, ਅਕਲੀ ਕੀਚੈ ਦਾਨ। ਸਭ ਕੁਝ ਅਕਲ ਨਾਲ, ਦਿਮਾਗ ਨਾਲ, ਜਿਹੜੀ ਸਾਨੂੰ ਬਾਕੀ ਸਾਰੀਆਂ ਜੂਨੀਆਂ ਵਿੱਚੋਂ ਸ੍ਰੇਸ਼ਟ ਤਾਂ ਇਸੇ ਕਰਕੇ ਸਾਨੂੰ ਅਕਲ ਦਿੱਤੀ ਹੈ, ਦਿਮਾਗ ਦਿੱਤਾ ਸੋਚਣ ਲਈ। ਤੇ ਨਾ ਸਾਡੇ ਗੁਰੂ ਸਾਹਿਬ, ਜਿਹੜੇ ਗੁਰੂ ਸਾਹਿਬ ਨੇ ਹਰਮੰਦਰ ਸਾਹਿਬ ਤੇ ਬਣਾਇਆ, ਪਰ ਸੋਨਾ ਗੁਰੂ ਸਾਹਿਬ ਨੇ ਨਹੀਂ ਸੀ ਲਵਾਇਆ। ਅੱਜ ਜਿਹੜੀ ਸਾਡੀ ਕੌਮ ਦੀ ਤਰਾਸਦੀ ਹੈ ਗੱਲਾਂ ਸਾਰੀਆਂ, ਤੁਸੀਂ ਬਿਲਕੁਲ ਰਾਈਟ ਹੋ ਆਪਣੀ ਜਗ੍ਹਾ, ਔਰ ਮੈਂ ਇਸ ਗੱਲ ਨੂੰ ਮਹਿਸੂਸ ਕਰਦਾ ਹੈ। ਸਾਡੇ ਪ੍ਰਚਾਰਕ ਸ਼੍ਰੇਣੀ ਦੀਆਂ ਜ਼ਿੰਮੇਵਾਰੀਆਂ ਵੀ ਇਸ ਗੱਲ ਵਿੱਚ ਕਿਤੇ ਨਾ ਕਿਤੇ ਸਮਝਦਾ ਵੀ ਜੈਸਾ ਲੋਕ ਚਾਹੁੰਦੇ ਨੇ ਅਸੀਂ ਵੀ ਉਵੇਂ ਦਾ ਹੀ ਬੋਲਦੇ ਹਾਂ ਸਟੇਜਾਂ ਤੇ। ਜਾਂ ਤੇ ਅਸੀਂ ਲੋਕ ਜਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ ਉਸ ਤਰ੍ਹਾਂ ਬੋਲਦੇ ਹੋ। ਚਲੋ ਥੈਂਕ ਯੂ। ਬਹੁਤ ਵਧੀਆ ਜੀ ਸਤਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਤੇ ਬਾਕੀ ਸਾਰੇ NRI ਨਹੀਂ ਜੀ ਕਰਦੇ 100 ਰੁਪਏ ਦੇ ਅਗੇਂਸਟ 100 ਪਾਉਂਡ ਨਹੀਂ ਖਰਚਦੇ। ਅਸੀਂ ਤਾਂ 100 ਰੁਪਏ ਦੇ ਜੇ ਪਾਉਂਡ ਦੇ 100 ਬਣਦੇ ਤਾਂ ਅਸੀਂ ਕਹਿੰਦੇ 50 ਪੈਨੀਆਂ ਲੱਗ ਜਾਣ ਤਾਂ ਠੀਕ ਹੈ ਜੀ। ਵੈਰੀ ਵੈਰੀ ਚਲੋ ਤੁਹਾਨੂੰ ਮੁਬਾਰਕ ਜੀ, ਵਧੀਆ। ਅੱਛਾ ਚਲੋ ਠੀਕ ਹੈ ਜੀ, ਥੈਂਕ ਯੂ। ਤੇ ਇਹ ਤੋਂ ਪਹਿਲਾਂ ਕਿ ਮੈਂ ਸਤਨਾਮ ਸਿੰਘ ਨਾਗਰਾ ਵੱਲ ਜਾਵਾਂ ਜੀ, ਆਪਣੇ ਨਾਲ ਹੈਗੇ ਹਰਕੀਰਤ ਸਿੰਘ, ਮੈਂ ਉਹਨਾਂ ਨੂੰ ਚਾਂਸ ਦੇਣਾ ਜੀ ਤੇ ਤੁਸੀਂ ਆਓ, ਤੁਸੀਂ ਅਨਮਿਊਟ ਕਰਕੇ ਆ ਜਾਓ ਜੀ ਪਹਿਲਾਂ। ਅੱਛਾ ਚਲੋ ਨਹੀਂ ਆਉਣਾ ਨਾਗਰਾ ਸਾਹਿਬ। ਹੈਲੋ ਹਰਕੀਰਤ ਸਿੰਘ ਜੀ ਆ ਜਾਓ। ਹਾਂਜੀ ਬੋਲੋ। ਨਹੀਂ ਜੀ ਮੈਨੂੰ ਲੱਗਦਾ ਸ਼ਾਇਦ ਨਹੀਂ। ਤੁਸੀਂ ਆ ਜਾਓ ਨਾਗਰਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ ਜੀ। ਮੇਰਾ ਬਸ ਥੋੜਾ ਜਿਹਾ ਇੱਕ ਉਦਾਂ ਕੁਐਸਚਨ ਹੈ, ਉਦਾਂ ਮੇਰੀ ਸੁਝਾਅ ਆ ਜੀ। ਆਪਾਂ ਜਿੱਦਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਖੰਡ ਪਾਠ ਰੱਖਦੇ ਹਾਂ, 3 ਦਿਨ ਰੱਖਦੇ ਹਾਂ, 48 ਆਵਰ ਦੇ ਵਿੱਚ ਆਪਾਂ ਉਹਨੂੰ ਪੂਰਨ ਕਰਦੇ ਹਾਂ। ਤੇ ਰਾਤ ਨੂੰ ਗਿਆਨੀ ਜੀ ਇਕੱਲੇ ਹੀ ਹੁੰਦੇ ਆ, ਉਹੀ ਪਾਠ ਕਰਦੇ, ਕੁਛ ਸੰਗਤ ਸੁਣਨ ਵਾਲੀ ਨਹੀਂ ਹੁੰਦੀ।
ਤੇ ਜਿਸ ਕਰਕੇ ਜੀ ਆਪਾਂ ਜੇ ਸਹਿਜ ਪਾਠ ਹੀ ਰੱਖਿਆ ਜਾਵੇ, ਦਿਨੇ ਸੰਗਤ ਆਉਂਦੀ ਜਾਂਦੀ ਹੈ ਤੇ ਨਾਲੇ ਸੁਣ ਸਕਦੀ ਹੈ ਤੇ ਨਾਲੇ ਉਹਦੇ ਵਿੱਚ ਲਾਹਾ ਵੀ ਲੈ ਸਕਦੀ ਹੈ ਤੇ ਸਭ ਤੋਂ ਬੈਸਟ ਸੋਚ ਹੈ ਜੀ। ਸਹਿਜੇ ਹੋਊਗਾ ਤੇ ਨਾਲੇ ਬਹੁਤ ਟਾਈਮ ਦੀ ਕੋਈ ਪਾਬੰਦੀ ਨਹੀਂ ਹੋਊਗੀ। ਕੀ ਖਿਆਲ ਜੀ ਤੁਹਾਡਾ? ਮੈਂ ਇੱਕ ਮਿੰਟ ਜੀ, ਤੁਹਾਡਾ ਗਾਹਾਂ ਸਵਾਲ ਗਾਹਾਂ ਕਰਨ ਤੋਂ ਪਹਿਲਾਂ ਮੈਂ ਨਾਲ ਇੱਕ ਹੋਰ ਐਡੀਸ਼ਨ ਕਰ ਦਿਆਂ ਜੀ ਮਨਿੰਦਰਪਾਲ ਸਿੰਘ ਜੀ ਨੂੰ, ਕਿ ਸਤਨਾਮ ਸਿੰਘ ਜੀ ਦਾ ਸਵਾਲ ਵੀ ਠੀਕ ਹੈ, ਉਹਦੇ ਨਾਲ ਨਾਲ ਮੇਰਾ ਵੀ ਨਾਲ ਐਡ ਕਰ ਦਿਓ। ਉਹ ਹੈਗਾ ਕਿ ਜਿਹੜੀ ਅਖੰਡ ਪਾਠ ਦੀ ਜਿਹੜੀ ਪ੍ਰਥਾ ਸਾਡੇ ਵਿੱਚ ਇਸ ਵੇਲੇ ਸ਼ਾਮਲ ਆ, ਇਹ ਕਦੋਂ ਸ਼ੁਰੂ ਹੋਈ ਸੀ ਜੀ? ਹਾਂਜੀ ਹਾਂਜੀ, ਬੜਾ ਪਿਆਰਾ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਵਾਕਈ ਸਹਿਜ ਪਾਠ ਦਾ ਇੱਕ ਰੂਪ ਹੈ ਸਿੱਖ ਨੂੰ, ਔਰ ਸਾਰਾ ਕੁਝ ਜਿਹੜੀ ਅਖੰਡ ਪਾਠ ਸਾਹਿਬ ਦੀ ਕੁਝ ਇਤਿਹਾਸਕ ਰੂਪ ਵਿੱਚ ਆਪਾਂ ਪੜ੍ਹਦੇ ਹਾਂ। ਇੱਕ ਮਜਬੂਰੀ ਬਸ ਹੋ ਕੇ ਕੋਈ ਸਮਾਂ ਐਸਾ ਆਇਆ ਸਿੱਖੀ ਉੱਤੇ ਜਦੋਂ ਸਿੱਖ ਜੰਗਲਾਂ ਵਿੱਚ ਰਹੇ, ਲੰਮਾ ਸਮਾਂ ਜਿਹੜਾ ਪੀਰੀਅਡ ਜਿਹੜਾ ਜੰਗਲਾਂ ਵਿੱਚ ਬਤੀਤ ਕੀਤਾ, ਤੇ ਉਸ ਵੇਲੇ ਕਈ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਲਿਖਿਆ ਵੀ ਉਦੋਂ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸੰਪੂਰਨ ਰੂਪ ਵਿੱਚ ਪੜ੍ਹਨ ਲਈ ਨਿਰੰਤਰ ਕਿ ਤਾਂ ਜੋ ਉਹਨਾਂ ਸਮਾਂ ਤੇ ਹੈ ਨਹੀਂ ਇੱਕ ਜਗ੍ਹਾ ਰਹਿ ਕੇ ਟਾਈਮ ਜਿਹੜਾ ਬਤੀਤ ਕਰ ਸਕਣ, ਬਹੁਤ ਸ਼ਾਰਟ ਸਮਾਂ ਮਿਲਦਾ ਸੀ, ਉਦੋਂ ਇਕੱਠੇ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਕਰ ਲੈਣਾ। ਪਰ ਉਹ ਇੱਕ ਮਜਬੂਰੀ ਬਸ ਸੀ, ਵਕਤ ਦੀ ਜ਼ਰੂਰਤ ਸੀ, ਜਿਹੜੀ ਅੱਜ ਸਾਡੇ ਕੋਲ ਉਹ ਜ਼ਰੂਰਤ ਨਹੀਂ ਹੈ। ਔਰ ਗੁਰਬਾਣੀ ਵਾਰ-ਵਾਰ ਤੁਹਾਨੂੰ ਕਹਿ ਰਹੀ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਆਪਣਾ ਸਹਿਜ ਪਾਠ ਖੁਦ ਕਰੋ, ਸਭ ਤੋਂ ਬੈਸਟ ਹੈ। ਦੂਜੇ ਨੰਬਰ ਤੇ ਜੇ ਨਹੀਂ ਕਰ ਸਕਦੇ, ਸਿੱਖੋ ਚੰਗੇ ਪਾਠੀ ਕੋਲੋਂ ਬਹਿ ਕੇ ਘਰ ਵਿੱਚ ਤੁਸੀਂ ਘੰਟਾ 2 ਘੰਟਾ ਜਿੰਨਾ ਚਿਰ ਬਹਿ ਸਕਦੇ ਹੋ, ਉਹਦੇ ਅਰਥ ਉਹਦੀ ਵਿਚਾਰਧਾਰਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ। ਸਭ ਤੋਂ ਉੱਤਮ ਢੰਗ ਇਹ ਹੈ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਮੈਂ ਇਹ ਤੋਂ ਪਹਿਲਾਂ ਕਿ ਮੈਂ ਨਰਿੰਦਰ ਸਿੰਘ ਜੱਸਲ ਨੂੰ ਕਹਾਂ ਜੀ, ਅੱਗੇ ਨਿਰਮਲ ਸਿੰਘ ਜੀ ਤੁਸੀਂ ਰੈਡੀ ਹੈ ਜੀ? ਨਰਿੰਦਰ ਸਿੰਘ ਜੱਸਲ ਤੁਸੀਂ ਆਓ ਜੀ। ਮੇਰਾ ਸਵਾਲ ਇਹ ਹੈ ਜੀ ਕਿ ਆਪਣੇ ਸਿੱਖ ਧਰਮ ਦੇ ਵਿੱਚ ਲਿਟਰੇਚਰ ਤੇ ਕਰਮਕਾਂਡਾਂ ਦੇ ਪਾਬੰਦੀ ਕਿਉਂ ਨਹੀਂ ਹੈ? ਆਪਣੀ ਕਿਸੇ ਸੰਸਥਾ ਨੂੰ, ਤੁਹਾਡੀ ਆਵਾਜ਼ ਨਹੀਂ ਆਈ, ਦੁਬਾਰਾ ਰਿਪੀਟ ਕਰਿਓ। ਹੈਲੋ, ਕੁਐਸਚਨ ਇਹ ਹੈ ਜੀ, ਆਪਣੇ ਸਿੱਖ ਧਰਮ ਦੇ ਵਿੱਚ ਜਿਹੜਾ ਗਲਤ ਲਿਟਰੇਚਰ ਤੇ ਕਰਮਕਾਂਡਾਂ ਦੇ ਵਿੱਚ ਗਲਤ ਕਰਮਕਾਂਡ ਸ਼ੁਰੂ ਹੋਏ ਹੈ, ਉਹਨਾਂ ਤੇ ਪਾਬੰਦੀ ਕਿਉਂ ਨਹੀਂ ਹੈ? ਤੇ ਆਪਣੇ ਇਹ ਬੜਾ ਤੁਸੀਂ ਕਰ ਲਓ, ਕੰਪਲੀਟ ਕਰ ਲਓ। ਮੈਂ ਇਹੀ ਕਹਿਣਾ ਸੀ ਵੀ ਆਪਣੀ ਕੋਈ ਆਰਗੇਨਾਈਜ਼ਿੰਗ ਕਮੇਟੀ ਵਗੈਰਾ ਨੂੰ ਇਹ ਡਿਸਕਸ ਕਰਕੇ ਇਹ ਗਲਤ ਕਿਰਿਆਵਾਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਪਾਬੰਦੀ ਲਾਉਣੀ ਚਾਹੀਦੀ ਹੈ ਤੇ ਖਤਮ ਕਰਨਾ ਚਾਹੀਦਾ। ਇਹ ਬੜਾ ਗੰਭੀਰ ਮਸਲਾ ਹੈ ਜੀ ਸਾਡੀ ਕੌਮ ਦਾ, ਕਿ ਤੁਹਾਡੀ ਵਿਚਾਰਧਾਰਾ ਨਾਲ ਮੈਂ ਬਿਲਕੁਲ ਸਹਿਮਤ ਹਾਂ। ਸਿਰ ਤੇ ਕੋਈ ਡੰਡਾ ਹੋਵੇ, ਪਰ ਅੱਜ ਕੋਈ ਡੰਡਾ ਨਹੀਂ, ਕੋਈ ਐਸੀ ਕਮੇਟੀ ਨਹੀਂ ਜਿਹਦੇ ਮਨ ਵਿੱਚ ਜੋ ਕੁਝ ਆ ਰਿਹਾ ਲਿਖ ਕੇ ਤੇ ਸੰਸਾਰ ਵਿੱਚ ਜਿਹੜਾ ਉਹ ਪ੍ਰਚਾਰ ਕੀਤਾ। ਇਸ ਤੋਂ ਵੀ ਦੁੱਖ ਦੀ ਘਟਨਾ ਇਹ ਹੈ ਕਿ ਜਿਨ੍ਹਾਂ ਤੋਂ ਅਸੀਂ ਆਸ ਕਰ ਸਕਦੇ ਹਾਂ, ਵਕਤ ਦੇ ਕਈ ਵਾਰ ਜਥੇਦਾਰ ਹੋਏ ਉਹਨਾਂ ਨੇ ਵੀ ਉਹ ਗ੍ਰੰਥ ਪ੍ਰਮਾਣਿਕ ਕੀਤੇ ਨੇ, ਉਹਨਾਂ ਤੇ ਸਾਈਨ ਸਿਗਨੇਚਰ ਕੀਤੇ, ਉਹਨਾਂ ਨੂੰ ਪ੍ਰਮਾਣਿਕਤਾ ਦਿੱਤੀ ਹੈ, ਜਿਨ੍ਹਾਂ ਵਿੱਚ ਗੁਰੂ ਸਾਹਿਬ ਦੇ ਜੀਵਨ ਪ੍ਰਤੀ ਨਿਰਾ ਹੀ ਸਿੱਧੇ ਰੂਪ ਵਿੱਚ ਕਹਦਾ ਮੈਂ ਗਾਂਧੀ ਲਿਖਿਆ ਹੋਇਆ ਨਿਰਾ ਗੁਰੂ ਸਾਹਿਬ ਦੇ ਜੀਵਨ ਨਾਲ ਜੋੜ ਕੇ, ਪਰ ਵਕਤ ਦਾ ਜਥੇਦਾਰ ਉਹਨਾਂ ਨੂੰ ਸੰਸਾਰ ਦੇ ਸਾਹਮਣੇ ਪ੍ਰਮੋਟ ਕਰ ਰਿਹਾ। ਕਾਰਨ ਇਹ ਹੈ ਕਿ ਜਿਹੜੀ ਅਗਵਾਈ ਹੈ ਨਾ, ਚੰਗੇ ਹੱਥਾਂ ਵਿੱਚ ਸਾਡੀ ਕੌਮ ਨਹੀਂ ਪਹੁੰਚਾ ਸਕੀ। ਉਹ ਤੇ ਪੜ੍ਹਦੇ ਨਹੀਂ ਅੰਦਰ ਕੀ ਲਿਖ ਕੇ ਲਿਆਂਦਾ, ਉਹ ਤੇ ਸਿਰਫ ਸਿਗਨੇਚਰ ਕੀਤੇ ਤੇ ਉਹ ਚਲਾ ਗਿਆ। ਹਾਂਜੀ, ਥੈਂਕ ਯੂ ਜੀ। ਨਿਰਮਲ ਸਿੰਘ ਕੈਲੇ, ਇੱਕ ਸਕਿੰਟ ਜੀ, ਇੱਕ ਸਕਿੰਟ ਠਹਿਰਿਓ। ਮੈਂ ਗਾਹਾਂ ਦੇ ਹੋਰ ਵੀ ਕਹਿ ਰਿਹਾ, ਆਪਣੇ ਸਾਰੇ ਜਿੰਨੇ ਵੀ ਜੁੜੇ ਹੋ ਆ ਨਾ, ਇਹ ਤੋਂ ਪਹਿਲਾਂ ਕਿ ਮੈਂ ਇਕੱਲੇ ਦਾ ਨਾਂ ਲੈ ਕੇ ਕਹਾਂ, ਤੁਸੀਂ ਆਪ ਹੀ ਅਨਮਿਊਟ ਕਰਕੇ ਆ ਜਾਇਓ। ਨਿਰਮਲ ਸਿੰਘ ਕੈਲੇ ਜੀ, ਉਹਦੇ ਬਾਅਦ ਦੇ ਵਿੱਚ ਮੈਂ ਕਹੂੰਗਾ ਕਿ ਗੁਰਮੁਖ ਸਿੰਘ ਮਾਨ, ਉਹਦੇ ਬਾਅਦ ਦੇ ਵਿੱਚ ਜਿਹਨੇ ਵੀ ਆਉਣਾ ਤਾਂ ਅਨਮਿਊਟ ਕਰਕੇ ਆ ਜਾਓ ਪਲੀਜ਼। ਥੈਂਕ ਯੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਇੱਕ ਸਵਾਲ ਵੀ ਸਮਝਦਾ ਜਾਂ ਸੁਜੈਸ਼ਨ ਹੈ, ਜਾਂ ਤੋਂ ਮੈਂ ਕੁਛ ਨੌਲੇਜ ਲੈਣੀ ਹੈ ਕਿ ਜਿੰਨੇ ਵੀ ਰਾਗ 31 ਰਾਗਾਂ ਦੇ ਵਿੱਚ ਤੇ ਪਹਿਲਾਂ 30 ਰਾਗਾਂ ਵਿੱਚ ਜਿਹੜਾ ਬਾਣੀ ਲਿਖੀ ਗਈ ਆ, ਇਹਦੇ ਰਾਗਾਂ ਦੀ ਇੰਪੋਰਟੈਂਸ ਵੀ ਬਹੁਤ ਹੈ। ਤੇ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੋਵੇਗਾ, ਪਹਿਲਾ ਕਿਹੜਾ ਰਾਗ ਗਾਉਣਾ ਤੇ ਸ਼ਾਮ ਨੂੰ ਵਗੈਰਾ, ਬਾਅਦ ਦੇ ਵਿੱਚ ਕਿਹੜਾ ਗਾਉਣਾ, ਜਿਸ ਪ੍ਰਭਾਤੀ ਰਾਗ ਜਾਂ ਲਾਸਟ ਹੈ। ਤੇ ਇਹ ਚੀਜ਼ਾਂ ਤੇ ਜਿਸ ਵੇਲੇ ਗੱਲ ਆਉਂਦੀ ਆ ਰਾਗ ਮਾਲਾ ਤੇ ਜੀ ਜੀ ਬਵਾਦ ਹੋ ਜਾਂਦਾ ਆ, ਉਹਦੇ ਬਾਰੇ ਕੁਝ ਚਾਨਣਾ ਪਾਇਓ ਵੀ ਇਹ ਕੀ ਚੀਜ਼ ਹੈ। ਇਹ ਜਦੋਂ ਆਪਾਂ ਰਹਿਤ ਮਰਿਆਦਾ ਪੜ੍ਹਦੇ ਆ ਨਾ, ਉਹਦੇ ਅਖੀਰ ਵਿੱਚ ਲਿਖਿਆ ਹੋਇਆ ਕਿ ਰਾਗ ਮਾਲਾ ਇੱਕ ਵਿਵਾਦਿਕ ਟੌਪਿਕ ਹੈ। ਇਹਦਾ ਕੋਈ ਪ੍ਰੂਫ ਨਹੀਂ ਮਿਲ ਰਿਹਾ ਹਾਲੇ ਤੱਕ, ਇਹ ਕਦੋਂ ਆਈ, ਕਿੱਥੇ ਦਰਜ ਹੋਈ, ਕਿੰਨੇ ਕੀਤੀ।
ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ ਵਿੱਚ ਇੱਕ ਸ਼ਬਦ ਹੈ ਮੁੰਦਾਵਣੀ ਮਹਿਲਾ ਪੰਜਵਾਂ। ਮੁੰਦਾਵਣੀ ਸ਼ਬਦ ਦਾ ਅਰਥ ਹੈ ਜਦੋਂ ਵੀ ਕਿਸੇ ਪੁਰਾਣੇ ਸਮੇਂ ਵਿੱਚ ਕਿਸੇ ਰਾਜੇ ਮਹਾਰਾਜੇ ਦੇ ਖਾਣ ਲਈ ਭੋਜਨ ਤਿਆਰ ਹੋ ਜਾਂਦਾ ਸੀ ਨਾ, ਭੋਜਨ ਤਿਆਰ ਕਰਨ ਤੋਂ ਬਾਅਦ ਉਸ ਭੋਜਨ ਨੂੰ ਮੁੰਦ ਦਿੱਤਾ ਜਾਂਦਾ ਸੀ। ਮੁੰਦਣ ਦਾ ਅਰਥ ਹੁੰਦਾ ਮੋਹਰ ਲਾ ਦਿੱਤੀ ਜਾਂਦੀ ਪੂਰਨ ਪੈਕ ਕਰਕੇ। ਉਸ ਮੋਹਰ ਨੂੰ ਰਾਜੇ ਦੇ ਸਾਹਮਣੇ ਰਾਜੇ ਦੇ ਅਹਿਲਕਾਰ ਨੇ ਖੋਲਣਾ, ਔਰ ਤਾਂ ਹੀ ਉਹ ਜਿਹੜਾ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਰਾਜਾ ਆਪਣੇ ਸਾਹਮਣੇ ਖੁਲਵਾਉਂਦਾ ਸੀ। ਜੇ ਉਹ ਮੋਹਰ ਕਿਤੇ ਰਸਤੇ ਵਿੱਚ ਖੁੱਲ ਜਾਏ ਫਿਰ ਉਹ ਰਾਜਾ ਉਹ ਭੋਜਨ ਨਹੀਂ ਸੀ ਕਰਦਾ। ਮੁੰਦਾਵਣੀ ਦਾ ਅਰਥ ਹੈ ਕੰਪਲੀਟ ਰੂਪ ਵਿੱਚ ਮੁੰਦ ਦੇਣਾ, ਉਸ ਤੋਂ ਬਾਅਦ ਉਹਦੇ ਵਿੱਚ ਕੁਝ ਐਡ ਨਹੀਂ ਕੀਤਾ ਜਾ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਬਾਣੀ ਲਿਖਣ ਤੋਂ ਬਾਅਦ ਅਖੀਰ ਵਿੱਚ ਮੁੰਦਾਵਣੀ ਪਾਈ ਹੈ। ਇਸ ਭੋਜਨ ਨੂੰ ਮੁੰਦ ਦਿੱਤਾ ਔਰ ਦੱਸ ਦਿੱਤਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਫਿਰ ਸੈਕੰਡ ਗੱਲ ਕਿ ਰਾਗ ਮਾਲਾ ਵਿੱਚ ਜਿਹਨਾਂ ਰਾਗਾਂ ਦਾ ਜ਼ਿਕਰ ਕੀਤਾ, ਬਹੁਤੇ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹੀ ਨਹੀਂ ਹੈ ਜਿਨ੍ਹਾਂ ਦਾ ਜ਼ਿਕਰ ਹੈ। ਤੀਜੀ ਗੱਲ, ਜੋ ਰਾਗ ਮਾਲਾ ਦੀ ਤਰਤੀਬ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਤੀਬ ਨਾਲ ਨਹੀਂ ਮਿਲਦੀ। ਤੁਸੀਂ ਸ਼ਬਦ ਪੜ੍ਹਦੇ ਹੋ ਗੁਰਬਾਣੀ ਦੇ 1 2 3 4 5 ਇਦਾਂ ਤੁਕਾਂ ਹੁੰਦੀਆਂ ਨੇ। ਜੇ 8 ਪਦਿਆਂ ਦੀ ਕੋਈ ਤੁਕ ਹੈ ਤੇ ਨੰਬਰ ਆ ਜਾਏਗਾ ਅਸ਼ਟਪਦੀ ਦੇ ਰੂਪ ਵਿੱਚ 1 ਤੋਂ ਲੈ ਕੇ 8 ਤੱਕ। ਪਰ ਰਾਗ ਮਾਲਾ ਦੇ ਤਾਂ ਤੁਸੀਂ ਪੜ੍ਹੋਗੇ ਤਾਂ 1 1 1 1 1 1 ਲਿਖਿਆ ਹੋਣਾ, ਉੱਥੇ ਕੋਈ ਤਰਤੀਬ ਨਹੀਂ ਚੱਲਦੀ। ਅਗਲੀ ਗੱਲ ਹੈ ਕਿ ਜਿਸ ਵੀ ਗੁਰੂ ਜਾਂ ਭਗਤ ਦੀ ਬਾਣੀ ਕੋਈ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਰੂ ਹੋਈ ਹੈ ਤਾਂ ਉਹਦੇ ਉੱਪਰ ਹੈਡਿੰਗ ਆਇਆ, ਪ੍ਰੋਪਰ ਲਿਖਿਆ ਹੋਇਆ ਆਇਆ ਜਿਹੜਾ ਕਿ ਭਗਤ ਦੀ ਬਾਣੀ ਹੈ, ਕਿਹੜੇ ਭਗਤ ਦੀ ਹੈ ਜਾਂ ਗੁਰੂ ਸਾਹਿਬ ਦੀ ਬਾਣੀ। ਰਾਗਮਾਲਾ ਉੱਤੇ ਕੋਈ ਸਿਰਲੇਖ ਨਹੀਂ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇੱਕ ਜਿਹੜਾ ਉਹ ਵਿਚਾਰ ਦਾ ਵਿਸ਼ਾ ਹਨ। ਇਸੇ ਕਰਕੇ ਗਿਆਨੀ ਜੀ ਆਪਣੇ ਅਕਾਲ ਤਖਤ ਤੇ ਨਹੀਂ ਪੜ੍ਹ ਹੁੰਦੀ ਰਾਗਮਾਲਾ। ਹਾਂ, ਦਰਬਾਰ ਸਾਹਿਬ ਦੀ ਹੁੰਦੀ, ਅਕਾਲ ਤਖਤ ਤੇ ਨਹੀਂ ਪੜ੍ਹੀ ਜਾਂਦੀ। ਅਖੰਡ ਕੀਰਤਨੀ ਜਥੇਵਾੜੇ ਨਹੀਂ ਪੜ੍ਹਦੇ। ਹਾਂਜੀ ਪ੍ਰਧਾਨ ਸਾਹਿਬ ਤੁਸੀਂ ਕਰ ਲਓ ਗੱਲ। ਮੈਂ ਇਹਦੇ ਨਾਲ ਆਪਣੇ ਹੋਰ ਸੀਗਾ ਜਿਸ ਤਰ੍ਹਾਂ ਤੁਸੀਂ ਮਦਾਵਣੀ ਮਰਦਾ ਜਿਹੜਾ ਨਾ, ਜੇ ਅਖੀਰ ਤੇ ਮੋਹ ਲਾਤੀ ਹੈ ਤੇ ਬਾਅਦ ਦੇ ਵਿੱਚ ਨਵੇਂ ਪਾਤਸ਼ਾਹ ਦੀ ਬਾਣੀ ਐਡ ਕੀਤੀ ਆ ਤੇ ਉੱਤੇ ਮੋਹ ਦਾ ਕੀ ਮਤਲਬ ਹੈ? ਨਹੀਂ, ਗੁਰੂ ਤੇ ਉਹ ਮੋਹਰ ਅੱਗੇ ਪਹੁੰਚ ਗਈ ਜੀ। ਉਵੇਂ ਹੀ ਗੁਰੂ ਸਾਹਿਬ ਨੇ ਆਪ ਹੀ ਉਸ ਮੋਹਰ ਨੂੰ ਅੱਗੇ ਕਰ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਾਅਦ ਹੈ ਉਹ ਮੁੰਦਾਵਣੀ ਜਿਹੜੀ ਹੈ ਨਾ, ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਤੋਂ ਬਾਅਦ ਆਈ ਹੈ। ਉਹਨੂੰ ਉਵੇਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਰੂਪ ਵਿੱਚ ਉੱਥੋਂ ਚੁੱਕ ਕੇ ਤੇ ਜਦੋਂ ਬਾਣੀ ਕੰਪਲੀਟ ਹੋ ਗਈ ਫਿਰ ਲਾਸਟ ਵਿੱਚ ਪਹੁੰਚਾ ਦਿੱਤਾ। ਫਿਰ ਠੀਕ ਹੈ ਜੀ, ਥੈਂਕ ਯੂ ਜੀ। ਗੁਰਮੁਖ ਸਿੰਘ ਮਾਨ ਤੋਂ ਬਾਅਦ ਭੈਣ ਕੁਲਦੀਪ ਕੌਰ ਰੈਡੀ ਰਹੇ ਜੀ। ਥੈਂਕ ਯੂ। ਚਲੋ ਜੀ ਜੀ, ਯਾਨੀ ਵਰਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਸੁਣਾਇਆ। ਹਾਂਜੀ ਤਾਂ ਜੀ ਯਾਨੀ ਜੀ ਮੈਨੂੰ ਆਪਣੇ ਜਦੋਂ ਤੁਸੀਂ ਗੱਲ ਕਰਦੇ ਸੀ ਵੀ ਲੌਜਿਕ ਦੀ ਤੇ ਪ੍ਰੈਕਟੀਕਲ ਦੀ ਆਪਣੇ ਦਿਮਾਗ ਵਰਤਣ ਦੀ ਮੈਨੂੰ ਕਾਫੀ ਹਾਸਾ ਆਉਂਦਾ ਸੀ, ਕਰਕੇ ਮੈਨੂੰ ਹਰੋਜ਼ ਕਿਹਾ ਜਾਂਦਾ ਵੀ ਤੁਸੀਂ ਇੰਨਾ ਸੋਚਦੇ ਕਾਹਤੇ ਆ, ਤੁਸੀਂ ਚੁੱਪ ਕਰਕੇ ਮੰਨ ਲਓ ਉਮਰ ਤੋਂ ਪਹਿਲੇ ਉੱਠੋ, ਆਹ ਕਰੋ ਆਹ ਕਰੋ ਆਹ ਕਰੋ, ਤੁਸੀਂ ਇੰਨਾ ਸੋਚੋ ਨਾ। ਹਾਂਜੀ ਮੈਨੂੰ ਕਾਫੀ ਇਸ ਗੱਲ ਦਾ ਹਾਸਾ ਵੀ ਆਉਂਦਾ ਸੀ। ਤਾਂ ਪਰ ਇਹਦੇ ਵਿੱਚ ਥੈਂਕ ਯੂ ਤੁਹਾਡਾ। ਤਾਂ ਇਹ 'ਚ ਮੈਂ ਥੋੜ੍ਹਾ ਜਿਹਾ ਕਲੈਰੀਫਾਈ ਕਰ ਦੇਵਾਂ ਤਾਂ ਇਹਦੇ ਨਾਲ ਹੀ ਮੈਂ ਲਾ ਦਿੰਦਾ ਜਿਹੜੀ ਆਪਣੇ ਨਰਿੰਦਰ ਸਿੰਘ ਨੇ ਗੱਲ ਕੀਤੀ ਆ। ਹਾਂਜੀ ਤਾਂ ਦੇਖੋ ਜੀ ਆਪਾਂ ਜੇ ਇਸ ਵੇਲੇ ਦੇਖੀਏ ਦੁਨੀਆ ਦੇ ਵਿੱਚ ਵੀ ਜਿਹੜੀ ਨਿਊਜ਼ ਆਉਂਦੀ ਆ ਉਹਦੇ ਵਿੱਚ ਇੰਨੀ ਫੇਕ ਨਿਊਜ਼ ਆਉਂਦੀ ਆ। ਹਾਂਜੀ ਜਿਹਦੇ ਵਿੱਚ ਜਿੰਨੀਆਂ ਵੀ ਆਪਣੀ ਕੋਈ ਗਵਰਨਮੈਂਟ ਹੋਵੇ, ਕੋਈ ਆਰਗੇਨਾਈਜੇਸ਼ਨ ਉਹਨੂੰ ਕੰਟਰੋਲ ਨਹੀਂ ਕਰ ਸਕਦੀ। ਜੀ ਜੀ ਜੀ। ਤਾਂ ਮੈਂ ਇਹ ਸੋਚਦਾ ਵੀ ਜਿਹੜੀ ਨਰਿੰਦਰ ਸਿੰਘ ਨੇ ਗੱਲ ਕੀਤੀ ਸੀ ਵੀ ਇਹ ਵੀ ਮੇਰੇ ਮਨ ਨੂੰ ਇੱਥੇ ਆਉਂਦੀ ਆ ਵੀ ਦੇਖੋ ਜੀ ਸਾਨੂੰ ਜਿੱਦਾਂ ਤੁਸੀਂ ਦੱਸਿਆ ਵੀ ਗੁਰੂਆਂ ਨੇ ਕਿਹਾ ਵੀ ਹਰੇਕ ਚੀਜ਼ ਦੇ ਵਿੱਚ ਸਾਨੂੰ ਆਪ ਸੋਚਣਾ ਪੈਣਾ। ਹਾਂ ਬਿਲਕੁਲ, ਲਾਸਟ ਤਾਂ ਇਹੀ ਹੈ ਸਾਡੇ ਕੋਲ ਆਪਸ਼ਨ। ਹਾਂਜੀ ਤੇ ਜੇ ਉਹਦੇ ਵਿੱਚ ਸਾਨੂੰ ਲੱਗਦਾ ਵੀ ਇਹ ਜਿਹੜੀ ਗੱਲ ਕੀਤੀ ਜਾਂਦੀ ਆ ਵੀ ਇਹਦੇ ਵਿੱਚ ਲੌਜਿਕ ਹੈ ਨਹੀਂ, ਇਹ ਪ੍ਰੈਕਟੀਕਲ ਨਹੀਂ ਹੈ, ਤਾਂ ਫਿਰ ਸਾਨੂੰ ਉਹਨੂੰ ਜ਼ਰੂਰ ਚੈਲੰਜ ਕਰਨਾ ਚਾਹੀਦਾ। ਹੋ ਸਕਦਾ ਸਾਡਾ ਕੋਈ ਭੁਲੇਖਾ ਹੋਵੇ, ਸਾਡੀ ਕੋਈ ਗਲਤੀ ਹੋਵੇ, ਮੈਂ ਇਦਾਂ ਨਹੀਂ ਕਹਿੰਦਾ ਵੀ ਅਸੀਂ ਵੀ ਮਿਸਅੰਡਰਸਟੈਂਡਿੰਗ ਕਰ ਸਕਦੇ ਹਾਂ, ਪਰ ਐਂਡ ਆਫ ਦ ਅਖੀਰ ਇਹੀ ਆਉਂਦੀ ਆ ਵੀ ਤੁਸੀਂ ਆਪ ਸੋਚੋ। ਤੇ ਜੇ ਕੋਈ ਵੀ ਗੱਲ ਲੌਜਿਕ ਦੇ ਨਾਲ ਜਾਂ ਪ੍ਰੈਕਟੀਕਲ ਦੇ ਨਾਲ ਨਹੀਂ ਮਿਲਦੀ ਤਾਂ ਫਿਰ ਉਹਦੇ ਵਿੱਚ ਤੁਸੀਂ ਉਹਨੂੰ ਹੋਰ ਕੁਐਸਚਨ ਕਰੋ। ਹਾਂਜੀ ਬਿਲਕੁਲ, ਅਸੀਂ ਸੌਖਾ ਫੈਸਲਾ ਕਰ ਸਕਦੇ ਹਾਂ ਜਦੋਂ ਸਾਡੇ ਕੋਲੇ ਸਿਧਾਂਤਕ ਗੱਲਾਂ ਹੋਣਗੀਆਂ ਗੁਰੂ ਗ੍ਰੰਥ ਸਾਹਿਬ ਦੀਆਂ। ਥੈਂਕ ਯੂ ਜੀ, ਇਹਨੇ ਮੈਂ ਗੱਲ ਕਰਨੀ ਸੀ। ਥੈਂਕ ਯੂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਹਾਂਜੀ ਭੈਣ ਕੁਲਦੀਪ ਕੌਰ ਜੀ ਤੁਸੀਂ ਆ ਜਾਓ। ਉਹਦੇ ਬਾਅਦ ਦੇ ਵਿੱਚ ਸਾਡੇ ਕੋਲ ਹੈਗੇ ਸਰੋਤੇ ਤਾਂ ਬਹੁਤ ਆ, ਜਿਹਨੇ ਵੀ ਆਉਣਾ ਪਲੀਜ਼ ਅਨਮਿਊਟ ਹੋਣੇ ਕਰ ਲਿਓ ਤਾਂ ਕਿ ਨੈਕਸਟ ਫੇ ਉਹਨਾਂ ਨੂੰ ਕਰ ਦਿਆਂਗੇ। ਹਾਂਜੀ ਕੁਲਦੀਪ ਕੌਰ ਯਾਨੀ ਜੀ ਮੈਂ ਇਹ ਕਲੈਰੀਫਾਈ ਕਰਨਾ ਸੀ, ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਕੰਪਾਇਲ ਕੀਤਾ ਸੀਗਾ ਤੇ ਮੁਦਾਵਨੀ ਦੇ ਸਾਰਾ ਲਿਖ ਕੇ ਬਾਅਦ ਦੇ ਵਿੱਚ ਜਦੋਂ ਆਪਾਂ ਰਾਗਮਾਲਾ ਲਿਖਾਈ ਹੈ, ਆਪਾਂ ਪਤਾ ਨਹੀਂ ਲਿਖਾਈ ਰਾਗਮਾਲਾ ਜਿਹਨੇ ਵੀ ਐਡ ਕੀਤੀ ਹੈ
ਉਦੋਂ ਜੀ, ਜੀ। ਕੋਈ ਜਦੋਂ ਗੁਰੂ ਗ੍ਰੰਥ ਸਾਹਿਬ ਕੰਪਾਈਲ ਕੀਤਾ ਉਸ ਵੇਲੇ ਆਪਣਾ ਕੋਈ ਗੁਰੂ ਸਾਹਿਬ ਨੇ ਜਾਂ ਕਿਸੇ ਨੇ ਖਿਆਲ ਨਹੀਂ ਕੀਤਾ ਕਿ ਇਹ ਬਾਣੀ ਕਿੱਥੋਂ ਐਡ ਕਰ ਦਿੱਤੀ ਤੁਸੀਂ, ਕੀ ਹੈਗੀ ਆ, ਜਾਂ ਉਸੇ ਵੇਲੇ ਕਢਾ ਦਈਏ? ਗੁਰੂ ਇਤਿਹਾਸ ਪੜ੍ਹੋ ਤੁਸੀਂ, ਗੁਰੂ ਸਾਹਿਬ ਵੇਲੇ ਤੱਕ ਐਸਾ ਨਹੀਂ ਹੈ। ਗੁਰੂ ਸਾਹਿਬ ਵੇਲੇ ਤੱਕ ਮੁੰਦਾਵਣੀ ਤੱਕ ਹੀ ਸਰੂਪ ਜਿਹੜਾ ਪੁਰਾਣਾ ਤੁਹਾਨੂੰ ਹਸਤ ਲਿਖਤ ਮਿਲਦਾ ਹੈ, ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਹੋਇਆ, ਇੱਕ ਬੜਾ ਕੌਮੀ ਵਿਸ਼ਾ ਬਣਿਆ ਹੋਇਆ ਹੈ, ਆਪਣੇ ਤੱਕ ਹੀ ਸੀਮਿਤ ਨਹੀਂ ਹੈ ਗੱਲ। ਸਿੱਖ ਰਹਿਤ ਮਰਿਆਦਾ ਵਿੱਚ ਵੀ ਲਿਖਿਆ ਵੀ ਇਹਦੇ ਉੱਤੇ ਜਦੋਂ ਤੱਕ ਕੋਈ ਫੈਸਲਾ ਨਾ ਆਏ ਤਾਂ ਮਰਜ਼ੀ ਆ, ਤੁਸੀਂ ਪੜ੍ਹ ਵੀ ਸਕਦੇ ਹੋ, ਨਹੀਂ ਵੀ ਪੜ੍ਹ ਸਕਦੇ, ਪਰ ਇਹ ਲਿਖਿਆ ਉਸ ਰਹਿਤ ਮਰਿਆਦਾ ਵਿੱਚ ਕਿ ਤੁਸੀਂ ਗੁਰੂ ਰਾਗਮਾਲਾ ਤੋਂ ਬਿਨਾਂ ਸਰੂਪ ਨਹੀਂ ਛਾਪ ਸਕਦੇ ਮਹਾਰਾਜ ਦਾ। ਇਹ ਤੋਂ ਬਿਨਾਂ ਲਿਖਣ ਪੜ੍ਹਨ ਬਾਰੇ ਲਿਖਿਆ, ਹਾਂ ਪੜ੍ਹਨ ਬਾਰੇ ਲਿਖਿਆ ਹੋਇਆ ਕਿ ਤੁਸੀਂ ਪੜ੍ਹੋ ਨਾ ਪੜ੍ਹੋ ਤੁਹਾਡੀ ਮਰਜ਼ੀ ਹੈ। ਤੇ ਇੱਕ ਬੜਾ ਵੱਡਾ ਕੌਮੀ ਵਿਸ਼ਾ ਜਿਹੜਾ ਨਿਬੜ ਜਾਣੇ ਚਾਹੀਦੇ ਨੇ, ਜਿਹੜੇ ਜਿੱਦਾਂ ਦੀ ਜਿਹੜਾ ਨਿਬੇੜਾ ਹੋ ਜਾਣਾ ਚਾਹੀਦਾ ਹੈ। ਸਾਡੀ ਕੌਮ ਬੜੀ ਸਿਆਣਪ ਨਾਲ ਜੇ ਇਕੱਠੇ ਆਗੂ ਵਿਦਵਾਨ ਸੱਜਣ ਬੈਠਣ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਚਾਨਣ ਵਿੱਚ ਗੱਲਾਂ ਕਰਨ। ਇਹ ਹੋਣਾ ਹੀ ਨਹੀਂ, ਇਹ ਹੋਣ ਹੀ ਨਹੀਂ ਦੇਣਾ ਗਿਆਨੀ ਜੀ ਉਹਨਾਂ ਨੇ। ਜਿਹੜੇ ਸਾਡੇ ਕਰਨ ਵਾਲੇ ਆ ਉਹ ਤਾਂ ਜਾ ਕੇ ਉਹ ਬ੍ਰਾਹਮਣਾਂ ਦੇ ਹੱਥ 'ਚ ਬੈਠੇ ਹੋਏ ਨੇ। ਹੁਣ ਦੇ ਹਾਲਾਤ ਬਿਲਕੁਲ ਨਾਜ਼ੁਕ ਨੇ, ਸਹੀ ਗੱਲ ਹੈ ਤੁਹਾਡੀ ਜੀ, ਬਿਲਕੁਲ ਹਾਲਾਤ ਐਸੇ ਨੇ ਜਿਨ੍ਹਾਂ ਨੇ ਕਰਨਾ ਉਹ ਤੇ ਮੀਸਣੇ ਹੋ ਕੇ ਉਹਨਾਂ ਦੇ ਜੁੱਤੀ 'ਚ ਬੈਠੇ ਹੋਏ, ਜਾ ਕੇ ਪਿੱਛੇ ਬੈਠੇ ਹੋਏ ਨੇ। ਤੇ ਹੋਏਗਾ ਕਿਸ ਤਰ੍ਹਾਂ? ਇਹ ਹੋਣਾ ਹੀ ਨਹੀਂ ਹੈ। ਤੁਸੀਂ ਦੇਖਿਓ, ਹੋਣ ਹੀ ਨਹੀਂ ਦੇਣਾ। ਅੱਗੇ ਦੀ ਅੱਗੇ ਵਰਸ ਹੋਣਾ, ਇਹਨਾਂ ਨੇ ਠੀਕ ਹੋਣ ਦੇਣਾ ਨਹੀਂ ਛੇਤੀ, ਜੋ ਵੀ ਹਾਲਾਤ ਹੋ ਰਹੇ ਨੇ। ਜੀ ਜੀ ਬਿਲਕੁਲ। ਚਲੋ ਠੀਕ ਹੈ ਜੀ, ਉਹ ਤਾਂ ਟਾਈਮ ਹੀ ਦੱਸੂਗਾ। ਆਪਣੇ ਆਪ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਬਾਕੀ ਜਿਹੜੇ ਹੈਗੇ ਆ ਉਹਨਾਂ ਨੂੰ ਮੈਸੇਜ ਜਾ ਸਕਦਾ, ਜੇ ਉਹਨਾਂ ਨੇ ਮੰਨਣਾ ਤਾਂ ਠੀਕ ਹੈ, ਜੇ ਨਹੀਂ ਮੰਨ ਸਕਦੇ ਤਾਂ ਫਿਰ ਚਲੋ ਕੀ ਕਰਨਾ ਜੀ। ਦਰਸ਼ਨ ਕੌਰ ਬਾਸੀ, ਉਹਨਾਂ ਨੂੰ ਮੈਂ ਅਨਮਿਊਟ ਕਰ ਦਿੱਤਾ ਜੀ, ਜੇ ਤੁਸੀਂ ਕੁਝ ਕਹਿਣਾ ਤਾਂ ਪਲੀਜ਼ ਤੁਸੀਂ ਆ ਜਾਓ। ਹਾਂਜੀ, ਪਾਪਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਗਿਆਨੀ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ ਜੀ। ਬਹੁਤ ਬਹੁਤ ਵਧੀਆ ਢੰਗ ਨਾਲ ਗਿਆਨੀ ਜੀ ਤੁਸੀਂ ਸਾਨੂੰ ਸਮਝਾ ਰਹੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਥੈਂਕ ਯੂ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸਾਡੇ ਨਾਲ ਮੀਨੂ ਜੀ ਹੈਗੇ ਆ ਕੋਈ, ਉਹਨਾਂ ਨੇ ਅਨਮਿਊਟ ਕੀਤਾ ਜੀ, ਆ ਜਾਓ ਤੁਸੀਂ, ਕਰੋ ਗੱਲ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਭੈਣ ਜੀ ਠੀਕ ਹੋ ਭਾਈ ਸਾਹਿਬ ਜੀ? ਹਾਂਜੀ ਵਧੀਆ, ਗੁਰੂ ਕਿਰਪਾ। ਹਾਂਜੀ ਭਾਈ ਸਾਹਿਬ ਜੀ, ਕੱਲ ਹੀ ਮੇਰੀ ਨੌਲੇਜ ਵਿੱਚ ਗੱਲ ਆਈ, ਪ੍ਰੋਫੈਸਰ ਨਰਿੰਦਰ ਸਿੰਘ ਜੀ ਸੀਗੇ, ਉਹ ਕਹਿ ਰਹੇ ਸੀਗੇ ਕਿ ਚੌਪਾਈ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਹੈ। ਜੀ ਜੀ, ਤਾਂ ਆਪਾਂ ਇਹੋ ਸੁਣਦੇ ਆਏ ਆ ਨਾ ਕਿ ਚੌਪਾਈ ਸਾਹਿਬ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ। ਉਹ ਕਹਿ ਰਹੇ ਨੇ ਕਿ ਹਾਂ ਤੁਸੀਂ ਕਰ ਲਓ, ਸਵਾਲ ਕਰ ਲਓ ਆਪਣਾ। ਹਾਂਜੀ, ਉਹ ਕਹਿ ਰਹੇ ਸੀ ਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਮਹੱਲਾ ਵਰਡ ਨਾਲ ਸੰਬੋਧਿਤ ਕੀਤਾ ਹੈ, ਤੇ ਇਹਦੇ ਵਿੱਚ ਲਿਖਿਆ ਹੋਇਆ ਹੈ ਪਾਤਸ਼ਾਹੀ 10ਵੀਂ। ਜੀ ਜੀ ਜੀ। ਤੇ ਗੁਰੂ ਸਾਹਿਬ ਆਪਣੇ ਆਪ ਨੂੰ ਕਦੇ ਪਾਤਸ਼ਾਹੀ ਨਹੀਂ ਲਿਖਣਗੇ। ਜੀ ਜੀ ਜੀ। ਇਹ ਗੱਲ ਕਿੱਥੇ ਤੱਕ ਠੀਕ ਹੈ? ਇਹਦੇ ਉੱਤੇ ਦੇਖੋ, ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਨੂੰ ਵੀ ਪੜ੍ਹਦੇ ਹਾਂ, ਉਹਦੇ ਵਿੱਚ ਹਾਲੇ ਤੱਕ ਇਸ ਚੀਜ਼ ਦਾ ਕੋਈ ਕਲੀਅਰ ਨਹੀਂ ਹੈ। ਸਿਰਫ ਇੰਨਾ ਕੁ ਦਿੱਤਾ ਹੋਇਆ ਸਾਨੂੰ ਵੀ ਇਹ ਪ੍ਰਮਾਣਿਕ ਬਾਣੀਆਂ ਜਿਹੜੀਆਂ ਨੇ, ਉਹਨਾਂ ਨੂੰ ਜਿਨ੍ਹਾਂ ਨੂੰ ਅੰਮ੍ਰਿਤ ਸੰਚਾਰ ਵਿੱਚ ਵਰਤਿਆ ਜਾਂਦਾ, ਜਿਹਦੇ ਵਿੱਚ ਚੌਪੇ ਸਾਹਿਬ ਵੀ ਹੈ, ਇਹਨਾਂ ਬਾਣੀਆਂ ਨੂੰ ਤੁਸੀਂ ਜਿਹੜਾ ਇਹਨਾਂ ਦਾ ਪੜ੍ਹ ਸਕਦੇ, ਨਿਤਨੇਮ ਕਰ ਸਕਦੇ। ਤੇ ਜੋ ਦਸਮ ਗ੍ਰੰਥ ਵਿੱਚ ਸਮੁੱਚੇ ਵਿੱਚ ਜੋ ਕੁਝ ਲਿਖਿਆ ਹੋਇਆ, ਉਹਦੇ ਬਾਰੇ ਹਾਲੇ ਤੱਕ ਕੋਈ ਕਲੀਅਰ ਨਹੀਂ ਹੈ, ਕਿਉਂਕਿ ਸਮੁੱਚੀ ਉਸ ਗ੍ਰੰਥ ਦੀ ਬਾਣੀ ਨੂੰ ਨਾ ਪੜ੍ਹਿਆ ਜਾ ਸਕਦਾ, ਨਾ ਉਹਦੇ ਉੱਤੇ ਵਿਚਾਰ ਹੋ ਸਕਦੀ ਹੈ। ਇਸ ਵਾਸਤੇ ਇੱਕ ਬੜਾ ਪੰਥਕ ਮਸਲਾ ਹੈ। ਇਹ ਜਿਹੜੇ ਕੌਮੀ ਮਸਲੇ ਨੇ ਹੱਲ ਹੋ ਜਾਣੇ ਚਾਹੀਦੇ ਨੇ ਵਕਤ ਪਾ ਕੇ, ਤਾਂ ਜੋ ਲੋਕਾਂ ਦੇ ਸਾਹਮਣੇ ਐਸੀ ਕੰਟਰੋਵਰਸੀ ਨਾ ਆਏ। ਹਾਂਜੀ, ਕਿਉਂਕਿ ਪਾਰਟਿਕੂਲਰ ਉਹਨਾਂ ਨੇ ਚੌਪਾਈ ਸਾਹਿਬ ਦੀ ਗੱਲ ਕੀਤੀ ਸੀਗੀ। ਹਾਂ, ਏਦਾਂ ਹੁਣ ਕਈ ਬਾਣੀਆਂ ਤੇ ਚੱਲ ਰਿਹਾ ਜੀ, ਸਹਿਜੇ ਸਹਿਜੇ ਜਿੱਦਾਂ ਵਿਚਾਰ ਵੱਖ-ਵੱਖ ਲੋਕਾਂ ਦੀ ਆਪਣੇ ਆਪਣੇ ਵਿਚਾਰ ਜਿਹੜੇ ਨੇ ਉਹ ਪੇਸ਼ ਕਰ ਰਹੇ ਆ, ਤੇ ਆਪਾਂ ਇਸ ਉੱਤੇ ਕੋਈ ਵੈਸਾ ਖਾਸ ਕੋਈ ਆਪਣਾ ਡਿਸੀਜਨ ਨਹੀਂ ਦੇ ਸਕਦੇ। ਸਿੱਖ ਰਹਿਤ ਮਰਿਆਦਾ ਦੇ ਚਾਨਣ ਵਿੱਚ ਹੀ ਜਿਹੜੀ ਹਾਲੇ ਤੱਕ ਪ੍ਰਮਾਣਿਕ ਕੌਮ ਵੱਲੋਂ ਜਿਹੜੀ ਹੈ ਪ੍ਰਮਾਣ ਕੀਤੀ ਗਈ ਹੈ, ਅਕਾਲ ਤਖਤ ਸਾਹਿਬ ਵੱਲੋਂ ਕਿਸੇ ਸਮੇਂ ਪ੍ਰਮਾਣਿਕ, ਹਾਲਾਂਕਿ ਬਹੁਤੀਆਂ ਗੱਲਾਂ ਉਹ ਆਪ ਇਸ ਗੱਲ ਉੱਤੇ ਨਹੀਂ ਉਤਰ ਰਹੇ ਖਰੇ, ਪਰ ਉਹਦੇ ਵਿੱਚ ਹਾਲੇ ਤੱਕ ਇਹ ਲਿਖਿਆ ਵੀ ਨਿਤਨੇਮ ਦੀਆਂ ਬਾਣੀਆਂ ਇਹ ਹਨ, ਜਿਨ੍ਹਾਂ ਵਿੱਚ ਚੌਪਈ ਸਾਹਿਬ ਵੀ ਹੈ, ਜਾਪ ਸਾਹਿਬ ਵੀ ਹੈ, ਔਰ ਸਬਈਏ ਵੀ। ਠੀਕ ਹੈ ਜੀ, ਥੈਂਕ ਯੂ। ਸਾਡੇ ਨਾਲ ਸਵਿੰਦਰ ਕੌਰ ਜੀ ਹੈਗੇ ਆਈਫੋਨ ਤੇ, ਜੇ ਤੁਸੀਂ ਅਨਮਿਊਟ ਹੋ ਜੀ, ਤੁਸੀਂ ਕਰ ਲਓ ਗੱਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ ਜੀ। ਬਹੁਤ ਵਧੀਆ ਪ੍ਰੋਗਰਾਮ ਸੀ ਜੀ। ਥੈਂਕ ਯੂ, ਤੁਸੀਂ ਸਰਵਣ ਕੀਤਾ। ਹਾਂਜੀ, ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਅੱਛਾ ਜੀ, ਮੇਰਾ ਖਿਆਲ ਹੋਰ ਤਾਂ ਹੁਣ ਨਹੀਂ ਕੋਈ ਵੀ ਅਨਮਿਊਟ। ਗੈਲੈਕਸੀ ਟੈਬ S2
ਨਾਂ ਨਹੀਂ ਆ ਰਿਹਾ ਉੱਤੇ ਕੋਈ, ਗੈਲੈਕਸੀ S2 ਤੁਸੀਂ ਅਨਮਿਊਟ ਹੋਏਗੇ ਜੀ, ਤੁਸੀਂ ਆਪ ਹੀ ਕੀਤਾ ਤਾਂ ਤੁਸੀਂ ਆ ਜਾਓ, ਕਰੋ ਗੱਲ। ਗੈਲੈਕਸੀ ਟੈਬ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਜੀ, ਮੇਰਾ ਇਹ ਸਵਾਲ ਹੈਗਾ ਸੀ, ਜਿਸ ਤਰ੍ਹਾਂ ਅਸੀਂ ਅਖੰਡ ਪਾਠ ਸਾਹਿਬ ਹੋਣਾ, ਵੀਰ ਜੀ ਨੇ ਤੁਹਾਨੂੰ ਪੁੱਛਿਆ ਹੈਗਾ ਕਿ ਅਖੰਡ ਪਾਠ ਸਾਹਿਬ ਕਰਨੇ ਆ ਜਾਂ ਅਸੀਂ ਸਹਿਜ ਪਾਠ ਕਰਦੇ ਹਾਂ। ਅਗਰ ਇਨਸਾਨ ਦੁਨੀਆ ਤੋਂ ਹੀ ਚਲਾ ਜਾਂਦਾ ਹੈ, ਉਹਦੇ ਪਿੱਛੇ ਪਾਠ ਕੀਤੇ ਜਾਂਦੇ ਨੇ, ਅਖੰਡ ਸਾਹਿਬ ਪਾਠ ਵੀ ਰੱਖੇ ਜਾਂਦੇ ਨੇ, ਸਹਿਜ ਪਾਠ ਵੀ ਕੀਤੇ ਜਾਂਦੇ ਨੇ, ਤੇ ਅਗਰ ਪਾਠ ਕਰ ਲੈਂਦਾ ਲੇਕਿਨ ਆਪਣੇ ਕਿਰਦਾਰ ਵਿੱਚ ਸ਼ਾਮਿਲ ਹੀ ਨਹੀਂ ਕੀਤਾ ਕਿਸੇ ਪਾਠੀ ਨੇ ਉਸ ਚੀਜ਼ ਨੂੰ, ਤੇ ਉਹਦਾ ਕੀਤਾ ਪਾਠ ਦਾ ਲਾਭ ਕੀ ਉਸ ਆਤਮਾ ਨੂੰ ਮਿਲੇਗਾ? ਮੈਨੂੰ ਨਾ ਤੁਹਾਡੀ ਆਵਾਜ਼ ਥੋੜੀ ਇੱਕ ਵਾਰੀ ਹੋਰ ਰਿਪੀਟ ਕਰ ਦਿਓ, ਅਖੀਰ ਵਾਲੀ ਗੱਲ ਜਿਹੜੀ ਹੈ। ਕਿਧਰੇ ਮੈਂ ਆਵਾਜ਼ ਨਹੀਂ ਆ ਰਹੀ। ਉਹ ਕਹਿੰਦੇ ਨੇ ਕਿ ਜਦੋਂ ਕੋਈ ਮਰ ਜਾਂਦਾ ਹੈ, ਉਹਨਾਂ ਨੇ ਕਿਹਾ ਸੀ ਕਿ ਗੁਨਾਹੀ ਹੁਣ ਆ ਰਹੀ ਆਵਾਜ਼, ਹੁਣ ਆ ਰਹੀ ਆਵਾਜ਼ ਜੀ, ਠੀਕ ਹੈ ਠੀਕ ਹੈ। ਹਾਂਜੀ, ਜਦੋਂ ਇੱਥੋਂ ਦੁਨੀਆ ਤੋਂ ਕੋਈ ਚਲਾ ਜਾਂਦਾ, ਅਸੀਂ ਉਹਦੇ ਪਿੱਛੇ ਅਖੰਡ ਪਾਠ ਸਾਹਿਬ ਰਖਵਾਉਂਦੇ ਹਾਂ, ਸਹਿਜ ਪਾਠ ਵੀ ਕਰੀ ਦੇ ਹੈਗੇ ਨੇ, ਠੀਕ ਹੈ, ਉਹਦਾ ਲਾਭ ਉਹਨੂੰ ਮਿਲਦਾ ਹੋਣਾ। ਅਗਰ ਕੋਈ ਵੀ ਪਾਠੀ ਸਿੰਘ ਜਿਹਨੇ ਬਾਣੀ ਪੜ੍ਹੀ ਵੀ ਹੈ, ਸੁਣੀ ਵੀ ਹੈ, ਲੇਕਿਨ ਆਪਣੇ ਕਿਰਦਾਰ ਵਿੱਚ ਸ਼ਾਮਿਲ ਵੀ ਨਹੀਂ ਕੀਤੀ, ਲੇਕਿਨ ਉਸ ਆਤਮਾ ਲਈ ਉਹ ਪਿੱਛੋਂ ਪਾਠ ਕਰ ਰਹੇ ਨੇ, ਤਾਂ ਉਹਦਾ ਲਾਭ ਕੀ ਉਹਨੂੰ ਮਿਲੇਗਾ? ਦੇਖੋ ਕਿਤੇ ਸੰਤ ਮਸੀਹ ਜੀ ਦਾ ਮੈਂ ਪੜ੍ਹਿਆ ਸੀ, ਉਹਨਾਂ ਨੇ ਕਿਹਾ ਸੀ ਕਿ ਜਿੱਥੋਂ ਤੱਕ ਮੇਰੀ ਆਪਣੀ ਸੋਚ ਹੈ ਔਰ ਜਿਹੜੀ ਗੁਰਬਾਣੀ ਦੇ ਚਾਨਣ ਵਿੱਚ ਆਪਾਂ, ਮੈਂ ਤੁਹਾਡੀ ਗੱਲ ਸਮਝ ਗਿਆ ਜੀ। ਹਾਂਜੀ ਹਾਂਜੀ, ਇਹ ਹੈ ਕਿ ਜਿਹੜੀ ਸਾਡੇ ਸਿਆਣਿਆਂ ਨੇ ਇੱਕ ਮਰਿਆਦਾ ਬਣਾਈ ਸੀ ਨਾ, ਜਦੋਂ ਬੰਦਾ ਚੜ੍ਹਾਈ ਕਰ ਜੇ ਉਸ ਤੋਂ ਉਪਰੰਤ ਸਹਿਜ ਪਾਠ ਗੁਰਬਾਣੀ ਦਾ ਜਾਪ, ਇਹ ਇਸ ਲਈ ਤਾਂ ਜੋ ਪਿੱਛੇ ਘਰ ਵਿੱਚ ਜਿਹੜਾ ਰੌਲਾ ਧੋਣਾ ਸ਼ੁਰੂ ਹੋਇਆ ਨਾ, ਹੋਰ ਗੱਲਾਂ ਸ਼ੁਰੂ ਹੋਈਆਂ, ਉਹ ਆਪਾਂ ਗੁਰਬਾਣੀ ਵਿਚਾਰ ਕੇ ਪੜ੍ਹ ਕੇ, ਇੱਕ ਤਾਂ ਐਸੇ ਸਮੇਂ ਵਿੱਚ ਗੁਰਬਾਣੀ ਦਾ ਆਸਰਾ ਸਾਨੂੰ ਮਿਲੇ, ਗੁਰਬਾਣੀ ਤੋਂ ਸੇਧ ਮਿਲ ਸਕੇ, ਵਿਚਾਰਧਾਰਾ ਮਿਲ ਸਕੇ। ਪਰ ਜਿੱਥੋਂ ਤੱਕ ਗੁਰਬਾਣੀ ਸਿਧਾਂਤ ਕਹਿੰਦਾ ਵੀ ਜਿਹੜਾ ਜੀਵ ਚਲਾ ਗਿਆ ਨਾ ਸੰਸਾਰ ਤੋਂ, ਉਹਦੇ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ, ਉਹ ਤੇ ਆਪਣੀ ਜ਼ਿੰਦਗੀ ਦੇ ਕਰਮ ਭੋਗ ਕੇ ਦੁਨੀਆ ਤੋਂ ਜਾ ਚੁੱਕੇ ਹੈ। ਔਰ ਗੁਰਬਾਣੀ ਨੇ ਕਲੀਅਰ ਕਹਿ ਦਿੱਤਾ, ਨਾਨਕ ਏਬ ਨਾ ਜਾਪੇ ਕਿੱਥੇ ਜਾਹੇ ਸਮਾਏ, ਸਾਨੂੰ ਨਹੀਂ ਪਤਾ ਕਿੱਥੋਂ ਆਈ ਆਤਮਾ, ਕਿੱਧਰ ਚਲੀ ਗਈ। ਇਹ ਉਹ ਤੇ ਸਾਡੇ ਵਾਸਤੇ ਹੈ, ਜੇ ਅਸੀਂ ਬੈਠ ਕੇ ਸੁਣਾਂਗੇ, ਪਰਿਵਾਰ ਦੇ ਮੈਂਬਰ ਉਹ ਤੋਂ ਕੁਝ ਸਿੱਖ ਸਕਦੇ ਆ, ਜ਼ਿੰਦਗੀ ਦਾ ਲਾਹਾ ਲੈ ਸਕਦੇ ਆ। ਜੇ ਅਸੀਂ ਉਹਨੂੰ ਉਵੇਂ ਹੀ ਅਪਣਾ ਲਿਆ ਤੇ ਉਹ ਇੱਕ ਰਸਮ ਬਣ ਗਈ, ਜਿਹੜੀ ਨਿਰੰਤਰ ਚੱਲਦੀ ਆ ਰਹੀ ਹੈ, ਕਾਲ ਤੋਂ ਚੱਲੀ ਆ ਰਹੀ, ਕਰਦੇ ਆ ਰਹੇ ਸਾਡੇ ਬਜ਼ੁਰਗ ਕਰਦੇ ਆ। ਹਾਂਜੀ, ਠੀਕ ਹੈ ਭਾਈ ਸਰ, ਥੈਂਕ ਯੂ ਭਾਈ ਸਰ। ਥੈਂਕ ਯੂ ਜੀ, ਥੈਂਕ ਯੂ ਜੀ ਬਹੁਤ ਬਹੁਤ। ਤੇ ਸਾਡੇ ਨਾਲ ਹੈਗੇ ਜੀ ਹਰਕੀਰਤ ਸਿੰਘ, ਉਹਨਾਂ ਨੇ ਅਨਮਿਊਟ ਕੀਤਾ, ਆ ਜਾਓ ਜੀ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। संगत जी, सब तो पहले तो मैं आप जितनी भी यूके वाली संगत है, सचमुच आप बड़े वडभागी हो जो ऐसे भाई साहब, आप मतलब वैसे अगर कहो भाई साहब हैं, लेकिन मैं तो इन्होंने एक महापुरुष की संज्ञा देना, बड़े वडभागी हो। और मेरा एक सवाल है भाई साहब कि नॉर्मली ਅਸੀਂ ਦੇਖਿਆ, ਅਕਸਰ ਦੇਖਿਆ ਕਿ ਜਦੋਂ ਅਸੀਂ ਗੁਰਦੁਆਰੇ ਬੈਠੇ ਹੁੰਦੇ ਆ, ਸੰਗਤ ਸਤਸੰਗ ਸੁਣ ਰਹੇ ਹੁੰਦੇ ਆ, ਕਥਾ ਸੁਣ ਰਹੇ ਹੁੰਦੇ ਆ ਜਾਂ ਕੀਰਤਨ ਸੁਣ ਰਹੇ ਹੁੰਦੇ, ਉਸ ਟਾਈਮ ਮਾਈਂਡ, ਉਸ ਟਾਈਮ ਦਿਮਾਗ ਸਾਡਾ ਇੰਨਾ ਤ੍ਰਿਪਤ ਹੋ ਜਾਂਦਾ ਹੈ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਅੱਜ ਤੋਂ ਬਾਅਦ ਸਿਰਫ ਅਸੀਂ ਗੁਰੂ ਦੇ ਹੀ ਲੜ ਲੱਗਾਂਗੇ। ਲੇਕਿਨ ਜਿਵੇਂ ਹੀ ਅਸੀਂ ਗੁਰਦੁਆਰੇ ਤੋਂ ਬਾਹਰ ਆਉਂਦੇ ਆ, ਜਿਵੇਂ ਹੀ ਅਸੀਂ ਗੁਰਦੁਆਰੇ ਦੀ ਤਹੀਰ ਪਾਰ ਕਰਦੇ ਆ, ਸਾਡਾ ਮਨ ਚੇਂਜ ਕਿਉਂ ਹੋ ਜਾਂਦਾ ਹੈ? ਇਹਦਾ ਕਾਰਨ ਕੀ ਹੈ? ਲੇਕਿਨ ਕਈ ਵਾਰੀ ਅਸੀਂ ਸੋਚਿਆ ਹੈ, ਕਈ ਵਾਰੀ ਆਪਣਾ ਦਿਮਾਗ ਉਸ ਪਾਸੇ ਲਗਾਉਂਦੇ ਆ, ਲੇਕਿਨ ਫਿਰ ਮਤਲਬ ਮਾਈਂਡ ਚੇਂਜ ਹੋ ਜਾਂਦਾ, ਐਸਾ ਕਿਉਂ ਹੁੰਦਾ? ਇਹ ਇੱਕ ਜੀਵਨ ਦਾ ਵਿਵਹਾਰ ਹੈ ਜੀ ਮਨੁੱਖ ਦਾ। ਮੈਂ ਕਈ ਵਾਰੀ ਬੇਨਤੀ ਕਰਦਾ ਵੀ 3 ਪ੍ਰਕਾਰ ਦੀ ਬੁੱਧ ਹੈ ਬੰਦੇ ਦੀ, ਜਿਹਨੂੰ ਸਿਆਣਿਆਂ ਨੇ ਬੜੇ ਅੱਛੇ ਸ਼ਬਦਾਂ ਵਿੱਚ ਬਿਆਨ ਕੀਤਾ। ਸਭ ਤੋਂ ਪਹਿਲੀ ਬੁੱਧ ਹੈ ਜਿਹੜੀ ਨਮਦਾ ਬੁੱਧ ਜਿਹਨੂੰ ਕਹਿੰਦੇ। ਨਮਦਾ ਦਾ ਅਰਥ ਹੁੰਦਾ ਰਬੜ। ਰਬੜ ਵਿੱਚ ਇੱਕ ਵਾਰੀ ਆਪਾਂ ਸੁਰਾਖ ਕਰੀਏ ਨਾ, ਕੋਈ ਚੀਜ਼ ਤਿੱਖੀ ਚਬੋਈਏ ਤੇ ਲੱਗਦਾ ਇਹਦੇ ਵਿੱਚ ਸੁਰਾਖ ਹੋ ਗਿਆ, ਪਰ ਜਿਉਂ ਹੀ ਉਹ ਤਿੱਖੀ ਚੀਜ਼ ਅਸੀਂ ਬਾਹਰ ਕੱਢਦੇ ਆ ਤੇ ਰਬੜ ਆਪਣੀ ਜਗ੍ਹਾ ਪਹੁੰਚ ਜਾਂਦੀ ਹੈ, ਸੁਰਾਖ ਨਹੀਂ ਰਹਿੰਦਾ। ਉਹ ਸਾਡੀ ਹਾਲਤ ਹੈ। ਕਈ ਵਾਰੀ ਬੈਠੇ ਗੁਰਦੁਆਰੇ ਲੱਗਦਾ ਵੀ ਹੁਣ ਸਭ ਕੁਝ ਬਦਲ ਚੁੱਕਿਆ ਤੇ ਜੀਵਨ ਬਦਲ ਗਿਆ, ਪਰ ਜੋ ਬਾਹਰ ਨਿਕਲੇ, ਜਿਹੜੀ ਤੁਸੀਂ ਗੱਲ ਕੀਤੀ ਉਵੇਂ ਦਾ ਹੋ ਜਾਂਦਾ। ਦੂਜੀ ਬੁੱਧ ਹੈ ਚਮੜਾ ਬੁੱਧ ਜਿਹਨੂੰ ਕਹਿੰਦੇ, ਜਿਹੜੇ ਸੰਸਕਾਰ ਇੱਕ ਵਾਰੀ ਸਾਡੇ ਜੀਵਨ ਉੱਤੇ ਉਕਰੇ ਗਏ, ਕਿਉਂਕਿ ਚਮੜੇ ਦਾ ਸੁਭਾਅ ਹੈ। ਚਮੜੇ ਦੀ ਜੁੱਤੀ 'ਚ ਇੱਕ ਵਾਰੀ ਜਿੰਨਾ ਸੁਰਾਖ ਕਰ ਦਿਓ, ਜੁੱਤੀ ਟੁੱਟ ਜਾਏਗੀ, ਨਾ ਘਟਣਾ ਨਾ ਵਧਣਾ। ਕਿੰਨੇ ਲੋਕ ਸਾਡੇ ਸਮਾਜ ਵਿੱਚ ਐਸੇ ਹੈ ਜਿਨ੍ਹਾਂ ਨੇ ਮਰਿਆਦਾ ਇੱਕ ਵਾਰੀ ਧਰਮ ਦੀ ਸਿੱਖ ਲਈ, ਉਹਨੂੰ ਬਾਅਦ ਜਿੰਨਾ ਮਰਜ਼ੀ ਮੱਥਾ ਮਾਰਦੇ ਰਹੋ, ਤੁਸੀਂ ਚੰਗੀ ਗੱਲ ਸਿਖਾਉਂਦੇ ਰਹੋ, ਕਰਮ ਕਾਂਡ ਤੋਂ ਸੁਚੇਤ ਕਰਦੇ ਰਹੋ, ਉਹ ਚਮੜਾ ਬੁੱਧ ਲੈ ਕੇ ਬੈਠੇ, ਟਸ ਤੋਂ ਮਸ ਨਹੀਂ ਹੋ ਸਕਦੇ। ਤੇ ਤੀਜੀ ਬੁੱਧ ਹੈ ਜਿਹਨੂੰ ਕਹਿੰਦੇ ਤੇਲਕ ਬੁੱਧ। ਬਾਲਟੀ ਭਰੀ ਹੋਵੇ ਨਾ ਪਾਣੀ ਦੀ, ਇੱਕ ਬੂੰਦ ਜੇ ਤੇਲ ਦੀ ਵਿੱਚ ਪਾ ਦਈਏ, ਸਾਰੀ ਬਾਲਟੀ 'ਚ ਘੁੰਮ ਜਾਂਦਾ।
ਉਵੇਂ ਦੀ ਬੁੱਧ ਸਿੱਖ ਕੋਲੇ। ਉਹ ਜਿਹੜਾ ਆਪਾਂ ਨੂੰ ਕਿਹਾ ਗਿਆ ਨਾ ਵਾਰ-ਵਾਰ ਸਾਥ ਸਾਥ ਸਿਮਰੋ ਗੋਬਿੰਦ, ਉਹ ਕਿਸੇ ਇੱਕ ਅੱਖਰ ਨੂੰ ਕੱਲਾ ਜਪਣ ਲਈ ਨਹੀਂ, ਇਹ ਅਸਲ 'ਚ ਪ੍ਰੈਕਟਿਸ ਦਾ ਹਿੱਸਾ। ਜਿਸ ਚੀਜ਼ ਨੂੰ ਜਿੰਨਾ ਅਸੀਂ ਮਾਈਂਡ ਵਿੱਚ ਰੱਖਦੇ ਆ ਉਹਨਾਂ ਸਾਡੇ ਸੁਭਾਅ ਦਾ ਹਿੱਸਾ ਬਣਦੀ ਜਾਂਦੀ। ਜਿਹੜੇ ਵਿਚਾਰ ਅਸੀਂ ਗੁਰਦੁਆਰੇ ਵਿੱਚ ਬੈਠ ਕੇ ਸੁਣ ਰਹੇ ਆ, ਸਾਡਾ ਮਨ ਉਸ ਵੇਲੇ ਲੱਗ ਰਿਹਾ, ਉਹ ਵਿਚਾਰ ਨੂੰ ਕੋਸ਼ਿਸ਼ ਕਰੀਏ ਕਿ ਨਿਰੰਤਰ ਰੂਪ ਵਿੱਚ ਸਾਡੇ ਮਨ ਵਿੱਚ ਚੱਲਦੀ ਰਹੇ, ਉਹ ਖਿਆਲ ਨਿਰੰਤਰ ਰੂਪ ਵਿੱਚ ਸਾਡੇ ਮਨ ਵਿੱਚ ਚੱਲਦੇ ਰਹਿਣ ਤੇ ਉਹ ਸਾਡੇ ਪ੍ਰੋਪਰ ਰੂਪ ਵਿੱਚ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਜਿਹਨੂੰ ਗੁਰਬਾਣੀ ਨੇ ਕਿਹਾ ਜਦੋਂ ਅਸੀਂ ਰਾਹ ਤੇ ਜਾਈਏ ਸਾਡੇ ਨੇਤਰ ਕੁਝ ਗਲਤ ਦੇਖਣ ਤੇ ਉਸ ਵੇਲੇ ਗੁਰਬਾਣੀ ਸਾਡੇ ਕੋਲ ਹੋਵੇ, ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨਾ ਵਰਨਾ ਦੇਖੋ, ਵੀ ਸਿਧਾਂਤ ਸਾਡੇ ਕੋਲ ਹੋਵੇ। ਇਹਨੂੰ ਕਿਹਾ ਗੁਰਬਾਣੀ ਨੇ ਸਾਥ ਸਾਥ ਸਿਮਰੋ ਗੋਬਿੰਦ। ਤੇ ਪ੍ਰੈਕਟਿਸ ਦਾ ਹਿੱਸਾ, ਜਿਵੇਂ ਇੱਕ ਬੱਚਾ ਸਕੂਲ ਵਿੱਚ ਜਦੋਂ ਸਾਹਮਣੇ ਜਿਹੜਾ ਮੈਥ ਦਾ ਕੋਈ ਸਵਾਲ ਹੱਲ ਕਰਾਉਂਦਾ ਨਾ ਟੀਚਰ, ਬੱਚਾ ਕਹਿੰਦਾ ਵੀ ਮੈਨੂੰ ਸਾਰਾ ਕੁਝ ਸਮਝ ਆ ਗਿਆ, ਪਰ ਜੋ ਬਾਹਰ ਨਿਕਲਦਾ ਉਹ ਸਭ ਕੁਝ ਭੁੱਲਿਆ ਹੁੰਦਾ। ਪਰ ਉਹ ਕਦੋਂ ਹਿੱਸਾ ਬਣ ਜਾਂਦਾ ਜ਼ਿੰਦਗੀ ਦਾ, ਜਦੋਂ ਹੋਮਵਰਕ ਘਰ ਵਿੱਚ ਵੀ ਆ ਕੇ ਕਰਦਾ। ਫਿਰ ਬੱਚੇ ਨੂੰ ਜਦੋਂ ਮਰਜ਼ੀ ਖੜਾ ਕਰਕੇ ਪੁੱਛ ਲਓ 2 ਦੂਣੀ 4 2 3 6 ਉਹਨੇ ਸਾਰਾ ਕੁਝ ਦੱਸ। ਇਵੇਂ ਗੁਰਬਾਣੀ ਦੇ ਸਾਡੇ ਜੀਵਨ ਨਾਲ। ਮਿਹਰਬਾਨੀ, ਬਹੁਤ ਅੱਛੇ ਵਿਚਾਰ। ਧੰਨਵਾਦ ਜੀ ਹਰਕੀਰਤ ਸਿੰਘ ਜੀ, ਤੁਹਾਡਾ ਵੀ ਬਹੁਤ ਧੰਨਵਾਦ, ਬਹੁਤ ਵਧੀਆ ਸਵਾਲ ਕੀਤਾ। ਤੇ ਬਾਕੀ ਹੋਰ ਤਾਂ ਮੇਰਾ ਖਿਆਲ ਅੱਜ ਵਧੀਆ ਹੋ ਗਿਆ ਜੀ, ਸਵਾਲ ਜਵਾਬ ਤਕਰੀਬਨ ਅੱਧਾ ਘੰਟਾ ਹੋ ਗਿਆ ਸਵਾਲ ਜਵਾਬਾਂ ਦੇ। ਜਿਹੜਾ ਆਪਾਂ ਕੰਪਲੇਨ ਕਰਦੇ ਸੀਗੇ ਸਵਾਲ ਜਵਾਬ ਹੋਣੇ ਚਾਹੀਦੇ, ਅੱਜ ਤਾਂ ਆਪਾਂ ਵਰਖਾ ਹੀ ਲੱਗ ਗਈ ਸਵਾਲਾਂ ਜਵਾਬਾਂ ਦੇ। ਬਹੁਤ ਵਧੀਆ ਹੋ ਗਿਆ ਜੀ। ਤੇ ਮੇਰਾ ਖਿਆਲ ਇੱਥੇ ਸਮਾਪਤੀ ਕਰਦੇ ਆ ਜੀ। ਹੁਣ ਕੱਲ ਨੂੰ ਆਪਾਂ ਫੇਰ ਮੁੜ ਕੇ ਆਵਾਂਗੇ ਨਵਾਂ ਟੌਪਿਕ ਲੈ ਕੇ। ਤੇ ਇੱਕ ਮਿੰਟ ਠਹਿਰਿਓ ਜੀ, ਮੇਰਾ ਖਿਆਲ ਹੈ ਵੀ ਸਾਡੇ ਇਹ ਤੋਂ ਪਹਿਲਾਂ ਕਿ ਮੇਰੇ ਰੋਟੀ ਪਾਣੀ ਬੰਦ ਹੋ ਜਾਵੇ ਰਾਤ ਨੂੰ, ਸਾਡੀ ਘਰ ਵਾਲੀ ਆਉਂਦੀ ਆ। ਹਾਂਜੀ ਜ਼ਰੂਰ, ਆ ਜਾਓ ਜੀ, ਆ ਜਾਓ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਿਰਫ ਜਿੱਦਾਂ ਉਹ ਸਤਨਾਮ ਭਾਜੀ ਹੁਣੀ, ਨਾਗਰਾ ਜੀ ਹੁਣਾਂ ਨੇ ਖੰਡ ਪਾਠ ਦੇ ਬਾਰੇ ਜਿਹੜਾ ਕੁਐਸਚਨ ਕੀਤਾ ਸੀਗਾ ਕਿ ਖੰਡ ਪਾਠ ਦੇ ਨਾਲ ਜੇ ਸਹਿਜ ਪਾਠ ਕਰਾਇਆ ਜਾਵੇ ਉਹ ਬੈਸਟ ਆ। ਤੇ ਮੈਂ ਇਹ ਕਹਿੰਦੀ ਆ ਕਿ ਹੁਣ ਇਸ ਵੇਲੇ ਬਹੁਤ ਸਾਰੇ ਕਮੇਟੀ ਦੇ ਮੈਂਬਰ ਤੁਹਾਡੇ ਨਾਲ ਜੁੜੇ ਹੋ ਆ ਇਸ ਵੇਲੇ ਨਾ, ਹਨਾ। ਸਾਡੇ ਪ੍ਰਧਾਨ ਸਾਹਿਬ ਆ, ਸਾਰੇ ਜਾਣੀ ਕਿ ਇਹ ਹੈਗੇ ਆ ਕਾਫੀ। ਤੇ ਇਹ ਫਿਰ ਹੁਣ ਡਿਸਾਈਡ ਕਰਨ ਕਿ ਜਦੋਂ ਇਹਦੀ ਮੋਹਰ ਅਸੀਂ ਖਿੱਚੀਏ ਕਮੇਟੀ ਵਾਲੇ, ਹਨਾ। ਬਿਲਕੁਲ ਜੀ ਜੀ ਜੀ, ਠੀਕ ਹੈ ਨਾ, ਕਿ ਅਸੀਂ ਜਿਹੜੇ ਖੰਡ ਪਾਠ ਕਰਾਉਂਦੇ ਆ ਫਿਰ ਸਾਨੂੰ ਹੁਣ ਇਹਦੇ ਬਾਰੇ ਸੋਚਣਾ ਪੈਂਦਾ, ਕਿਉਂਕਿ ਤੁਹਾਨੂੰ ਤਾਂ ਕੁਐਸਚਨ ਕਰ ਲਿਆ ਅਸੀਂ ਬਹੁਤ ਨਾਈਸਲੀ, ਹਨਾ। ਜੀ ਜੀ ਬਿਲਕੁਲ, ਅਸੀਂ ਆਪ ਤੇ ਇਹਦੀ ਮੋਹਰ ਖਿੱਚਣ। ਤੇ ਦੂਸਰੀ ਚੀਜ਼ ਮੈਂ ਜਿਹੜੀ ਅਖੰਡ ਪਾਠ ਦੇ ਬਾਰੇ ਜਿਹੜੀ ਇੱਕ ਗੱਲ ਹੈਗੀ ਆ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਤਿਹਾਸ ਦੇ ਵਿੱਚ ਲਿਖਿਆ ਆ ਕਿ ਜਿਹੜਾ ਅਖੰਡ ਪਾਠ ਸੀਗਾ ਇਹ ਸਿੱਖਾਂ ਨੇ ਮਤਲਬ ਜਦੋਂ ਜੰਗਲਾਂ ਵਿੱਚ ਰਹਿੰਦੇ ਸੀ ਤਾਂ ਮਤਲਬ ਉਹਨੂੰ ਕੰਪਲੀਟ ਕਰਨ ਦੇ ਵਾਸਤੇ ਤਾਂ ਫਿਰ ਉਹ ਮਤਲਬ ਛੇਤੀ ਛੇਤੀ ਪਾਠ ਕਰਕੇ ਤਾਂ 3 ਦਿਨਾਂ ਵਿੱਚ ਖਤਮ ਕਰ ਲਿਆ ਸੀਗਾ। ਠੀਕ ਹੈ ਜੀ, ਪੂਰਾ ਭੋਗ ਪਾ ਦਿੱਤਾ ਸੀ। ਇੱਕ ਵਕਤੀ ਜ਼ਰੂਰਤ ਸੀ ਸਿਰਫ ਛੋਟੇ ਪੀਰੀਅਡ ਦੀ, ਜਿੱਥੋਂ ਤੱਕ ਮੈਂ ਸੋਚਦਾ ਕਿ ਇੱਕ ਵਕਤੀ ਜ਼ਰੂਰਤ ਵੀ ਗੁਰਬਾਣੀ ਨੂੰ ਆਪਾਂ ਸਮਝ ਸਕੀਏ ਥੋੜੇ ਸਮੇਂ ਵਿੱਚ। ਔਰ ਇਹ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਇੱਕ ਇਤਿਹਾਸ ਦਾ ਪੱਖ ਪੜਿਆ ਲਿਖਿਆ ਹੋਇਆ ਪੜ੍ਹਦੇ ਹਾਂ ਕਿ ਜ਼ਰੂਰੀ ਨਹੀਂ ਵੀ ਇਹ ਪ੍ਰੂਫ ਹੋਵੇ ਪ੍ਰੋਪਰ ਰੂਪ ਵਿੱਚ। ਇਹ ਦੋ ਵਿਚਾਰਾਂ ਹੋ ਸਕਦੀਆਂ। ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਜਦੋਂ ਗੁਰੂਆਂ ਦੇ ਟਾਈਮ ਦੇ ਉੱਤੇ ਸਿੱਖਾਂ ਨੂੰ ਉਹਨਾਂ ਨੂੰ ਬਾਅਦ ਵਿੱਚ ਵੀ ਇੰਨੀਆਂ ਭਾਜੜਾਂ ਪਈਆਂ ਹੋਈਆਂ ਸੀ, ਜੇ ਜਦ ਕਿ ਜਿਹੜੀ ਕਿ ਸਾਡੀ ਮਹਾਰਾਜ ਦਾ ਸਰੂਪ ਸੀ ਜਿਹੜਾ ਮਹਾਰਾਜ ਨੇ ਤਿਆਰ ਕੀਤਾ ਸੀ, ਠੀਕ ਹੈ ਜੀ, ਉਹ ਤਾਂ ਫਿਰ ਧੀਰ ਮਲੀਏ ਨੇ ਲੈ ਲਿਆ ਸੀਗਾ। ਤੇ ਫਿਰ ਸਿੱਖਾਂ ਦੇ ਕੋਲ ਕਿਹੜਾ ਸਰੂਪ ਸੀਗਾ ਜਿਹਨਾਂ ਤੋਂ ਉਹਨਾਂ ਨੇ ਖੰਡ ਪਾਠ ਕੀਤਾ ਜੀ? ਇਸ ਗੱਲ ਦਾ ਤੇ ਆਨਸਰ ਆਪਾਂ ਕਰ ਸਕਦੇ ਹਾਂ, ਗੁਰੂ ਸਾਹਿਬ ਵੇੜੇ ਕਈ ਉਤਾਰੇ ਹੋ ਚੁੱਕੇ ਜੀ। ਗੁਰੂ ਅਰਜਨ ਸਾਹਿਬ ਮਹਾਰਾਜ ਵੇੜੇ ਕਈ ਉਤਾਰੇ ਹੋ ਗਏ ਸਨ ਗੁਰੂ ਗ੍ਰੰਥ ਸਾਹਿਬ ਜੀ ਦੇ, ਔਰ ਚਾਹੀਦੇ ਵੀ ਸੀ ਜਿਹੜੇ ਸਿੱਖਾਂ ਤੱਕ ਪਹੁੰਚਾਏ ਜਾ ਸਕਣ ਸਰੂਪ। ਤੇ ਇਹ ਇੱਕ ਉਹ ਦੂਜਾ ਉਹ ਇਤਿਹਾਸ ਵਿੱਚ ਲਿਖੀ ਹੋਈ ਘਟਨਾ ਜੇ ਉਸ ਰੂਪ ਵਿੱਚ ਹੈ ਵੀ ਤਾਂ ਉਹਦਾ ਇਹਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ ਵੀ ਕਿ ਤੁਹਾਨੂੰ ਮਰਿਆਦਾ ਦੇ ਗਏ ਤੁਸੀਂ ਅਖੰਡ ਪਾਠ ਕਰਨਾ ਹੈ। ਜੇ ਉਹਨਾਂ ਕੀਤਾ ਵੀ ਤੇ ਇੱਕ ਬੜੀ ਮਜਬੂਰੀ ਜਾਂ ਕਿਸੇ ਲੋੜ ਮੁਤਾਬਕ ਵਕਤੀ ਤੌਰ ਤੇ। ਬਾਕੀ ਗੁਰੂ ਸਾਹਿਬ ਦੀ ਬਾਣੀ ਤਾਂ ਵਾਰ-ਵਾਰ ਇਹ ਕਹਿ ਰਹੀ ਹੈ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਏ। ਬੜੇ ਪਿਆਰ ਨਾਲ ਤੁਸੀਂ ਆਪ ਬਾਣੀ ਨੂੰ ਪੜ੍ਹੋ, ਇੱਕ ਇੱਕ ਅੱਖਰ ਨੂੰ ਪੜ੍ਹੋ ਤੇ ਕੋਈ ਬੰਦਿਸ਼ ਨਹੀਂ ਹੈ, ਸਮੇਂ ਦੀ ਨਹੀਂ। ਔਰ ਰਹਿਤ ਮਰਿਆਦਾ ਵਿੱਚ ਅਖੰਡ ਪਾਠ ਲਈ ਵੀ ਇਹ ਲਿਖਿਆ ਵੀ ਜ਼ਰੂਰੀ ਨਹੀਂ ਤੁਸੀਂ 48 ਘੰਟੇ ਜੀ ਉਹਦਾ ਭੋਗ ਪਾ ਕੇ ਉੱਠਣਾ, ਉਹ ਤੇ ਇੱਕ ਲੰਮਾ ਸਮਾਂ ਹੋ ਸਕਦਾ ਹੈ। ਤੇ ਵੈਸੇ ਗੁਰੂ ਕਾਲ ਵੇਲੇ ਤੋਂ ਕੋਈ ਅਖੰਡ ਪਾਠ ਦੀ ਅਸੀਂ ਮਰਿਆਦਾ ਨਹੀਂ ਰਹੀ ਸਿੱਖੀ ਵਿੱਚ। ਥੈਂਕ ਯੂ ਜੀ, ਬਸ ਇਹੀ ਸੀ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਸਭ ਦਾ ਬਹੁਤ ਬਹੁਤ ਧੰਨਵਾਦ, ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ। ਅਸੀਂ ਨਰਿੰਦਰ ਸਿੰਘ ਜੱਸਲ ਫਿਰਾਲ, ਇੱਕ ਮਿੰਟ ਠਹਿਰੋ ਜੀ, ਤੁਸੀਂ ਅਨਮਿਊਟ ਕਰਕੇ ਆਓ ਜੀ। ਹਾਂਜੀ ਕਰੋ ਅਨਮਿਊਟ। ਹਾਂਜੀ, ਮੇਰਾ ਮਤਲਬ ਇਹੀ ਸੀਗਾ ਜਿਹੜਾ ਹੁਣ ਅਖੰਡ ਪਾਠ ਦਾ ਹੈਗਾ ਨਾ, ਇਹ ਸਿਰਫ ਰੀਸ ਹੀ ਹੈਗੀ ਹੈ ਵੀ ਉਹਨੇ ਕਰਾਇਆ ਤੇ ਮੈਂ ਵੀ ਕਰਾਉਣਾ ਹੈਗਾ। ਤੇ
ਇਹਦੇ ਵਿੱਚੋਂ ਮੇਰਾ ਖਿਆਲ ਸਮਝ ਤਾਂ ਕਿਸੇ ਨੂੰ ਘੱਟ ਹੀ ਪੈਂਦੀ ਹੋਣੀ ਹੈ। ਨਾਟ ਐਟ ਆਲ। ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ। ਤੇ ਇਹ ਸਿਰਫ ਇਹ ਗੁਰਦੁਆਰਾ ਸਾਹਿਬ ਜੇ ਅਸੂਲ ਬਣਾ ਲੈਣ ਵੀ ਅਸੀਂ ਇੱਕ ਮਤਲਬ ਇਹੀ ਮਰਿਆਦਾ ਦੇ ਉੱਤੇ ਚੱਲਾਂਗੇ ਤਾਂ ਹੋ ਸਕਦਾ। ਠੀਕ ਹੈ ਜੀ। ਨਰਿੰਦਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇੱਥੇ ਆਪਾਂ ਸਮਾਪਤੀ ਕਰਦੇ ਜੀ, ਹੁਣ ਕੰਮ ਕਾਫੀ ਟਾਈਮ ਹੋ ਗਿਆ, ਹੁਣ ਤਾਂ ਤਕਰੀਬਨ 4 ਵੱਜਣੇ ਵਾਲੇ ਆ। ਤੇ ਆਪਾਂ ਕੱਲ ਨੂੰ ਇਸੇ ਟਾਈਮ ਤੇ ਕੱਲ ਆਪਾਂ ਨੂੰ 2 ਵਜੇ ਆਪਾਂ ਸ਼ੁਰੂ ਕਰ ਦਈਦਾ। ਕੱਲ ਨੂੰ 2 ਵਜੇ ਆਪਾਂ ਫੇਰ ਮੁੜ ਕੇ ਇੱਥੇ ਆਵਾਂਗੇ ਨਵਾਂ ਟੌਪਿਕ ਲੈ ਕੇ ਗਿਆਨੀ ਉਹਨਾਂ ਦੇ ਨਾਲ। ਤੇ ਉਸ ਤੱਕ ਸਾਨੂੰ ਦਿਓ ਇਜਾਜ਼ਤ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।